ਸਤਿ ਸ਼੍ਰੀ ਅਕਾਲ। ਅੱਜ ਦਾ ਵਿਸ਼ਾ ਹੈ ਸਥਿਤੀ ਅਤੇ ਭੂਮਿਕਾ। ਸੋ ਇਸ ਵਿਸ਼ੇ ਦੇ ਵਿੱਚ ਆਪਾਂ ਹਰ ਇੱਕ ਪਹਿਲੂ ਬਾਰੇ ਦੇਖਾਂਗੇ ਕਿ ਸਥਿਤੀ ਕੀ ਹੈ, ਉਸਦਾ ਅਰਥ, ਪਰਿਭਾਸ਼ਾ, ਸਥਿਤੀ ਦੀਆਂ ਕਿਸਮਾਂ ਅਤੇ ਉਸ ਦੀਆਂ ਵਿਸ਼ੇਸ਼ਤਾਵਾਂ, ਤੇ ਉਸ ਤੋਂ ਬਾਅਦ ਭੂਮਿਕਾ ਬਾਰੇ ਗੱਲ ਹੋਏਗੀ ਕਿ ਆਖਿਰ ਸਮਾਜ ਦੇ ਵਿੱਚ ਕਿਸ ਤਰ੍ਹਾਂ ਦੀਆਂ ਭੂਮਿਕਾਵਾਂ ਹੈ ਜੋ ਲੋਕ ਇੱਕ ਦੂਸਰੇ ਦੇ ਨਾਲ ਸ਼ੇਅਰ ਕਰ ਰਹੇ ਹੈ, ਜਾਂ ਉਸ ਤੋਂ ਇਲਾਵਾ ਭੂਮਿਕਾ ਦੀਆਂ ਵਿਸ਼ੇਸ਼ਤਾਵਾਂ। ਸੋ ਹੁਣ ਪਹਿਲੀ ਸਲਾਈਡ ਤੇ ਚੱਲਦੇ ਹਾਂ। ਸੋ ਸਭ ਤੋਂ ਪਹਿਲਾਂ ਕੀ ਹੈ ਕਿ ਜੋ ਸਥਿਤੀ ਹੈ ਉਸਦਾ ਅਰਥ ਕੀ ਹੈ। ਸਥਿਤੀ ਸਮਾਜ ਦੇ ਵਿੱਚ ਦਿੱਤੀ ਗਈ ਲੋਕਾਂ ਨੂੰ ਇੱਕ ਅਹੁਦਾ ਹੈ, ਇੱਕ ਰੁਤਬਾ ਹੈ। ਸੋ ਸਥਿਤੀ ਨੂੰ ਬੇਸਿਕਲੀ ਇੱਕ ਪੋਜੀਸ਼ਨ ਵੀ ਕਹਿ ਸਕਦੇ ਹਾਂ। ਸਮਾਜ ਵਿੱਚ ਹੋਰ ਅਹੁਦਿਆਂ ਨਾਲ ਸੰਬੰਧਿਤ ਇੱਕ ਵਿਅਕਤੀ ਦੀ ਸਥਿਤੀ ਹੈ। ਇੱਕ ਵਿਅਕਤੀ ਜਦ ਦੂਸਰੇ ਵਿਅਕਤੀਆਂ ਦੇ ਨਾਲ ਮਿਲ ਕੇ ਸਮਾਜ ਦੇ ਵਿੱਚ ਕੰਮ ਕਰ ਰਿਹਾ ਹੈ, ਸਮਾਜ ਦੇ ਵਿੱਚ ਦੂਸਰੇ ਵਿਅਕਤੀਆਂ ਦੇ ਨਾਲ ਸੰਬੰਧਿਤ ਹੈ, ਸੋ ਉਹ ਜੋ ਅਹੁਦੇ ਹੈ, ਇੱਕ ਤੋਂ ਦੂਸਰੇ ਅਹੁਦਾ ਜਦ ਇੱਕ ਦੂਜੇ ਨਾਲ ਸੰਬੰਧਿਤ ਹੋਣਗੇ, ਇੱਕ ਦੂਸਰੇ ਦੇ ਨਾਲ ਉਹ ਮਿਲ ਕੇ ਕੰਮ ਕਰਨਗੇ ਤੇ ਇੱਕ ਦੂਜੇ ਤੋਂ ਵੱਖ ਹੋ ਕੇ ਵੀ ਕੰਮ ਕਰਨਗੇ, ਤਾਂ ਉਹ ਚੀਜ਼ ਕੀ ਹੈ, ਉਸਦੀ ਵਿਅਕਤੀ ਦੀ ਇੱਕ ਸਥਿਤੀ ਦਰਸਾਈ। ਸੋ ਇਹ ਸਮਾਜਿਕ ਪ੍ਰਣਾਲੀ ਵਿੱਚ ਸਥਿਤੀ ਜਾਂ ਸਮਾਜਿਕ ਲੜੀ ਵਿੱਚ ਸਥਿਤੀ ਨੂੰ ਸਮਾਜਿਕ ਪੋਜੀਸ਼ਨ, ਸੋਸ਼ਲ ਪੋਜੀਸ਼ਨ ਦਾ ਨਾਮ ਦਿੱਤਾ ਗਿਆ ਹੈ। ਕਿਉਂਕਿ ਜੋ ਸਮਾਜ ਹੈ, ਸਮਾਜ ਸਮਾਜਿਕ ਸੰਬੰਧਾਂ ਦਾ ਜਾਲ ਹੈ, ਜਿੱਥੇ ਵਿਅਕਤੀ ਇੱਕ ਦੂਸਰੇ ਨਾਲ ਸੰਬੰਧ ਬਣਾ ਕੇ ਰੱਖ ਰਿਹਾ ਹੈ। ਸੋ ਸੰਬੰਧਾਂ ਦੇ ਨਾਲ ਹੀ ਸਮਾਜ ਵਿੱਚ ਵਿਵਸਥਾ ਬਣੀ ਰਹਿੰਦੀ ਹੈ ਅਤੇ ਇਸ ਵਿਵਸਥਾ ਨੂੰ ਕਾਇਮ ਰੱਖਣ ਦੇ ਲਈ ਸਥਿਤੀ ਦਾ ਹੋਣਾ ਬਹੁਤ ਜ਼ਰੂਰੀ ਹੈ। ਕੋਈ ਵੀ ਸਮਾਜ ਵਿਵਸਥਾ ਤੋਂ ਬਗੈਰ ਜਿਉਂਦਾ ਹੀ ਨਹੀਂ ਰਹਿ ਸਕਦਾ। ਇਸ ਕਰਕੇ ਸਮਾਜਿਕ ਵਿਵਸਥਾ ਨੂੰ ਬਣਾਏ ਰੱਖਣ ਦੇ ਲਈ ਇਹ ਜ਼ਰੂਰੀ ਹੈ ਕਿ ਵਿਅਕਤੀ ਸਮਾਜ ਦੇ ਵਿੱਚ ਹਰ ਇੱਕ ਸਥਿਤੀ ਦੇ ਉੱਤੇ ਰਹੇ, ਕਿਉਂਕਿ ਇਹ ਸਥਿਤੀ ਹੈ, ਇਹ ਵਿਅਕਤੀ ਨੂੰ ਉਸਦੀ ਭੂਮਿਕਾ ਨਿਭਾਉਣ ਦੇ ਯੋਗ ਕਰਦੀ ਹੈ। ਜਾਂ ਜੇ ਇੱਕ ਵਿਅਕਤੀ ਨੂੰ ਉਸਦੀ ਸਥਿਤੀ ਹੀ ਨਹੀਂ ਪਤਾ ਹੋਏਗੀ, ਤਦ ਉਹ ਆਪਣਾ ਕੰਮ, ਆਪਣੀ ਭੂਮਿਕਾ ਸਹੀ ਢੰਗ ਨਾਲ ਸਮਾਜ ਦੇ ਵਿੱਚ ਰਹਿ ਕੇ ਨਹੀਂ ਨਿਭਾ ਸਕਦਾ। ਸੋ ਇਸ ਕਰਕੇ ਵਿਅਕਤੀ ਨੂੰ ਖਾਸ ਸਥਿਤੀ ਸਮਾਜ ਦੇ ਵਿੱਚ ਦਿੱਤੀ ਗਈ ਹੁੰਦੀ ਹੈ। ਸੋ ਵਿਅਕਤੀ ਆਪਣੇ ਅਹੁਦਿਆਂ ਦੇ ਉੱਤੇ ਰਹਿ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਚੰਗੇ ਢੰਗ ਦੇ ਨਾਲ ਨਿਭਾਉਂਦਾ ਹੈ। ਸੋ ਜਿੱਥੇ ਇੱਕ ਵਿਅਕਤੀ ਆਪਣੀਆਂ ਜ਼ਿੰਮੇਵਾਰੀਆਂ ਨੂੰ ਸਹੀ ਢੰਗ ਦੇ ਨਾਲ ਨਿਭਾਏਗਾ, ਜਾਂ ਉਹ ਸਮਾਜ ਦੇ ਵਿੱਚ ਰਹਿ ਕੇ ਇੱਕ ਯੋਗ ਵਿਅਕਤੀ ਬਣ ਕੇ ਕੰਮ ਕਰੇਗਾ, ਤਦ ਉਹ ਆਪਣੀ ਸਥਿਤੀ ਨੂੰ ਚੰਗੇ ਢੰਗ ਦੇ ਨਾਲ ਨਿਭਾ ਰਿਹਾ। ਸੋ ਸਮਾਜ ਵਿੱਚ ਲੋਕਾਂ ਦੇ ਵੱਖੋ ਵੱਖਰੇ ਰੁਤਬੇ ਹੁੰਦੇ ਹਨ ਅਤੇ ਉਹਨਾਂ ਦੇ ਵੱਖ-ਵੱਖ ਫਰਜ਼ ਅਤੇ ਅਧਿਕਾਰ ਹੁੰਦੇ ਹਨ, ਕਿਉਂਕਿ ਸਮਾਜ ਦੇ ਵਿੱਚ ਹਰ ਇੱਕ ਵਿਅਕਤੀ ਦੂਸਰੇ ਦੇ ਬਰਾਬਰ ਨਹੀਂ ਹੈ ਜਾਂ ਇੱਕ ਦੂਸਰੇ ਨਾਲੋਂ ਵੱਖ ਹੈ, ਪਰ ਫਿਰ ਵੀ ਸਾਰੇ ਵਿਅਕਤੀ ਸਮਾਜ ਦਾ ਅੰਗ ਬਣ ਕੇ ਕੰਮ ਕਰ ਰਹੇ ਹਨ। ਇਸ ਕਰਕੇ ਸਮਾਜ ਦੇ ਵਿੱਚ ਲੋਕ ਵੱਖੋ ਵੱਖਰੇ ਰੁਤਬਿਆਂ ਤੇ ਹੁੰਦੇ ਹਨ। ਇਹ ਰੁਤਬਾ ਕੀ ਹੈ? ਸਥਿਤੀ ਹੀ ਹੈ। ਸੋ ਵੱਖ-ਵੱਖ ਰੁਤਬਿਆਂ ਤੇ ਹੋਣਾ ਤੇ ਉਸ ਤੋਂ ਬਾਅਦ ਆਪਣੇ ਫਰਜ਼ ਅਤੇ ਅਧਿਕਾਰਾਂ ਦੇ ਅਨੁਸਾਰ ਕੰਮ ਕਰਨਾ, ਜਾਂ ਜੋ ਇੱਕ ਵਿਅਕਤੀ ਦਾ ਅਧਿਕਾਰ ਹੈ ਜਾਂ ਜੋ ਉਸ ਤੋਂ ਕੰਮ ਦਿੱਤਾ ਗਿਆ ਹੈ ਉਹ ਕਰਨਾ ਹੀ ਕੀ ਹੈ? ਸਥਿਤੀ ਦਰਸਾਉਂਦਾ ਹੈ। ਸੋ ਇਸ ਦੀਆਂ ਪਰਿਭਾਸ਼ਾਵਾਂ ਦੇਖਾਂਗੇ। ਸਭ ਤੋਂ ਪਹਿਲਾਂ ਤਾਂ ਸੈਕਾਰਡ ਅਤੇ ਬਰਕਮੈਨ ਦੇ ਅਨੁਸਾਰ ਸਥਿਤੀ ਦੀ ਕੀ ਪਰਿਭਾਸ਼ਾ ਦਿੱਤੀ ਹੈ ਕਿ ਸਥਿਤੀ ਇੱਕ ਵਿਅਕਤੀ ਦੀ ਕੀਮਤ ਹੈ, ਜਿਵੇਂ ਕਿ ਇੱਕ ਸਮੂਹ ਜਾਂ ਵਿਅਕਤੀਆਂ ਦੀ ਇੱਕ ਸ਼੍ਰੇਣੀ ਦੁਆਰਾ ਅੰਦਾਜ਼ਾ ਲਗਾਇਆ ਜਾਂਦਾ ਹੈ। ਸੋ ਸੈਕਰਡ ਤੇ ਬਰਕਮੈਨ ਨੇ ਕੀ ਕਿਹਾ ਕਿ ਜੋ ਸਥਿਤੀ ਹੈ ਉਹ ਇੱਕ ਸਮੂਹ ਦੇ ਵਿੱਚ ਪਾਈ ਜਾਂਦੀ ਹੈ, ਜਾਂ ਸਮਾਜ ਦੇ ਜਿਵੇਂ ਵੱਖ-ਵੱਖ ਸਮੂਹ ਹੁੰਦੇ ਆ, ਉਵੇਂ ਹੀ ਹਰ ਇੱਕ ਸਮੂਹ ਦੇ ਵਿੱਚ ਇੱਕ ਵਿਅਕਤੀ ਦੀ ਸਥਿਤੀ ਦੱਸੀ ਜਾਏਗੀ। ਕੁਝ ਸਥਿਤੀਆਂ ਉੱਚੀਆਂ ਹੋਣਗੀਆਂ, ਉੱਚੀਆਂ ਮਤਲਬ ਉਹਨਾਂ ਦਾ ਦਰਜਾ ਸਮਾਜ ਦੇ ਵਿੱਚ ਉੱਚਾ ਹੋਏਗਾ, ਤੇ ਕਿਸੇ ਸਥਿਤੀ ਦਾ ਦਰਜਾ ਨੀਵਾਂ ਵੀ ਹੋ ਸਕਦਾ ਹੈ। ਸੋ ਸਥਿਤੀ ਇੱਕ ਕੀ ਹੈ? ਵਿਅਕਤੀ ਦੀ ਕੀਮਤ ਹੈ, ਇੱਕ ਉਸਦੀ ਵੈਲਿਊ ਹੈ, ਜਿਵੇਂ ਕਿ ਇੱਕ ਸਮੂਹ ਜਾਂ ਵਿਅਕਤੀਆਂ ਦੀ ਇੱਕ ਸ਼੍ਰੇਣੀ ਦੁਆਰਾ ਅੰਦਾਜ਼ਾ ਲਗਾਇਆ ਜਾਂਦਾ ਹੈ, ਦੂਸਰਿਆਂ ਦੇ ਕੰਪੈਰੀਜ਼ਨ ਕਰਕੇ ਦੱਸਿਆ ਜਾਂਦਾ ਹੈ ਕਿ ਹਾਂ ਇਸ ਵਿਅਕਤੀ ਦੀ ਸਥਿਤੀ ਸਮਾਜ ਦੇ ਵਿੱਚ ਉੱਚੀ ਹੈ ਜਾਂ ਨੀਵੀਂ ਸਥਿਤੀ, ਜਾਂ ਉਹ ਵਿਅਕਤੀ ਇੱਕ ਨੀਵਾਂ ਦਰਜਾ ਰੱਖਦਾ ਹੈ। ਸੋ ਔਗਮਨ ਅਤੇ ਨਿਮਕੋਫ ਨੇ ਵੀ ਇੱਕ ਪਰਿਭਾਸ਼ਾ ਦਿੱਤੀ ਹੈ, ਜਿਸ ਦੇ ਵਿੱਚ ਸਥਿਤੀ ਕੀ ਹੈ ਕਿ ਸਥਿਤੀ ਇੱਕ ਭੂਮਿਕਾ ਜਾਂ ਭੂਮਿਕਾਵਾਂ ਦੇ ਇੱਕ ਸਮੂਹ ਲਈ ਇੱਕ ਸਮੂਹ ਦੁਆਰਾ ਨਿਰਧਾਰਿਤ ਰੈਂਕ ਆਰਡਰ ਸਥਿਤੀ ਹੈ। ਸਮਾਜ ਕੀ ਹੈ? ਇੱਕ ਦਰਜਾਬੰਦੀ ਦੇ ਰੂਪ ਦੇ ਵਿੱਚ ਹੈ। ਹਰ ਇੱਕ ਵਿਅਕਤੀ ਨੂੰ ਇੱਕ ਦਰਜੇ ਤੇ ਰੱਖਿਆ ਹੋਇਆ ਹੈ ਔਰ ਉਹ ਵਿਅਕਤੀ ਉਸ ਦਰਜੇ ਦੇ ਉੱਤੇ ਰਹਿ ਕੇ ਕੰਮ ਕਰ ਰਿਹਾ ਹੈ, ਆਪਣੀਆਂ ਭੂਮਿਕਾਵਾਂ ਨਿਭਾ ਰਿਹਾ ਹੈ ਤੇ ਆਪਣੀ ਸਥਿਤੀ ਦੇ ਵਿੱਚ ਰਹਿ ਕੇ ਹੀ ਉਹ ਸਾਰੇ ਹੀ ਆਪਣੇ ਫੰਕਸ਼ਨਸ ਪ੍ਰੋਪਰਲੀ ਕਰ ਰਹੇ ਹਨ। ਇਸ ਕਰਕੇ ਸਥਿਤੀ ਉਹ ਭੂਮਿਕਾ ਹੈ ਜੋ ਇੱਕ ਵਿਅਕਤੀ ਸਮੂਹ ਦੇ ਵਿੱਚ ਰਹਿ ਕੇ, ਸਮਾਜ ਦੇ ਵਿੱਚ ਰਹਿ ਕੇ ਕਰ ਰਿਹਾ ਹੈ ਤੇ ਇੱਕ ਸਹੀ ਇਨਸਾਨ ਬਣ ਕੇ ਸਮਾਜ ਦੇ ਵਿੱਚ ਲੋਕਾਂ ਦੇ ਨਾਲ ਉਹ ਵਿਚਰ ਰਿਹਾ ਹੈ। ਕਿਉਂਕਿ ਜੇ ਅਸਲੀ ਮਾਇਨੇ ਦੇ ਵਿੱਚ ਦੇਖਿਆ ਜਾਵੇ ਤਾਂ ਸਮਾਜ ਵਿੱਚ ਹਰ ਇੱਕ ਵਿਅਕਤੀ ਦੀ ਹਰ ਇੱਕ ਸਥਿਤੀ ਹੁੰਦੀ ਹੈ। ਕੋਈ ਵੀ ਵਿਅਕਤੀ ਬਿਨਾਂ ਸਥਿਤੀ ਤੋਂ ਸਮਾਜ ਦੇ ਵਿੱਚ ਨਹੀਂ ਹੈ। ਇਸ ਦਾ ਮਤਲਬ ਕਿ ਭਾਵੇਂ ਕੋਈ ਕੰਮ ਛੋਟਾ ਹੈ, ਭਾਵੇਂ ਵੱਡਾ ਹੈ, ਕੋਈ ਵਿਅਕਤੀ ਅਮੀਰ ਹੈ ਜਾਂ ਗਰੀਬ ਹੈ, ਹਰ ਇੱਕ ਵਿਅਕਤੀ ਨੂੰ ਉਸਦੀ ਸਥਿਤੀ ਸਮਾਜ ਦੁਆਰਾ ਦਿੱਤੀ ਗਈ ਹੈ, ਜੋ ਇਸ ਸਮਾਜ ਦੀ ਜੋ ਦਰਜਾਬੰਦੀ ਹੈ ਉਸਦੇ ਵਿੱਚ ਪਾਈ ਜਾਂਦੀ ਹੈ।
ਸੋ ਦਰਜਾਬੰਦੀ ਕੀ ਹੈ? ਇਹ ਇੱਕ ਤਰ੍ਹਾਂ ਦੀ ਹਾਇਰਾਰਕੀ ਹੈ ਕਿ ਇੱਕ ਹਰ ਇੱਕ ਦਰਜੇ ਦੇ ਉੱਤੇ ਇੱਕ ਵਿਅਕਤੀ ਨੂੰ ਰੱਖਿਆ ਗਿਆ ਹੈ। ਸੋ ਜੋ ਇੱਕ ਵਿਅਕਤੀ ਭੂਮਿਕਾ ਨਿਭਾਏਗਾ ਉਸੇ ਢੰਗ ਦੇ ਨਾਲ ਉਸਨੂੰ ਉਹ ਦਰਜਾ ਸਮਾਜ ਦੇ ਵਿੱਚ ਦੇ ਦਿੱਤਾ ਜਾਏਗਾ ਜਾਂ ਉਹ ਪੋਜੀਸ਼ਨ ਉਸਨੂੰ ਸੁਸਾਇਟੀ ਦੇ ਵਿੱਚ ਉਹਨੂੰ ਦੇ ਦਿੱਤੀ ਜਾਏਗੀ। ਇਸ ਕਰਕੇ ਸਥਿਤੀ ਵਿਅਕਤੀਆਂ ਦੇ ਸਮੂਹ ਦੇ ਵਿੱਚ ਪਾਇਆ ਗਿਆ ਸਥਾਨ ਹੈ। ਇੱਕ ਉਹ ਸਥਾਨ, ਇੱਕ ਉਹ ਪਲੇਸ ਜਾਂ ਇੱਕ ਉਹ ਪੋਜੀਸ਼ਨ ਜੋ ਵਿਅਕਤੀਆਂ ਦੇ ਸਮੂਹ ਦੇ ਵਿੱਚ ਪਾਈ ਗਈ ਹੈ। ਉਹ ਸਮੂਹ ਜਿਸ ਦੇ ਵਿੱਚ ਦੋ ਜਾਂ ਦੋ ਤੋਂ ਵੱਧ ਵਿਅਕਤੀ ਹੋਣਗੇ ਤੇ ਉਸ ਦੇ ਵਿੱਚ ਵਿਅਕਤੀਆਂ ਦੀ ਸਥਿਤੀ ਦਰਸਾਈ ਗਈ ਹੋਏਗੀ, ਵਿਅਕਤੀਆਂ ਨੂੰ ਉਹਦਾ ਕੰਮ ਦੱਸਿਆ ਗਿਆ ਤੇ ਉਹੀ ਸਥਿਤੀ ਹੈ। ਇਸ ਤੋਂ ਬਾਅਦ ਵਿਅਕਤੀ ਨੂੰ ਵਿਸ਼ੇਸ਼ ਨਿਯਮ ਦੇ ਦੁਆਰਾ ਇੱਕ ਸਥਾਨ ਪ੍ਰਾਪਤ ਕੀਤਾ ਜਾਂਦਾ ਹੈ। ਮਤਲਬ ਇੱਕ ਵਿਅਕਤੀ ਇੱਕ ਨਿਯਮਾਂ ਦੇ ਅਨੁਸਾਰ ਆਪਣਾ ਕੰਮ ਕਰ ਰਿਹਾ ਹੈ ਤੇ ਉਸ ਨੂੰ ਇੱਕ ਸਥਾਨ ਦਿੱਤਾ ਗਿਆ ਹੈ। ਉਦਾਹਰਨ ਦੇ ਤੌਰ ਤੇ ਜੇ ਇੱਕ ਪੁरुष है तो वो पिता की भूमिका भी निभा रहा है या उसका जो स्थिति है वो एक पिता भी है, वो किसी का पति भी है, किसी का वो दोस्त भी हो सकता है, किसी का बॉस भी है या किसी कंपनी का एम्पलॉयर भी हो सकता है। इसका मतलब किसी क्लब का मैंबर हो सकता है, किसी का पुत्र हो सकता है। सो इसके अर्थ ये आप लैके चलांगे कि समाज दे विच एक व्यक्ति की सिर्फ एक ही स्थिति नहीं होएगी बल्कि वो ਵੱਖ-ਵੱਖ ਸਮੂਹਾਂ ਦਾ ਹਿੱਸਾ ਹੋ ਕੇ ਵੱਖ-ਵੱਖ ਸਥਿਤੀਆਂ ਦੇ ਵਿੱਚ ਉਹ ਸਮਾਜ ਦੇ ਵਿੱਚ ਵਿਚਰ ਸਕਦਾ ਹੈ ਜਾਂ ਸਮਾਜ ਦੇ ਵਿੱਚ ਉਹ ਅੱਗੇ ਚੱਲ ਸਕਦਾ ਹੈ। ਸੋ ਅੱਗੇ ਚੱਲਾਂਗੇ ਸਥਿਤੀ ਦੀਆਂ ਕਿਸਮਾਂ, ਕਿਉਂਕਿ ਸਥਿਤੀ ਜੋ ਹੈ ਉਹ ਇੱਕ ਪੋਜੀਸ਼ਨ ਦਿੱਤੀ ਗਈ ਹੈ ਲੋਕਾਂ ਦੁਆਰਾ ਇੱਕ ਵਿਅਕਤੀ ਨੂੰ ਦੱਸਿਆ ਗਿਆ ਹੈ ਕਿ ਉਸਦੀ ਇਹ ਸਥਿਤੀ ਹੈ ਤੇ ਉਸਨੇ ਇਸ ਸਥਿਤੀ ਦੇ ਅਨੁਸਾਰ ਜੋ ਉਹਨੂੰ ਨਿਯਮ ਦਿੱਤੇ ਗਏ ਹਨ, ਨਿਰਧਾਰਿਤ ਨਿਯਮ ਦਿੱਤੇ ਗਏ ਹਨ, ਉਹਨਾਂ ਦੇ ਅਨੁਸਾਰ ਹੀ ਕੰਮ ਕਰਨਾ ਹੈ। ਇਸ ਕਰਕੇ ਸਮਾਜ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਕਿ ਹਰ ਇੱਕ ਵਿਅਕਤੀ ਕਈ ਤਰ੍ਹਾਂ ਦੀਆਂ ਸਥਿਤੀਆਂ ਦੇ ਉੱਤੇ ਹੈ ਤੇ ਕੁਝ ਸਥਿਤੀਆਂ ਉਸਦੇ ਜ਼ਿੰਦਗੀ ਦੇ ਵਿੱਚ, ਸਮਾਜ ਦੇ ਵਿੱਚ ਉਸ ਲਈ ਜ਼ਿਆਦਾ ਮਹੱਤਵਪੂਰਨ ਹੈ ਤੇ ਕੁਝ ਘੱਟ ਮਹੱਤਵਪੂਰਨ ਵੀ ਹੁੰਦੀਆਂ ਹਨ। ਇਸ ਕਰਕੇ ਸਥਿਤੀ ਸਮਾਜ ਦੁਆਰਾ ਸਵੀਕਾਰਿਤ ਕੀਤੀ ਗਈ ਇੱਕ ਕੰਮ ਹੈ ਜਾਂ ਇੱਕ ਕਿਆ ਕਹਿ ਸਕਦੇ ਹੋ ਵਿਅਕਤੀ ਦੀ ਭੂਮਿਕਾ ਹੈ ਜੋ ਉਹ ਸਮਾਜ ਦੇ ਵਿੱਚ ਨਿਭਾ ਰਿਹਾ ਹੈ। ਸੋ ਇੱਥੇ ਹੁਣ ਸਥਿਤੀ ਦੀਆਂ ਕਿਸਮਾਂ ਦੇਖਾਂਗੇ। ਸੋ ਸਥਿਤੀ ਦੋ ਢੰਗ ਦੇ ਨਾਲ ਸਮਾਜ ਦੇ ਵਿੱਚ ਦੇਖਣ ਨੂੰ ਮਿਲਦੀ ਹੈ, ਲੋਕਾਂ ਦੇ ਵਿੱਚ ਦੇਖਣ ਨੂੰ ਮਿਲਦੀ ਹੈ। ਸਭ ਤੋਂ ਪਹਿਲਾਂ ਤਾਂ ਪ੍ਰਦਤ, ਜਿਸ ਨੂੰ ਅਸਕ੍ਰਾਈਬਡ ਸਟੇਟਸ ਕਿਹਾ ਜਾਂਦਾ ਹੈ। ਸੋ ਇਹ ਉਸ ਤਰ੍ਹਾਂ ਦੀ ਸਥਿਤੀ ਹੈ ਜੋ ਇੱਕ ਵਿਅਕਤੀ ਨੂੰ ਜਨਮ ਤੋਂ ਮਿਲ ਜਾਂਦੀ ਹੈ ਔਰ ਮੌਤ ਤੱਕ ਉਸਦੇ ਨਾਲ ਚੱਲਦੀ ਹੈ। ਤੇ ਇਹ ਜੋ ਅਸਕ੍ਰਾਈਬਡ ਸਟੇਟਸ ਹੈ, ਇਹ ਪ੍ਰਦਤ ਸਥਿਤੀ ਹੈ, ਇਹ ਵਿਅਕਤੀ ਆਪਣੀ ਬਦਲ ਨਹੀਂ ਸਕਦਾ। ਇਸ ਦਾ ਮਤਲਬ ਕਿ ਇੱਕ ਵਿਅਕਤੀ ਦੇ ਆਪਣੇ ਹੱਥ ਵਿੱਚ ਕੁਝ ਨਹੀਂ ਹੈ, ਉਹ ਇਹ ਸਭ ਕੁਝ ਕੁਦਰਤ ਦੇ ਹੱਥ ਵਿੱਚ ਹੈ। ਜਿਵੇਂ ਉਦਾਹਰਨ ਹੈ ਉਮਰ, ਨਸਲ, ਲਿੰਗ, ਇਸਤਰੀ ਜਾਂ ਪੁਰਸ਼, ਚਮੜੀ ਦਾ ਰੰਗ ਜਾਂ ਉਸਦੀ ਜਾਤੀ ਕੀ ਹੈ। ਸੋ ਇਹ ਏਦਾਂ ਦੀਆਂ ਚੀਜ਼ਾਂ ਹੈ ਜਿਵੇਂ ਉਮਰ ਹੈ, ਨਸਲ ਜਾਂ ਲਿੰਗ, ਜੋ ਇੱਕ ਵਿਅਕਤੀ ਜਿਸ ਚੀਜ਼ ਦੇ ਨਾਲ ਉਸਦਾ ਜਨਮ ਹੋਇਆ ਉਹਦਾ ਜੋ ਸਟੇਟਸ ਹੈ, ਜੋ ਉਹਦੀ ਸਥਿਤੀ ਹੈ, ਪ੍ਰਦਤ ਸਥਿਤੀ ਹੈ, ਉਹ ਉਦਾਂ ਹੀ ਬਰਕਰਾਰ ਰਹੇਗੀ ਪੂਰੀ ਜ਼ਿੰਦਗੀ। ਇਸ ਦਾ ਮਤਲਬ ਜਨਮ ਤੋਂ ਲੈ ਕੇ ਮੌਤ ਤੱਕ ਇੱਕ ਵਿਅਕਤੀ ਨੂੰ ਜੋ ਉਸਦੀ ਉਮਰ ਦਿੱਤੀ ਗਈ ਹੈ, ਜੋ ਨਸਲ ਹੈ ਉਸਦੀ, ਜੋ ਲਿੰਗ ਹੈ, ਕੋਈ ਚਮੜੀ ਦਾ ਰੰਗ ਹੈ, ਕਾਲਾ, ਗੋਰਾ ਜਾਂ ਕੋਈ ਵੀ ਆਪਾਂ ਕਹਿ ਸਕਦੇ ਹਾਂ, ਜਾਂ ਜੋ ਉਸਦੀ ਜਾਤੀ ਹੈ, ਭਾਵੇਂ ਉਹ ਬ੍ਰਾਹਮਣ ਹੈ, ਖੱਤਰੀ, ਵੈਸ਼ ਜਾਂ ਸ਼ੂਦਰ ਹੈ। ਸੋ ਇਹ ਏਦਾਂ ਦੀਆਂ ਚੀਜ਼ਾਂ ਹੈ ਜੋ ਜਨਮ ਤੋਂ ਮਿਲ ਜਾਂਦੀਆਂ ਤੇ ਮੌਤ ਤੱਕ ਉਹ ਚੀਜ਼ਾਂ ਨਾਲ ਹੀ ਚੱਲਦੀਆਂ। ਇੱਕ ਵਿਅਕਤੀ ਚਾਹੁੰਦਾ ਹੋਇਆ ਵੀ ਆਪਣੀ ਉਮਰ ਨੂੰ ਨਹੀਂ ਬਦਲ ਸਕਦਾ, ਆਪਣੀ ਨਸਲ ਨਹੀਂ ਬਦਲ ਸਕਦਾ ਤੇ ਨਾ ਹੀ ਆਪਣੀ ਚਮੜੀ ਦਾ ਰੰਗ ਬਦਲ ਸਕਦਾ। ਇਸ ਕਰਕੇ ਇਹ ਦੇਖਣ ਨੂੰ ਮਿਲਿਆ ਕਿ ਜੋ ਪ੍ਰਦਤ ਸਥਿਤੀ ਹੈ ਇਹ ਕੁਦਰਤ ਦੁਆਰਾ ਦਿੱਤੀ ਗਈ ਹੈ, ਇੱਕ ਵਿਅਕਤੀ ਦੇ ਆਪਣੇ ਹੱਥ ਵਿੱਚ ਨਹੀਂ ਹੁੰਦੀ ਬਲਕਿ ਕੁਦਰਤ ਦੁਆਰਾ ਹੀ ਇਹ ਚੀਜ਼ਾਂ ਵਿਅਕਤੀ ਨੂੰ ਦਿੱਤੀਆਂ ਜਾਂਦੀਆਂ ਹਨ। ਇਸ ਤੋਂ ਬਾਅਦ ਦੂਸਰੀ ਜਿਹੜੀ ਕਿਸਮ ਹੈ ਉਹ ਹੈ ਅਰਜਿਤ ਮਤਲਬ ਅਚੀਵਡ ਸਟੇਟਸ। ਅਚੀਵਡ ਨਾਮ ਤੋਂ ਹੀ ਪਤਾ ਲੱਗ ਰਿਹਾ ਜੋ ਚੀਜ਼ਾਂ ਇੱਕ ਵਿਅਕਤੀ ਸਮਾਜ ਦੇ ਵਿੱਚ ਰਹਿ ਕੇ ਪ੍ਰਾਪਤ ਕਰਦਾ ਹੈ, ਪ੍ਰਾਪਤ ਸਥਿਤੀ ਵੀ ਬੋਲ ਸਕਦੇ ਹੋ। ਸੋ ਕੁਝ ਚੀਜ਼ਾਂ ਜੋ ਅਚੀਵ ਕਰ ਰਿਹਾ ਹੈ, ਜੋ ਪ੍ਰਾਪਤ ਕਰ ਰਿਹਾ ਹੈ, ਇਸ ਦਾ ਮਤਲਬ ਕਿ ਜੋ ਅਰਜਿਤ ਸਥਿਤੀ ਹੈ ਉਹ ਇੱਕ ਵਿਅਕਤੀ ਦੇ ਆਪਣੇ ਹੱਥ ਵਿੱਚ ਹੈ। ਉਦਾਹਰਨ ਦੇ ਤੌਰ ਤੇ ਨੌਕਰੀ, ਕੋਈ ਕਲਾਸ ਦਾ ਮਤਲਬ ਕਿ ਉਸਦਾ ਕੀ ਵਰਗ ਹੈ, ਉੱਚ ਵਰਗ ਹੈ, ਮੱਧ ਵਰਗ ਜਾਂ ਨੀਵਾਂ ਵਰਗ, ਉਸਦਾ ਕੀਤਾ ਮੀਨਸ ਆਕੂਪੇਸ਼ਨ, ਸਿੱਖਿਆ ਜਾਂ ਜੀਵਨ ਸ਼ੈਲੀ, ਲਾਈਫ ਸਟਾਈਲ ਹੈ, ਪਰਸਨੈਲਿਟੀ ਹੋ ਸਕਦੀ ਹੈ, ਨੌਕਰੀ ਜਾਂ ਕੋਈ ਵੀ ਉਹਦਾ ਵਰਗ ਜਿਸ ਵਰਗ ਨਾਲ ਉਹ ਸੰਬੰਧਿਤ ਹੈ, ਜਾਂ ਕੋਈ ਵੀ ਉਸਨੇ ਸਿਖਲਾਈ ਲਿੱਤੀ ਹੋਈ ਹੈ, ਕੋਈ ਸਪੈਸ਼ਲ ਟ੍ਰੇਨਿੰਗ ਜਾਂ ਸਕਿੱਲਸ ਲਿੱਤੀਆਂ ਹੋਈਆਂ। ਸੋ ਇਹ ਸਾਰੀਆਂ ਚੀਜ਼ਾਂ ਕੀ ਹੈ ਇੱਕ ਵਿਅਕਤੀ ਦੀ ਅਰਜਿਤ ਸਥਿਤੀ ਦੇ ਅਧੀਨ ਆ ਜਾਂਦੀ ਹੈ, ਜਿਸ ਦੇ ਵਿੱਚ ਇਹ ਪਤਾ ਲੱਗਦਾ ਹੈ ਕਿ ਇੱਕ ਵਿਅਕਤੀ ਨੂੰ ਜੋ ਅਰਜਿਤ ਸਥਿਤੀ ਹੈ ਉਹ
ਕੁਦਰਤ ਦੁਆਰਾ ਨਹੀਂ ਮਿਲੀ ਹੋਈ, ਬਲਕਿ ਇੱਕ ਵਿਅਕਤੀ ਨੇ ਆਪ ਸਮਾਜ ਦੇ ਵਿੱਚ ਰਹਿ ਕੇ ਮਿਹਨਤ ਕਰਕੇ ਆਪਣੀਆਂ ਯੋਗਤਾਵਾਂ ਦੇ ਅਨੁਸਾਰ ਇਹ ਚੀਜ਼ਾਂ ਨੂੰ ਹਾਸਲ ਕੀਤਾ ਹੈ। ਇਸ ਕਰਕੇ जो अर्जित स्थिति है वो व्यक्ति आप हासिल करता है, लेकिन जो प्रदत्त स्थिति है जिसको अस्क्राइब्ड स्टेटस कहा जाता है, यह बाय बर्थ होंदी है। यह बाय बर्थ मतलब जन्म तो ही मिलती है। ते अर्जित है जो वो दैट इज बाय योर ओन चॉइस, वो एक व्यक्ति दे अपने हथ विच हुंदी है, वो आप मेहनत करके चीज़ां नूं हासिल करता है। जिवें कोई भी नौकरी हासिल करना, पैसे वध कमा के अपर क्लास दे विच या उच्च वर्ग दे विच जाना, या जे गरीब है तां मेहनत नहीं कर रहा, गरीबी है तां वो नीवें वर्ग दे विच आ जाता है, या कोई भी कीता अपना रहा है, कोई डॉक्टर लॉयर कोई होर प्रोफैशनल, कोई टीचर बन रहा है, कोई एडवोकेट बन रहा है। सो इहदा मतलब कि कोई भी कीता है, कोई भी ऑक्यूपेशन है एक व्यक्ति की, उसके अपने हथ विच हुंदी है। उदाहरण के तौर पर कहांगे कि जे एक व्यक्ति वधिया मेहनत कर रहा है तो उसका कीता भी उच्चा हो जाएगा, जे मेहनत कोई नहीं कर रहा या वो मेहनत करने के योग ही नहीं है तो उसका ऑटोमैटिकली ही जो कीता है वो नीवा उसको दे दिता जाएगा। तो सिक्ख्या भी इस दे नाल नाल जीवन शैली। सो ये हो गई इसदियां किस्मां। सो इस तो बाद विशेषतावां तो पहला मैं एक होर गल जरूर इत्थे कहना चाहांगी कि जो एक स्थिति है व्यक्ति की है, व्यक्ति जिस समूह का मैंबर हुंदा है वो उसनों उसे समूह की स्थिति मिल जाती है या वो ही उसकी स्थिति हो जाती है। उदाहरण के तौर पर जे एक परिवार की गल करिए, परिवार दे विच माता पिता, सो माता पिता ते उन्हां दे बच्चे जे एक परिवार का हिस्सा है, वो एक समाज दे विच समूह है, उस समूह दे विच एक पुरुष नूं पिता का अधिकार या पिता का स्टेटस मिल गया, जिस स्थिति मिल गई, ते जो एक औरत है उसनों माता की स्थिति प्रदान हुई है। सो इसका मतलब कि ऐदा समाज दे विच स्थितियां लोकां नूं दित्तियां जांदियां ते समाज दे विच जद लोग वख-वख समूहां दा हिस्सा बनदे हैं, सो उस दे नाल स्थिति ऑटोमैटिकली ही आपे ही एक व्यक्ति नूं मिल जाती है, क्योंकि स्थिति के द्वारा ही व्यक्ति नूं उच्चा या नीवा जाणिया जाता है समाज दे विच। जे वो काम या जिवें जे एग्जाम्पल करिए, क्योंकि आप हमेशा कहते हैं कि कोई भी काम उच्चा या नीवा नहीं होंदा, लेकिन इत्थे स्थिति की गल हो रही है तो स्थिति जे जाननी होगी तो दूसरिਆਂ दे नाल कंपेयर करके देखा जाएगा कि एक व्यक्ति किस अहुदे ते है, किस रुतबे ते है या वो किस वर्ग दे विच पाया जाता है। इस करके एक व्यक्ति की पोजीशन नूं जज करने लई जरूरी है कि दूजिਆਂ दे नाल उसकी तुलना की जाए। कि कोई गेटकीपर जिवें एग्जाम्पल जे आपां उदाहरण लईए किसी कॉलेज का, एक तो कॉलेज का प्रिंसीपल है, फिर प्रोफैसर्स हैं, सुपरिटेंडेंट है, या उस तो इलावा स्वीपर्स हैं, गेटकीपर है, पीएन है, सो या गार्डनर है। सो इसका मतलब कि वख-वख लोकां नूं अलग-अलग स्थिति के उत्ते रखा गया है। सो जिसका जो काम होएगा उसको वही स्थिति दे दी जाएगी। जिवें जे प्रिंसीपल है तो उसकी स्थिति उच्ची हो जाएगी, या जे गेटकीपर या पीएन या स्वीपर है तो उन्होंने स्थिति समाज दे विच उस समूह दे विच नीवी स्थिति हो जाएगी। उस समूह दे विच भावें एक व्यक्ति की नीवी स्थिति है एज अ गेटकीपर, पर जब वो अपने घर अपने परिवार दूसरे समूह के प्रवेश करेगा तो उत्थे उसकी स्थिति उच्ची भी हो सकती है, जिवें माँ या पिता। सो किसी स्थिति का स्थान उच्चा भी हो सकता है तो किसी का नीवा भी। तो कुछ पद मतलब स्थिति, सो कुछ पद की है महत्वपूर्ण भी होंगे हैं ते कई घट महत्वपूर्ण भी होंगे हैं। सो हुण अगे चलांगे इसदियां विशेषतावां दे विच। सो विशेषतावां दे विच देखा जाएगा कि जो व्यक्ति सब तो पहला की है समूह की स्थिति मनुख की स्थिति समाज के सभ्याचार द्वारा निर्धारित की जाती है। सो पहले दिन तो ये चीज़ां चल रही हैं कि जो सभ्याचार है वो एक व्यक्ति दी जिंदगी का हिस्सा है। सभ्याचार संस्कृति एक व्यक्ति की जिंदगी का हिस्सा है, जिस करके मनुख की जो स्थिति है वो सभ्याचार दे समाज के सभ्याचार द्वारा निर्धारित की जाती है। क्योंकि सभ्याचार दे विच संस्कृति दे विच वो किस तरह तरीके का काम कर रहा है, उसका दर्जा किस ढंग का है, या फिर वो किवें अपना किता अपना रहा है या कर रहा है। सो ये सारिया चीज़ों तो पता लगेगा कि मनुख की स्थिति किस तरह की है, उच्ची या नीवी। इस करके सभ्याचार दे विच रह के संस्कृति दे विच रह के एक व्यक्ति को उसकी स्थिति पता लग जाती है या उसनों दे दी जाती है। अगे है कि असी दूजे व्यक्तियों की स्थिति के मुकाबले व्यक्ति की स्थिति को ही समझ सकते हैं। जब तक दूसरे व्यक्तियों के नाल आपां उसकी तुलना नहीं करांगे तब तक एक व्यक्ति को अपनी स्थिति का नहीं पता लगेगा कि वो स्थिति दूजिਆਂ के अनुसार उच्ची है या नीवी।
ਸਮਾਜ ਵਿੱਚ ਹਰ ਰੁਤਬੇ ਦਾ ਸਥਾਨ ਹੁੰਦਾ ਹੈ। ਹੁਣ ਇਹ ਕਹਿਣਾ ਇੱਥੇ ਬਿਲਕੁਲ ਗਲਤ ਹੋ ਜਾਏਗਾ ਕਿ ਜਿਸ ਦਾ ਰੁਤਬਾ ਉੱਚਾ ਹੈ ਜਾਂ ਜਿਸ ਦੀ ਸਥਿਤੀ ਉੱਚੀ ਹੈ ਉਸ ਦੀ ਹੀ ਇੰਪੋਰਟੈਂਸ ਵੱਧ ਹੈ ਤੇ ਨੀਵੇਂ ਦੀ ਇੰਪੋਰਟੈਂਸ ਘੱਟ ਹੈ। ਨਹੀਂ, ਇਹ ਏਦਾਂ ਦੀਆਂ ਚੀਜ਼ਾਂ ਇੱਥੇ ਨਹੀਂ ਹੈ, ਕਿਉਂਕਿ ਕੋਈ ਵੀ ਰੁਤਬਾ ਹੈ ਉਸਦੀ ਆਪਣੀ ਇੱਕ ਜਗ੍ਹਾ ਹੈ ਇਸ ਸਮਾਜ ਦੇ ਵਿੱਚ ਜਾਂ ਕਿਸੇ ਸਮੂਹ ਦੇ ਵਿੱਚ। ਸੋ ਉਵੇਂ ਹੀ ਸਮਾਜ ਦੇ ਵਿੱਚ ਹਰ ਰੁਤਬੇ ਦਾ ਇੱਕ ਸਥਾਨ ਹੁੰਦਾ ਹੈ, ਜਿਸ ਦੇ ਅਨੁਸਾਰ ਇੱਕ ਵਿਅਕਤੀ ਕੰਮ ਕਰਦਾ ਹੈ, ਆਪਣੀ ਭੂਮਿਕਾ ਨਿਭਾ ਰਿਹਾ ਹੈ ਤੇ ਇੱਕ ਸਮਾਜ ਦਾ ਹਿੱਸਾ ਬਣ ਰਿਹਾ ਹੈ। ਕਿਉਂਕਿ ਜਿਵੇਂ ਜਿਵੇਂ ਵਿਅਕਤੀ ਦਾ ਸਮਾਜਿਕ ਪਦ ਦੇ ਵਿੱਚ ਵਾਧਾ ਹੁੰਦਾ ਹੈ ਜਾਂ ਉਸਦੀ ਸਥਿਤੀ ਦੇ ਵਿੱਚ ਵਾਧਾ ਹੁੰਦਾ ਹੈ, ਉਸ ਤਰ੍ਹਾਂ ਹੀ ਸਮਾਜ ਦੇ ਵਿੱਚ ਉਸਦੀ ਇੱਜ਼ਤ ਪਹਿਲਾਂ ਨਾਲੋਂ ਵੀ ਵੱਧ ਜਾਂਦੀ ਹੈ। ਜਿਵੇਂ ਕਿ ਜੇ ਕੋਈ ਟੀਚਰ ਹੈ ਤਾਂ ਉਹ ਟੀਚਰ ਦੇ ਅਹੁਦੇ ਤੋਂ ਪ੍ਰਿੰਸੀਪਲ ਜੇ ਬਣ ਗਿਆ ਤਾਂ ਇਹਦਾ ਮਤਲਬ ਜਿਵੇਂ ਜਿਵੇਂ ਉਸਦੀ ਸਥਿਤੀ ਦੇ ਵਿੱਚ ਵਾਧਾ ਹੋਏਗਾ ਉਵੇਂ ਉਵੇਂ ਸਮਾਜ ਦੇ ਵਿੱਚ ਜਾਂ ਉਸ ਸਮੂਹ ਦੇ ਵਿੱਚ ਜਾਂ ਬਾਕੀ ਵਿਅਕਤੀਆਂ ਦੇ ਸਾਹਮਣੇ ਉਸ ਵਿਅਕਤੀ ਦੀ ਇੱਜ਼ਤ ਵੀ ਆਪਣੀ ਸਥਿਤੀ ਦੇ ਅਨੁਸਾਰ ਵੱਧ ਜਾਂਦੀ ਹੈ। ਸੋ ਅੱਗੇ ਚੱਲਾਂਗੇ। ਹੋਰ ਵਿਸ਼ੇਸ਼ਤਾਵਾਂ ਹੈ ਕਿ ਜੋ ਸਥਿਤੀ ਹੈ ਉਹ ਵਿਅਕਤੀ ਦੀ ਸਮਾਜਿਕ ਸਥਿਤੀ ਦੀ ਵਿਆਖਿਆ ਕਰਦੀ ਹੈ, ਕਿਉਂਕਿ ਜੋ ਸਥਿਤੀ ਹੈ ਉਹ ਇੱਕ ਵਿਅਕਤੀ ਨੂੰ ਸਮਾਜ ਦੇ ਵਿੱਚ ਦਿੱਤੀ ਗਈ ਹੈ। ਇਸ ਕਰਕੇ ਸਮਾਜ ਦੇ ਵਿੱਚ ਦਿੱਤੀ ਗਈ ਸਥਿਤੀ ਜਿਸ ਨੂੰ ਵਿਅਕਤੀ ਚੰਗੇ ਢੰਗ ਦੇ ਨਾਲ ਨਿਭਾ ਰਿਹਾ ਹੈ ਔਰ ਭੂਮਿਕਾਵਾਂ ਨਾਲ ਆਪਣੀ ਜੋ ਭੂਮਿਕਾ ਹੈ, ਆਪਣਾ ਜੋ ਰੋਲ ਹੈ ਉਸ ਨਾਲ ਜੋੜ ਕੇ ਨਿਭਾ ਰਿਹਾ ਹੈ, ਸੋ ਉਹੀ ਇੱਕ ਵਿਅਕਤੀ ਦੀ ਸਥਿਤੀ ਹੋਏਗੀ। ਕਿਉਂਕਿ ਸਥਿਤੀ ਵਿਅਕਤੀ ਨੂੰ ਸਮਾਜ ਦੇ ਵਿੱਚ ਇੱਕ ਸਟੇਟਸ ਦਿੰਦੀ ਹੈ, ਇੱਕ ਪੋਜੀਸ਼ਨ ਦਿੰਦੀ ਹੈ, ਇੱਕ ਲੈਵਲ ਦਿੰਦੀ ਹੈ ਜਿਸ ਦੇ ਅਨੁਸਾਰ ਵਿਅਕਤੀ ਕੰਮ ਕਰ ਰਿਹਾ ਹੈ। ਉਦਾਹਰਨ ਦੇ ਤੌਰ ਤੇ ਕਿ ਜੇ ਕੋਈ ਹਸਬੈਂਡ ਜਾਂ ਵਾਈਫ ਜਾਂ ਪਤੀ ਜਾਂ ਪਤਨੀ ਹੈ, ਸੋ ਉਹਨਾਂ ਨੂੰ ਵਿਆਹ ਤੋਂ ਬਾਅਦ ਉਹਨਾਂ ਨੂੰ ਇੱਕ ਸਥਿਤੀ ਮਿਲ ਜਾਂਦੀ ਹੈ ਕਿ ਇਹ ਪਤੀ ਹੈ ਤੇ ਇੱਕ ਪਤਨੀ। ਜਾਂ ਕੋਈ ਟੀਚਰ ਹੈ, ਕੋਈ ਲਾਇਰ ਹੈ, ਐਡਵੋਕੇਟ, ਕੋਈ ਡਾਕਟਰ ਹੈ ਜਾਂ ਕੋਈ ਹੋਰ ਪ੍ਰੋਫੈਸ਼ਨਲਿਸਟ ਹੈ, ਕੋਈ ਕੰਪਨੀ ਦਾ ਬਿਜ਼ਨਸਮੈਨ ਹੈ। ਸੋ ਇਹਦਾ ਮਤਲਬ ਕਿ ਏਦਾਂ ਵੱਖ-ਵੱਖ ਸਥਿਤੀਆਂ ਵਿਅਕਤੀ ਨੂੰ ਸਮਾਜ ਦੇ ਵਿੱਚ ਮਿਲ ਜਾਂਦੀਆਂ ਤੇ ਉਹ ਆਪਣੀਆਂ ਭੂਮਿਕਾਵਾਂ ਉਦਾਂ ਹੀ ਨਿਭਾਉਣੀਆਂ ਸ਼ੁਰੂ ਕਰ ਦਿੰਦੇ ਹਨ। ਅੱਗੇ ਚੱਲਾਂਗੇ। ਰੁਤਬਾ ਸਤਿਕਾਰ ਅਤੇ ਨਿਰਾਦਰ ਦਿੰਦਾ ਹੈ। ਇੱਕ ਵਿਅਕਤੀ ਦਾ ਰੁਤਬਾ ਜੋ ਸਮਾਜ ਦੇ ਵਿੱਚ ਉਸਦਾ ਰੁਤਬਾ ਹੈ, ਭਾਵੇਂ ਉਹ ਰੁਤਬਾ ਉੱਚਾ ਹੋਏ ਜਾਂ ਨੀਵਾਂ ਹੋਏ, ਸੋ ਉਹ ਇੱਕ ਵਿਅਕਤੀ ਨੂੰ ਕੀ ਕਰਦਾ ਹੈ, ਸਨਮਾਨ ਵੀ ਦਿੰਦਾ ਹੈ ਤੇ ਨਿਰਾਦਰ ਵੀ ਦਿੰਦਾ ਹੈ, ਕਿਉਂਕਿ ਇਹ ਦੋਨੋਂ ਚੀਜ਼ਾਂ ਨਾਲ ਦੀ ਨਾਲ ਚੱਲਦੀਆਂ ਰਹਿਣਗੀਆਂ। ਜਿਵੇਂ ਪਹਿਲਾਂ ਵੀ ਗੱਲ ਹੋਈ ਸੀ ਕਿ ਕੁਝ ਸਥਿਤੀਆਂ ਸਮਾਜ ਦੇ ਵਿੱਚ ਮਹੱਤਵਪੂਰਨ ਹੁੰਦੀਆਂ ਤੇ ਕੁਝ ਘੱਟ ਮਹੱਤਵਪੂਰਨ ਹੁੰਦੀਆਂ, ਜਾਂ ਕੁਝ ਅਹੁਦੇ ਉੱਚੇ ਹੁੰਦੇ ਆ ਸਮਾਜ ਦੇ ਵਿੱਚ ਜਾਂ ਕੁਝ ਨੀਵੇਂ ਹੁੰਦੇ ਆ। ਸੋ ਇਸ ਦਾ ਮਤਲਬ ਕਿ ਜੋ ਰੁਤਬਾ ਹੈ ਇੱਕ ਵਿਅਕਤੀ ਨੂੰ, ਉਸਦਾ ਜੋ ਸਟੇਟਸ ਹੈ ਜਾਂ ਉਹਦੀ ਜੋ ਪੋਜੀਸ਼ਨ ਸਮਾਜ ਦੇ ਵਿੱਚ ਦਿੱਤੀ ਗਈ ਹੈ, ਉਹ ਉਸਨੂੰ ਕਈ ਰੁਤਬਿਆਂ ਨੂੰ ਸਤਿਕਾਰ ਮਿਲਦਾ ਹੈ ਤੇ ਕਈਆਂ ਨੂੰ ਨਿਰਾਦਰ ਵੀ ਦੇਖਣ ਨੂੰ ਮਿਲਦਾ ਹੈ। ਸੋ ਇਹ ਕਿਹੜੀ ਵਿਸ਼ੇਸ਼ਤਾ ਹੋ ਜਾਏਗੀ। ਸੋ ਇੱਕ ਵਿਅਕਤੀ ਕਈ ਅਹੁਦਿਆਂ ਤੇ ਵੀ ਹੋ ਸਕਦਾ ਹੈ। ਇਹ ਬਹੁਤ ਹੀ ਇੰਪੋਰਟੈਂਟ ਪੁਆਇੰਟ ਹੈ ਕਿ ਜੋ ਸਥਿਤੀ ਹੈ ਉਹ ਵਿਅਕਤੀ ਦੀ ਸਥਿਤੀ ਦੀ ਗੱਲ ਹੁੰਦੀ ਹੈ। ਜੇ ਇੱਕ ਪੁਰਸ਼ ਦੀ ਗੱਲ ਕਰੀਏ ਤਾਂ ਉਹ ਕਿਸੇ ਦਾ ਪਤੀ, ਕਿਸੇ ਦਾ ਪਿਤਾ, ਪੁੱਤਰ ਵੀ ਹੋ ਸਕਦਾ ਹੈ, ਕਿਸੇ ਕਲੱਬ ਦਾ ਮੈਂਬਰ ਵੀ ਹੋ ਸਕਦਾ ਹੈ, ਕਿਸੇ ਕਾਲਜ ਦਾ ਪ੍ਰਿੰਸੀਪਲ ਵੀ ਹੋ ਸਕਦਾ ਹੈ ਜਾਂ ਕਿਸੇ ਦਾ ਬੈਸਟ ਫਰੈਂਡ ਵੀ ਹੋ ਸਕਦਾ ਹੈ। ਸੋ ਇਹਦਾ ਮਤਲਬ ਕਿ ਇੱਕ ਜੋ ਵਿਅਕਤੀ ਹੈ ਉਹ ਕਈ ਅਹੁਦਿਆਂ ਤੇ ਹੁੰਦਾ ਹੈ। ਜ਼ਰੂਰੀ ਨਹੀਂ ਕਿ ਪੂਰੀ ਉਮਰ ਇੱਕ ਵਿਅਕਤੀ ਇੱਕ ਹੀ ਸਥਿਤੀ ਦੇ ਉੱਤੇ ਰਹੇਗਾ। ਉਦਾਂ ਹੀ ਇੱਕ ਔਰਤ ਦੀ ਗੱਲ ਕਰੀਏ ਤਾਂ ਉਹ ਕਿਸੇ ਦੀ ਮਾਂ, ਕਿਸੇ ਦੀ ਭੈਣ, ਕਿਸੇ ਦੀ ਬੇਟੀ ਜਾਂ ਦੋਸਤ ਜਾਂ ਕੋਈ ਬਿਜ਼ਨਸਮੈਨ, ਕੋਈ ਕਲੱਬ ਦੀ ਮੈਂਬਰ, ਕੋਈ NGO ਦੀ ਪ੍ਰੈਜ਼ੀਡੈਂਟ ਹੋ ਸਕਦੀ ਹੈ। ਸੋ ਇਹਦਾ ਮਤਲਬ ਕਿ ਇੱਕ ਵਿਅਕਤੀ ਕਈ ਅਹੁਦਿਆਂ ਤੇ ਹੋ ਸਕਦਾ ਹੈ, ਜਿਸ ਦੇ ਨਾਲ ਕੀ ਹੈ, ਵਿਅਕਤੀ ਆਪਣੇ ਸਮਾਜ ਦੇ ਵਿੱਚ ਆਪਣੀ ਸਥਿਤੀ ਨੂੰ ਸਹੀ ਢੰਗ ਦੇ ਨਾਲ ਦਰਸਾਉਂਦਾ ਹੈ ਅਤੇ ਸਮਾਜ ਦੇ ਹਰੇਕ ਵਿਅਕਤੀ ਦੀ ਕੋਈ ਨਾ ਕੋਈ ਉਸਨੂੰ ਸਥਿਤੀ ਦਿੱਤੀ ਗਈ ਹੁੰਦੀ ਹੈ ਔਰ ਇਹ ਜੋ ਸਥਿਤੀ ਹੈ ਜਾਂ ਇਹ ਜੋ ਪਦ ਹੈ ਇਹ ਸਮਾਜ ਦੁਆਰਾ ਸਵੀਕਾਰਿਆ ਜਾਂਦਾ। ਸੋ ਭਾਵੇਂ ਇੱਕ ਵਿਅਕਤੀ ਕੋਈ ਮਹੱਤਵਪੂਰਨ ਭੂਮਿਕਾ ਨਿਭਾ ਰਿਹਾ ਹੈ ਜਾਂ ਕੋਈ ਘੱਟ ਮਹੱਤਵਪੂਰਨ ਭੂਮਿਕਾ ਨਿਭਾਉਂਦਾ ਹੈ, ਸੋ ਹਰ ਇੱਕ ਭੂਮਿਕਾ ਦਾ ਆਦਰ ਕੀਤਾ ਜਾ ਰਿਹਾ ਹੈ ਜਾਂ ਸਮਾਜ ਦੇ ਵਿੱਚ ਹਰ ਇੱਕ ਭੂਮਿਕਾ ਸਵੀਕਾਰੀ ਗਈ ਹੁੰਦੀ ਹੈ। ਕਿਉਂਕਿ ਇਹ ਜੋ ਭੂਮਿਕਾ ਹੈ, ਕੁਝ ਭੂਮਿਕਾਵਾਂ ਵਿਅਕਤੀ ਨੂੰ ਜਨਮ ਤੋਂ ਮਿਲਦੀਆਂ, ਜਿਵੇਂ ਪ੍ਰਦਤ ਸਥਿਤੀ ਦੀ ਗੱਲ ਹੋਈ ਸੀ ਜਿਸ ਦੇ ਵਿੱਚ ਉਮਰ, ਲਿੰਗ, ਚਮੜੀ ਦਾ ਰੰਗ, ਉਸਦੀ ਨਸਲ ਜਾਂ ਇਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ। ਸੋ ਇਹਦਾ ਮਤਲਬ ਜੋ ਪ੍ਰਦਤ ਸਥਿਤੀ ਹੈ ਉਹ ਵਿਅਕਤੀ ਨੂੰ ਜਨਮ ਤੋਂ ਮਿਲੀ ਹੈ। ਇਸ ਕਰਕੇ ਆਪਾਂ ਕਹਿ ਸਕਦੇ ਹਾਂ ਕਿ ਕੁਝ ਸਥਿਤੀਆਂ ਇੱਕ ਵਿਅਕਤੀ ਨੂੰ ਜਨਮ ਤੋਂ ਮਿਲਦੀਆਂ ਤੇ ਇਸ ਦੇ ਬਿਲਕੁਲ ਵਿਪਰੀਤ ਜੇ ਆਪਾਂ ਕਹਾਂਗੇ ਤੇ ਕੁਝ ਚੀਜ਼ਾਂ ਇੱਕ ਵਿਅਕਤੀ ਆਪ ਮਿਹਨਤ ਕਰਕੇ ਕਮਾ ਰਿਹਾ ਹੈ। ਉਹ ਆਪਣੀ ਸਥਿਤੀ, ਆਪਣੀ ਪੋਜੀਸ਼ਨ ਜਾਂ ਆਪਣਾ ਸਟੇਟਸ ਮਿਹਨਤ ਕਰਕੇ ਕਮਾਉਂਦਾ ਹੈ, ਜਿਸ ਦੇ ਨਾਲ ਵਿੱਚ ਕੀ ਹੈ ਕਿ ਉਹ ਆਪਣਾ ਕੀਤਾ ਆਪ ਚੂਜ਼ ਕਰ ਰਿਹਾ ਹੈ ਜਾਂ ਉਹਨੇ
ਸਮਾਜ ਦੇ ਵਿੱਚ ਕਿੱਦਾਂ ਦਾ ਕੰਮ ਕਰਨਾ ਹੈ, ਕਿੱਦਾਂ ਦਾ ਕੀਤਾ ਅਪਣਾਉਣਾ ਹੈ, ਕਿੱਦਾਂ ਦੀ ਸਿੱਖਿਆ ਲੈਣੀ ਹੈ, ਜਾਂ ਉਹਦੇ ਹੱਥ ਵਿੱਚ ਪੈਸਾ ਕਿੰਨਾ ਹੈ, ਇਹ ਸਾਰੀਆਂ ਚੀਜ਼ਾਂ ਇੱਕ ਵਿਅਕਤੀ ਸਮਾਜ ਦੇ ਵਿੱਚ ਰਹਿ ਕੇ ਜਨਮ ਤੋਂ ਬਾਅਦ ਉਹ ਚੀਜ਼ਾਂ ਸਿੱਖ ਰਿਹਾ ਹੈ ਤੇ ਆਪਣੀ ਸਥਿਤੀ ਨੂੰ ਉੱਚਾ ਚੁੱਕਦਾ ਹੈ ਜਾਂ ਉਹ ਨੀਵਾਂ ਲੈ ਆਉਂਦਾ ਹੈ। ਸੋ ਅੱਗੇ ਚੱਲਾਂਗੇ ਇਸ ਦੇ ਵਿੱਚ ਕਿ ਹਰੇਕ ਰੁਤਬੇ ਦੇ ਕੁਝ ਅਧਿਕਾਰ ਅਤੇ ਫਰਜ਼ ਹੁੰਦੇ ਹਨ। ਉਦਾਹਰਨ ਦੇ ਤੌਰ ਤੇ ਜੇ ਇੱਕ ਸਕੂਲ ਦੇ ਅਧਿਆਪਕ ਦੀ ਗੱਲ ਕਰੀਏ ਤਾਂ ਉਸ ਅਧਿਆਪਕ ਦਾ ਇੱਕ ਉਸਨੂੰ ਕੁਝ ਅਧਿਕਾਰ ਦਿੱਤੇ ਗਏ ਹੋਣਗੇ, ਕੁਝ ਫਰਜ਼ ਦਿੱਤੇ ਗਏ ਹੋਣਗੇ, ਜਿਸ ਦੇ ਅਨੁਸਾਰ ਉਹ ਵਿਅਕਤੀ ਆਪਣੇ ਰੁਤਬੇ ਦੇ ਵਿੱਚ ਰਹਿ ਕੇ ਉਸ ਸਮੂਹ ਦੇ ਵਿੱਚ ਕੰਮ ਕਰੇਗਾ। ਜਾਂ ਜੇ ਪਰਿਵਾਰ ਦੀ ਗੱਲ ਕਰੀਏ, ਪਰਿਵਾਰ ਨੂੰ ਇੱਕ ਉਦਾਹਰਨ ਦੇ ਤੌਰ ਤੇ ਲਈਏ ਤਾਂ ਦੇਖਾਂਗੇ ਕਿ ਪਿਤਾ ਦਾ ਰੁਤਬਾ ਜੋ ਹੈ ਪਰਿਵਾਰ ਦੇ ਵਿੱਚ, ਉਸਦੇ ਜੋ ਅਧਿਕਾਰ ਹਨ ਜਾਂ ਉਸਦੇ ਜੋ ਫਰਜ਼ ਹੈ, ਉਸਦੇ ਅਨੁਸਾਰ ਉਹ ਵਿਅਕਤੀ, ਉਹ ਪਿਤਾ ਜਾਂ ਉਹ ਪੁਰਸ਼ ਆਪਣਾ ਕੰਮ ਕਰ ਰਿਹਾ ਹੈ ਤੇ ਇਸ ਸਮੂਹ ਦਾ ਮੈਂਬਰ ਬਣ ਕੇ ਅੱਗੇ ਚੱਲਦਾ ਪਿਆ। ਇਸ ਕਰਕੇ ਇਹ ਸਾਰੀਆਂ ਚੀਜ਼ਾਂ ਦੇਖਣ ਨੂੰ ਮਿਲੀਆਂ ਕਿ ਇੱਕ ਜੋ ਵਿਅਕਤੀ ਹੈ ਉਹ ਸਮਾਜ ਦੇ ਵਿੱਚ ਉਹ ਜਿਹੜੇ ਵੀ ਵੱਖ-ਵੱਖ ਸਥਿਤੀਆਂ ਦੇ ਉੱਤੇ ਹੁੰਦਾ ਹੈ, ਭਾਵੇਂ ਉਹ ਪਰਿਵਾਰ ਦੇ ਵਿੱਚ ਕਿਸੇ ਦਾ ਪਿਤਾ ਹੈ ਜਾਂ ਕਿਸੇ ਦਾ ਪਤੀ ਹੈ, ਜਾਂ ਅੱਗੇ ਚੱਲ ਕੇ ਉਹ ਕਿਸੇ ਬੈਂਕ ਦਾ ਮੈਨੇਜਰ ਹੈ ਜਾਂ ਫਿਰ ਕਿਸੇ ਕੰਪਨੀ ਦਾ ਕੋਈ ਵੀ ਐਮਪਲੋਏ ਹੋ ਸਕਦਾ ਹੈ, ਕੋਈ ਵੀ ਉਹ ਆਪਣੀ ਸਥਿਤੀ ਜਾਂ ਪਦ ਤੇ ਹੋ ਸਕਦਾ ਹੈ। ਸੋ ਏਦਾਂ ਉਹਦੇ ਕੁਛ ਨਾ ਕੁਛ ਅਧਿਕਾਰ ਹੁੰਦੇ ਆ, ਜਿਨ੍ਹਾਂ ਅਧਿਕਾਰਾਂ ਨੂੰ ਉਸਨੂੰ ਫੋਲੋ ਕਰਨਾ ਹੀ ਪੈਂਦਾ ਹੈ, ਉਹਨਾਂ ਦੇ ਨਿਯਮਾਂ ਨੂੰ ਸਵੀਕਾਰਨਾ ਹੀ ਪੈਂਦਾ ਹੈ ਤੇ ਆਪਣੇ ਫਰਜ਼ ਦੇ ਅਨੁਸਾਰ ਉਹਨੂੰ ਕੰਮ ਕਰਨਾ ਹੀ ਪੈਂਦਾ ਹੈ। ਕਿਉਂਕਿ ਸਥਿਤੀ ਕੀ ਹੈ? ਸਥਿਤੀ ਇੱਕ ਸਨਮਾਨ ਹੈ ਵਿਅਕਤੀ ਨੂੰ ਜੋ ਸਮਾਜ ਦੁਆਰਾ ਦਿੱਤਾ ਗਿਆ ਹੈ ਜਾਂ ਸਮਾਜ ਦੇ ਮੈਂਬਰਾਂ ਦੁਆਰਾ ਦਿੱਤਾ ਗਿਆ ਹੈ। ਕਿਉਂਕਿ ਸਮਾਜ ਦੇ ਵਿੱਚ ਇਹ ਦੇਖਣ ਨੂੰ ਮਿਲਦਾ ਹੈ ਕਿ ਜਿਸ ਵਿਅਕਤੀ, ਜਿਵੇਂ ਪਹਿਲਾਂ ਵੀ ਕਿਹਾ ਸੀ ਕਿ ਇਹਦੇ ਵਿੱਚ ਸਤਿਕਾਰ ਤੇ ਨਿਰਾਦਰ ਦੋਨੋਂ ਹੀ ਚੀਜ਼ਾਂ ਹੁੰਦੀਆਂ। ਜੇ ਇੱਕ ਵਿਅਕਤੀ ਕੰਮ ਸਹੀ ਢੰਗ ਨਾਲ ਕਰ ਰਿਹਾ ਹੈ, ਭਾਵੇਂ ਉਸਦਾ ਛੋਟਾ ਹੀ ਕੰਮ ਹੈ, ਤਾਂ ਉਸਨੂੰ ਵੀ ਸਤਿਕਾਰ ਦਿੱਤਾ ਜਾਏਗਾ। ਜਾਂ ਉਸਦੇ ਬਿਲਕੁਲ ਉਲਟ, ਜੇ ਕੋਈ ਵਿਅਕਤੀ ਇੱਕ ਵਧੀਆ ਹਾਈ ਲੈਵਲ ਦੇ ਉੱਤੇ, ਇੱਕ ਵਧੀਆ ਦਰਜੇ ਦੇ ਉੱਤੇ ਹੈ, ਲੇਕਿਨ ਜੇ ਉਹਦਾ ਕੰਮ ਸਵੀਕਾਰਨ ਜੋਗਾ ਨਹੀਂ ਹੈ ਤਾਂ ਉਸਨੂੰ ਨਿਰਾਦਰ ਦੇਖਣ ਨੂੰ ਮਿਲੇਗਾ। ਇਸ ਕਰਕੇ ਸਤਿਕਾਰ ਤੇ ਨਿਰਾਦਰ ਦੋਨੋਂ ਹੀ ਚੀਜ਼ਾਂ ਸਮਾਜ ਦੇ ਵਿੱਚ ਦੇਖਣ ਨੂੰ ਮਿਲਦੀਆਂ। ਤੇ ਇਹ ਸਤਿਕਾਰ ਤੇ ਨਿਰਾਦਰ ਇਹ ਚੀਜ਼ਾਂ ਕਿਸ ਚੀਜ਼ ਦੇ ਨਾਲ ਸੰਬੰਧਿਤ ਹੋਣਗੀਆਂ ਕਿ ਜੇ ਇੱਕ ਵਿਅਕਤੀ ਦਾ ਰੁਤਬਾ ਉੱਚਾ ਹੋਏਗਾ ਤਾਂ ਉਸਨੂੰ ਸਤਿਕਾਰ ਦਿੱਤਾ ਜਾਏਗਾ ਸਮਾਜ ਦੁਆਰਾ ਜਾਂ ਸਮਾਜ ਦੇ ਵਿਅਕਤੀਆਂ ਦੁਆਰਾ, ਜਾਂ ਜੇ ਇੱਕ ਵਿਅਕਤੀ ਦਾ ਰੁਤਬਾ ਜਾਂ ਉਹਦਾ ਪਦ ਜਾਂ ਸਥਿਤੀ ਨੀਵੀਂ ਹੋਏਗੀ, ਨੀਵਾਂ ਦਰਜਾ ਹੋਏਗਾ, ਤਾਂ ਉਸਨੂੰ ਨਿਰਾਦਰ ਦਿੱਤਾ ਜਾਏਗਾ ਸਮਾਜ ਦੁਆਰਾ। ਇਸ ਕਰਕੇ ਹਰ ਇੱਕ ਵਿਅਕਤੀ ਵੱਖ-ਵੱਖ ਅਹੁਦਿਆਂ ਤੇ ਹੋਏਗਾ, ਉਸ ਦਾ ਅਹੁਦਾ ਹੀ ਉਸਨੂੰ ਸਤਿਕਾਰ ਦਿਵਾਏਗਾ ਜਾਂ ਨਿਰਾਦਰ ਦਿਵਾਏਗਾ। ਇਸ ਕਰਕੇ ਜੋ ਸਥਿਤੀ ਹੈ ਉਸਨੂੰ ਸਨਮਾਨ ਦੇ ਨਾਲ ਵੀ ਜੋੜ ਲਿੱਤਾ ਜਾਂਦਾ ਹੈ। ਸੋ ਸਥਿਤੀ ਦਾ ਜੋ ਪ੍ਰਗਟਾਵਾ ਹੈ ਉਹ ਵਿਅਕਤੀ ਦੇ ਕੰਮਾਂ ਦੁਆਰਾ ਹੁੰਦਾ ਹੈ। ਹੁਣ ਵਿਅਕਤੀ ਦਾ ਕੰਮ ਕੀ ਹੈ? ਕੰਮ ਕਰਨ ਦਾ ਮਤਲਬ ਕਿ ਇੱਕ ਵਿਅਕਤੀ ਸਮਾਜ ਦੇ ਵਿੱਚ ਰਹਿ ਕੇ ਕਿਸ ਤਰ੍ਹਾਂ ਦੀ ਭੂਮਿਕਾ ਨਿਭਾ ਰਿਹਾ ਹੈ। ਕਿਉਂਕਿ ਜਦ ਇੱਕ ਵਿਅਕਤੀ ਸਮਾਜ ਦੇ ਵਿੱਚ ਰਹਿ ਕੇ ਵੱਖ-ਵੱਖ ਸਥਿਤੀਆਂ ਦੇ ਉੱਤੇ ਹੋਵੇਗਾ, ਉਹ ਵੱਖ-ਵੱਖ ਭੂਮਿਕਾਵਾਂ ਨਿਭਾਏਗਾ ਜਾਂ ਵੱਖ-ਵੱਖ ਭੂਮਿਕਾਵਾਂ ਦਾ ਨਿਰਮਾਣ ਹੋਏਗਾ। ਸੋ ਇਸ ਦੇ ਨਾਲ ਕੀ ਹੈ, ਹਰ ਇੱਕ ਵਿਅਕਤੀ ਆਪਣੇ ਅਹੁਦੇ ਤੇ ਰਹਿ ਕੇ ਕੰਮ ਕਰੇਗਾ ਤੇ ਉਹਦੀ ਜੋ ਸਥਿਤੀ ਹੈ ਉਸ ਦਾ ਪ੍ਰਗਟਾਵਾ ਹੋਏਗਾ। ਉਸਨੂੰ ਕੌਣ ਪ੍ਰਗਟ ਕਰੇਗਾ? ਵਿਅਕਤੀ ਦਾ ਕੰਮ ਪ੍ਰਗਟ ਕਰੇਗਾ ਜੋ ਇੱਕ ਵਿਅਕਤੀ ਕਰ ਰਿਹਾ ਹੈ। ਐਗਜ਼ਾਮਪਲ ਉਦਾਹਰਨ ਲਈਏ ਜੇ ਕਿ ਜੇ ਇੱਕ ਕੋਈ ਪਰਸਨ ਜੇ ਟੀਚ ਕਰ ਰਿਹਾ ਹੈ, ਸਕੂਲ ਦੇ ਵਿੱਚ ਗਿਆਨ ਦੇ ਰਿਹਾ ਹੈ, ਆਪਣੇ ਸਟੂਡੈਂਟਸ ਨੂੰ ਪੜ੍ਹਾ ਰਿਹਾ ਹੈ, ਤਾਂ ਉਸਦਾ ਰੁਤਬਾ ਕੀ ਹੋ ਜਾਏਗਾ ਕਿ ਉਹ ਇੱਕ ਅਧਿਆਪਕ ਹੈ ਤੇ ਉਸਨੂੰ ਸਮਾਜ ਦੇ ਵਿੱਚ ਉਦਾਂ ਹੀ ਸਨਮਾਨ ਮਿਲਣ ਲੱਗੇਗਾ ਜਾਂ ਉਸਨੂੰ ਸਤਿਕਾਰ ਦੀ ਨਿਗਾਹ ਦੇ ਨਾਲ ਦੇਖਿਆ ਜਾਏਗਾ। ਕਿਉਂ? ਕਿਉਂਕਿ ਉਹ ਸਮਾਜ ਦੇ ਵਿੱਚ ਰਹਿ ਕੇ ਵਿਅਕਤੀਆਂ ਦੀ ਜਾਂ ਲੋਕਾਂ ਨੂੰ ਚਾਨਣ ਦੇ ਰਿਹਾ ਹੈ ਜਾਂ ਉਹਨਾਂ ਨੂੰ ਗਿਆਨ ਵੰਡਦਾ ਪਿਆ। ਉਵੇਂ ਹੀ ਜਿਵੇਂ ਜਾਤੀ ਦੇ ਅਨੁਸਾਰ ਵੀ ਕਿਹਾ ਜਾ ਸਕਦਾ ਹੈ ਕਿ ਜਿਸ ਦੀ ਜਾਤੀ ਉੱਚੀ ਹੈ ਉਸਦਾ ਸਟੇਟਸ ਵੀ, ਉਸਦਾ ਰੁਤਬਾ ਵੀ ਉੱਚਾ ਹੀ ਹੋਏਗਾ। ਜਿਵੇਂ ਬ੍ਰਾਹਮਣ ਹੈ, ਸੋ ਉਹਨਾਂ ਨੂੰ ਸਮਾਜ ਦੇ ਵਿੱਚ ਉਦਾਂ ਦਾ ਹੀ ਦਰਜਾ ਦਿੱਤਾ ਜਾਏਗਾ ਜਿਸ ਦੇ ਨਾਲ ਉਹਨਾਂ ਨੂੰ ਸਨਮਾਨ ਜਾਂ ਸਤਿਕਾਰ ਜਾਂ ਨਿਰਾਦਰ ਦੋਨੋਂ ਚੀਜ਼ਾਂ ਹੀ ਨਾਲ-ਨਾਲ ਚੱਲਦੀਆਂ। ਇਸ ਦਾ ਮਤਲਬ ਕਿ ਜੇ ਕੋਈ ਬ੍ਰਾਹਮਣ ਹੈ ਤਾਂ ਉਸਨੂੰ ਸਤਿਕਾਰ ਦਿੱਤਾ ਜਾਏਗਾ, ਜਾਂ ਉਸਦੇ ਬਿਲਕੁਲ ਉਲਟ ਜੇ ਕੋਈ ਸ਼ੂਦਰ ਹੈ ਤਾਂ ਉਸਦਾ ਨਿਰਾਦਰ ਕੀਤਾ ਜਾਏਗਾ। ਕਿਉਂਕਿ ਸਮਾਜ ਦੇ ਵਿੱਚ ਜਾਤੀ ਵਿਵਸਥਾ ਦੇ ਵਿੱਚ ਇਹ ਦੇਖਣ ਨੂੰ ਮਿਲਿਆ ਸੀ ਕਿ ਜਿਸ ਦੀ ਨੀਵੀਂ ਜਾਤੀ ਹੈ ਉਸਦਾ ਰੁਤਬਾ ਵੀ ਸਮਾਜ ਦੇ ਵਿੱਚ ਨੀਵਾਂ ਹੋਏਗਾ ਤੇ ਉਸਦੇ ਨਾਲ-ਨਾਲ ਵਿਅਕਤੀ ਜਾਂ ਸਮਾਜ ਜਾਂ ਵਿਅਕਤੀਆਂ ਦੁਆਰਾ ਉਸਨੂੰ ਨਿਰਾਦਰ ਹੀ ਕੀਤਾ ਜਾਵੇ। ਇਸ ਤੋਂ ਬਾਅਦ ਅੱਗੇ ਚੱਲਾਂਗੇ ਹੋਰ ਵਿਸ਼ੇਸ਼ਤਾਵਾਂ ਵੱਲ। ਸਮਾਜਿਕ ਸਥਿਤੀ ਦੀਆਂ ਜੋ ਵਿਸ਼ੇਸ਼ਤਾਵਾਂ ਹੈ, ਸੋ ਸਥਿਤੀ ਦੇ ਆਧਾਰ ਤੇ ਸਮਾਜ ਵਿੱਚ ਪੱਧਰੀਕਰਨ ਹੁੰਦਾ ਹੈ।
ਪੱਧਰੀਕਰਨ ਮਤਲਬ ਸਮਾਜ ਨੂੰ ਵੱਖ-ਵੱਖ ਪੱਧਰਾਂ ਦੇ ਉੱਤੇ ਅਲੱਗ-ਅਲੱਗ ਲੇਅਰਸ ਦੇ ਉੱਤੇ ਰੱਖਿਆ ਗਿਆ ਹੈ। ਸੋ ਵਿਅਕਤੀ ਸਮਾਜ ਦੇ ਵਿੱਚ ਹਰ ਇੱਕ ਪਦ ਉੱਤੇ ਹੁੰਦਾ ਹੈ, ਹਰ ਇੱਕ ਸਥਿਤੀ ਉਸਨੂੰ ਦਿੱਤੀ ਗਈ ਜਾਂਦੀ ਹੈ ਔਰ ਸਥਿਤੀ ਦੇ ਆਧਾਰ ਦੇ ਉੱਤੇ ਹੀ ਸਮਾਜ ਦੇ ਵਿੱਚ ਕੀ ਹੈ, ਸਟ੍ਰੈਟੀਫਿਕੇਸ਼ਨ ਦੇਖਣ ਨੂੰ ਮਿਲੇਗੀ, ਸਤਰੀਕਰਨ ਦੇਖਣ ਨੂੰ ਮਿਲੇਗਾ। ਸਤਰੀਕਰਨ ਕੀ ਹੈ ਬੇਸਿਕਲੀ ਕਿ ਸਮਾਜ ਦੇ ਵਿੱਚ ਵੱਖ-ਵੱਖ ਲੋਕ ਅਲੱਗ-ਅਲੱਗ ਪੱਧਰਾਂ ਦੇ ਉੱਤੇ ਅਲੱਗ-ਅਲੱਗ ਲੇਅਰਸ ਦੇ ਉੱਤੇ ਹੈ। ਇਹਦਾ ਮਤਲਬ ਕਿ ਜੋ ਵਿਅਕਤੀ ਜੋ ਕੰਮ ਕਰ ਰਿਹਾ ਹੈ ਜਾਂ ਜੋ ਉਸਨੂੰ ਜਨਮ ਤੋਂ ਉਸਦਾ ਰੁਤਬਾ ਜਾਂ ਸਥਿਤੀ ਮਿਲੀ ਹੈ, ਉਸਨੂੰ ਸਮਾਜ ਦੇ ਵਿੱਚ ਉਦਾਂ ਹੀ ਦੇਖਿਆ ਜਾਏਗਾ, ਉਸਨੂੰ ਉੱਚਾ ਜਾਂ ਨੀਵਾਂ ਰੱਖਿਆ ਜਾਏਗਾ। ਇਸ ਕਰਕੇ ਸਥਿਤੀ ਇੱਕ ਅਜਿਹੀ ਚੀਜ਼ ਹੈ ਜੋ ਜਨਮ ਤੋਂ ਵੀ ਮਿਲਦੀ ਹੈ ਤੇ ਵਿਅਕਤੀ ਬਾਅਦ ਵਿੱਚ ਆ ਕੇ ਆਪਣੀ ਸਥਿਤੀ ਆਪ ਸੁਧਾਰ ਵੀ ਸਕਦਾ ਹੈ, ਮਤਲਬ ਉੱਪਰ ਵੱਲ ਵੀ ਲੈ ਕੇ ਜਾ ਸਕਦਾ ਹੈ ਜਾਂ ਉਸਦਾ ਨੀਵਾਂ ਦਰਜਾ ਵੀ ਹੋ ਸਕਦਾ ਹੈ। ਸੋ ਸਥਿਤੀ ਦੇ ਆਧਾਰ ਤੇ ਕੀ ਹੈ, ਸਮਾਜ ਨੂੰ ਵੀ ਪੱਧਰਾਂ ਦੇ ਵਿੱਚ, ਸਤਰਾਂ ਦੇ ਵਿੱਚ ਕਹਿ ਸਕਦੇ ਹੋ, ਲੇਅਰਸ ਦੇ ਵਿੱਚ ਰੱਖਿਆ ਗਿਆ। ਜਿਵੇਂ ਇੱਕ ਟੌਪ ਮੋਸਟ ਲੇਅਰ ਹੁੰਦੀ ਹੈ, ਫਿਰ ਉਹਦੇ ਨੀਚੇ ਲੇਅਰ ਹੋਗੀ, ਜਿਵੇਂ ਆਪਣੀ ਧਰਤੀ ਦੀਆਂ ਵੱਖ-ਵੱਖ ਲੇਅਰਸ ਹੁੰਦੀਆਂ। ਸੋ ਉੱਦਾਂ ਹੀ ਸਮਾਜ ਦੇ ਵਿੱਚ ਲੋਕਾਂ ਦੇ ਵਿਚਕਾਰ ਜੋ ਪੱਧਰੀਕਰਨ ਹੈ ਜਾਂ ਜੋ ਇੱਕ ਪੱਧਰ ਬਣਾਏ ਹੋਏ ਆ, ਇੱਕ ਲੈਵਲਸ ਬਣਾਏ ਹੋਏ ਆ, ਉਹ ਦੇਖਣ ਨੂੰ ਮਿਲਦੇ ਹਨ ਤੇ ਉਹ ਉਸਦਾ ਮੇਨ ਜੋ ਅਧਿਕਾਰ ਹੈ, ਮੁੱਖ ਆਧਾਰ ਕੀ ਹੈ, ਸਥਿਤੀ ਹੈ। ਸੋ ਅੱਗੇ ਹੈ ਕਿ ਵਿਅਕਤੀ ਦੀ ਭੂਮਿਕਾ ਸਥਿਤੀ ਦੁਆਰਾ ਹੀ ਨਿਰਧਾਰਿਤ ਕੀਤੀ ਜਾਂਦੀ ਹੈ। ਵਿਅਕਤੀ ਦੀ ਭੂਮਿਕਾ, ਇੱਕ ਵਿਅਕਤੀ ਸਮਾਜ ਦੇ ਵਿੱਚ ਕੀ ਕਰ ਰਿਹਾ ਹੈ, ਜੋ ਉਹ ਭੂਮਿਕਾ ਨਿਭਾਏਗਾ, ਜਿਸ ਸਥਿਤੀ ਦੇ ਉੱਤੇ ਰਹੇਗਾ, ਉਹ ਕੀ ਹੈ, ਉਸਦੀ ਭੂਮਿਕਾ ਦੁਆਰਾ ਨਿਰਧਾਰਿਤ ਕੀਤੀ ਜਾਏਗੀ। ਉਦਾਹਰਨ ਦੇ ਤੌਰ ਤੇ ਕਿ ਜੇ ਕੋਈ ਪੁਜਾਰੀ ਹੈ ਜਾਂ ਕੋਈ ਵੀ ਧਾਰਮਿਕ ਸੰਸਥਾ ਦਾ ਕੋਈ ਮੇਨ ਹੈਡ ਹੈ, ਮੌਲਵੀ ਹੈ ਜਾਂ ਗ੍ਰੰਥੀ ਹੈ, ਪੁਜਾਰੀ ਹੈ, ਸੋ ਜੇ ਉਸਦੀ ਭੂਮਿਕਾ ਸਹੀ ਹੈ, ਮਤਲਬ ਕਿ ਜੇ ਉਹ ਪਵਿੱਤਰਤਾ ਦਾ ਕੰਮ ਕਰ ਰਿਹਾ ਹੈ, ਸੋ ਉਸ ਵਿਅਕਤੀ ਦੀ ਸਥਿਤੀ ਵੀ ਸਮਾਜ ਦੇ ਵਿੱਚ ਉੱਚੀ ਹੀ ਹੋ ਜਾਏਗੀ। ਕਿਉਂਕਿ ਇਹ ਦੇਖਣ ਨੂੰ ਮਿਲਿਆ ਕਿ ਜੋ ਭੂਮਿਕਾ ਹੈ ਤੇ ਜੋ ਸਥਿਤੀ ਹੈ, ਇਹ ਦੋਨੋਂ ਹੀ ਇੰਟਰਲਿੰਕਡ ਹੈ। ਇਹ ਦੋਨੋਂ ਚੀਜ਼ਾਂ, ਭੂਮਿਕਾ ਤੇ ਸਥਿਤੀ, ਇੱਕ ਦੂਸਰੇ ਦੇ ਨਾਲ ਕੜੀ ਵਾਂਗ ਜੁੜੀ ਹੋਈਆਂ ਹਨ ਤੇ ਇਹਨਾਂ ਦੋਨਾਂ ਨੂੰ ਕੋਈ ਵੱਖ ਨਹੀਂ ਕਰ ਸਕਦਾ। ਹੁਣ ਵੱਖ ਨਾ ਕਰਨ ਦਾ ਮਤਲਬ ਇਹ ਹੈ, ਇੱਥੇ ਸਮਾਜਿਕ ਤੌਰ ਤੇ ਦੇਖਿਆ ਜਾ ਰਿਹਾ ਹੈ ਕਿ ਜੇ ਇੱਕ ਵਿਅਕਤੀ ਨੂੰ ਜੋ ਸਮਾਜ ਦੇ ਵਿੱਚ ਸਥਿਤੀ ਮਿਲੀ ਹੋਈ ਹੈ, ਉਸਦੇ ਅਨੁਸਾਰ ਹੀ ਉਹ ਸਮਾਜ ਦੇ ਵਿੱਚ ਰਹਿ ਕੇ ਕੰਮ ਕਰ ਰਿਹਾ ਹੈ ਤੇ ਸਮਾਜ ਦਾ ਇੱਕ ਵਧੀਆ ਨਾਗਰਿਕ ਬਣ ਕੇ ਸਮਾਜ ਨੂੰ ਅੱਗੇ ਚਲਾ ਰਿਹਾ ਹੈ। ਕਿਉਂਕਿ ਜੇ ਇੱਕ ਵਿਅਕਤੀ ਆਪਣੀ ਸਥਿਤੀ ਦੇ ਵਿੱਚ ਰਹਿ ਕੇ ਆਪਣੀ ਭੂਮਿਕਾ ਨੂੰ ਸਹੀ ਢੰਗ ਨਾਲ ਨਹੀਂ ਨਿਭਾਏਗਾ, ਤਦ ਸਮਾਜ ਦੇ ਵਿੱਚ ਵਿਭਿੰਨਤਾ, ਤਾਂ ਸਮਾਜ ਦੇ ਵਿੱਚ ਕੀ ਹੈ, ਵਿਘਟਨ ਦੀ ਸਥਿਤੀ ਪੈਦਾ ਹੋ ਜਾਏਗੀ, ਜਿਸ ਦੇ ਨਾਲ ਕੁਝ ਪ੍ਰੋਬਲਮਸ ਆਉਣਗੀਆਂ ਤੇ ਸਮਾਜ ਅੱਗੇ ਵਿਕਾਸ ਸਹੀ ਢੰਗ ਨਾਲ ਨਹੀਂ ਕਰੇਗਾ। ਇਸ ਕਰਕੇ ਇਹ ਦੇਖਣ ਨੂੰ ਮਿਲਿਆ ਕਿ ਜੋ ਵਿਅਕਤੀ ਦੀ ਜੋ ਭੂਮਿਕਾ ਹੈ, ਉਹ ਸਥਿਤੀ ਦੁਆਰਾ ਹੀ ਉਸਨੂੰ ਦਿੱਤੀ ਗਈ ਜਾਂਦੀ ਹੈ ਜਾਂ ਨਿਰਧਾਰਿਤ ਕੀਤੀ ਜਾਂਦੀ ਹੈ। ਕਿਉਂਕਿ ਇੱਕ ਵਾਰ ਜਾਂ ਜੋ ਇੱਕ ਵਿਅਕਤੀ ਦੀ ਜੋ ਸਥਿਤੀ ਹੈ, ਜੋ ਉਸਨੂੰ ਨਿਰਧਾਰਿਤ ਕਰ ਦਿੱਤੀ ਗਈ ਕਿ ਉਹ ਇੱਕ ਟੀਚਰ ਹੈ, ਇੱਕ ਬੈਂਕ ਐਮਪਲੋਏ ਹੈ ਜਾਂ ਕਿਸੇ NGO ਦਾ ਪ੍ਰੈਜ਼ੀਡੈਂਟ ਹੈ ਜਾਂ ਫਿਰ ਉਹ ਕੋਈ ਮਦਰ ਹੈ ਜਾਂ ਕੋਈ ਫਾਦਰ ਦਾ ਰੋਲ ਪਲੇ ਕਰ ਰਿਹਾ ਹੈ, ਸੋ ਇਹਦਾ ਮਤਲਬ ਕਿ ਉਸ ਵਿਅਕਤੀ ਨੂੰ ਸਮਾਜ ਦੇ ਵਿੱਚ ਉਹਦੀ ਸਥਿਤੀ ਦੇ ਦਿੱਤੀ ਗਈ ਹੈ ਤੇ ਜਦ ਉਸ ਵਿਅਕਤੀ ਨੂੰ ਸਥਿਤੀ ਦੇ ਦਿੱਤੀ ਜਾਂਦੀ ਹੈ ਤਾਂ ਉਹ ਆਪਣਾ ਰੋਲ ਵੀ ਉਦਾਂ ਹੀ ਪਲੇ ਕਰਨਾ ਸ਼ੁਰੂ ਕਰ ਦਿੰਦਾ, ਉਹ ਆਪਣੀ ਭੂਮਿਕਾ ਉਵੇਂ ਹੀ ਨਿਭਾਉਣੀ ਸ਼ੁਰੂ ਕਰ ਦਿੰਦਾ, ਕਿਉਂਕਿ ਭੂਮਿਕਾ ਤੇ ਜੋ ਸਥਿਤੀ ਹੈ, ਇਹ ਦੋਨੋਂ ਹੀ ਇੱਕ ਦੂਸਰੇ ਨਾਲ ਜੁੜੀਆਂ ਹੋਈਆਂ ਹਨ। ਸੋ ਹਰ ਇੱਕ ਵਿਅਕਤੀ ਆਪਣੇ ਯਤਨਾਂ ਨਾਲ ਕੋਈ ਵੀ ਮੁਕਾਮ ਹਾਸਲ ਕਰ ਸਕਦਾ ਹੈ। ਆਪਣੇ ਯਤਨਾਂ ਦੇ ਨਾਲ ਕੋਈ ਮੁਕਾਮ ਹਾਸਲ ਕਰਨਾ, ਇਸ ਦਾ ਮਤਲਬ ਇਹ ਹੈ ਕਿ ਜੇ ਇੱਕ ਵਿਅਕਤੀ ਮਿਹਨਤ ਕਰੇਗਾ ਤਾਂ ਉਸਦੀ ਸਥਿਤੀ ਉੱਚੀ ਹੋ ਜਾਏਗੀ, ਜੇ ਮਿਹਨਤ ਨਹੀਂ ਕਰਦਾ ਤਾਂ ਉਹ ਨੀਵੀਂ ਸਥਿਤੀ ਦੇ ਉੱਤੇ ਹੀ ਰਹਿ ਜਾਏਗਾ, ਜੋ ਇੱਕ ਅਰਜਿਤ ਸਥਿਤੀ ਦੇ ਅਧੀਨ ਆਉਂਦਾ ਹੈ। ਇਹ ਚੀਜ਼ ਅਰਜਿਤ ਸਥਿਤੀ ਦੇ ਵਿੱਚ ਆਉਂਦੀ ਹੈ, ਜਿਸ ਨੂੰ ਅਚੀਵਡ ਸਟੇਟਸ ਕਿਹਾ ਜਾਂਦਾ ਹੈ, ਜਿਸ ਦੇ ਵਿੱਚ ਕੀ ਹੈ ਕਿ ਇਹ ਜੋ ਸਥਿਤੀ ਹੈ, ਉਹ ਵਿਅਕਤੀ ਨੂੰ ਕੁਦਰਤ ਨੇ ਨਹੀਂ ਦਿੱਤੀ, ਬਲਕਿ ਇੱਕ ਵਿਅਕਤੀ ਦੇ ਆਪਣੇ ਹੱਥ ਵਿੱਚ ਹੈ। ਉਹ ਮਿਹਨਤ ਕਰ ਰਿਹਾ ਹੈ, ਉਹ ਕਹਿ ਲਓ ਕਿ ਸਟਰਗਲ ਕਰ ਰਿਹਾ ਲਾਈਫ ਦੇ ਵਿੱਚ, ਆਪਣੀ ਜ਼ਿੰਦਗੀ ਨੂੰ ਵਧੀਆ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ, ਤਰੱਕੀ ਵੱਲ ਜਾ ਰਿਹਾ ਹੈ ਤੇ ਉਹ ਆਪਣਾ ਵਿਕਾਸ ਆਪ ਕਰਦਾ। ਜਿੱਥੇ ਇੱਕ ਵਿਅਕਤੀ ਦਾ ਆਪ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ, ਉੱਥੇ ਸਮਾਜ ਦਾ ਵੀ ਆਪੇ ਹੀ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ, ਕਿਉਂਕਿ ਵਿਅਕਤੀ ਆਪਣੀ ਸਥਿਤੀ ਨੂੰ ਸੁਧਾਰਨੀ ਸ਼ੁਰੂ ਕਰ ਦਿੰਦਾ ਹੈ। ਜੋ ਉਸਦੀ ਅਰਜਿਤ ਸਥਿਤੀ ਹੈ, ਜੋ ਉਹ ਉਸਨੇ ਆਪ ਠੀਕ ਕਰਨੀ ਹੈ, ਜੋ ਇੱਕ ਅਚੀਵਡ ਸਟੇਟਸ ਹੈ, ਇੱਕ ਵਿਅਕਤੀ ਨੂੰ ਕੁਦਰਤ ਦੁਆਰਾ ਨਹੀਂ ਦਿੱਤਾ ਗਿਆ, ਬਲਕਿ ਉਸਨੇ ਆਪਣੀ ਚੋਇਸ ਦੁਆਰਾ ਇਹ ਚੀਜ਼ਾਂ ਨੂੰ ਅਡਾਪਟ ਕੀਤਾ ਹੈ। ਸੋ ਇਸ ਕਰਕੇ ਜੋ ਸਮਾਜ ਦੇ ਵਿੱਚ ਜੋ ਵਿਅਕਤੀ ਹੈ, ਉਹ ਅਲੱਗ-ਅਲੱਗ ਹਾਲਾਤਾਂ ਵਿੱਚ ਵੱਖ-ਵੱਖ ਸਥਿਤੀਆਂ ਉਹਨਾਂ ਨੂੰ ਪ੍ਰਦਾਨ ਕੀਤੀਆਂ ਗਈਆਂ ਹਨ। ਕਿਉਂਕਿ ਜੋ ਸਥਿਤੀ ਹੈ, ਸਥਿਤੀ ਦਾ ਕੀ ਅਰਥ ਹੈ ਕਿ ਕੋਈ ਵੀ ਪਦ ਜੋ ਸਮਾਜ ਦੇ ਵਿੱਚ ਕਿਸੇ ਵਿਅਕਤੀ ਦੀ ਪੂਰੀ ਸਮਾਜਿਕ ਸਥਿਤੀ ਦਾ ਸਿਰਫ ਇੱਕ ਭਾਗ ਹੁੰਦਾ ਹੈ।
ਜੋ ਪਦ ਕੀ ਹੈ, ਪਦ ਦਾ ਅਰਥ ਕੀ ਹੈ ਕਿ ਸਮਾਜ ਵਿੱਚ ਕਿਸੇ ਵਿਅਕਤੀ ਦੀ ਪੂਰੀ ਸਮਾਜਿਕ ਸਥਿਤੀ ਦਾ ਸਿਰਫ ਇੱਕ ਭਾਗ ਹੁੰਦਾ ਹੈ। ਜਿਵੇਂ ਮੈਂ ਪਹਿਲਾਂ ਵੀ ਦੱਸਿਆ ਸੀ ਕਿ ਹਰ ਇੱਕ ਵਿਅਕਤੀ ਵੱਖ-ਵੱਖ ਸਥਿਤੀਆਂ ਦੇ ਵਿੱਚ ਰਹਿ ਕੇ ਕੰਮ ਕਰਦਾ ਹੈ। ਉਸਦੀ ਸਥਿਤੀਆਂ ਉਸ ਤੋਂ ਵੱਖ-ਵੱਖ ਦਿੱਤੀਆਂ ਗਈਆਂ ਹੁੰਦੀਆਂ। ਕਿਤੇ ਉਸਦੀ ਪਿਤਾ ਦੀ ਜੋ ਸਥਿਤੀ ਹੈ ਉਹ ਵੱਧ ਮਹੱਤਵਪੂਰਨ ਹੋਏਗੀ ਤੇ ਕਿਤੇ ਐਜ਼ ਅ ਫਰੈਂਡ ਦੀ ਸਥਿਤੀ ਘੱਟ ਮਹੱਤਵਪੂਰਨ ਹੋਏਗੀ। ਸੋ ਏਦਾਂ ਵੱਖ-ਵੱਖ ਸਥਿਤੀਆਂ ਦੇ ਵਿੱਚ ਵਿਅਕਤੀ ਹੁੰਦਾ ਹੈ ਤੇ ਉਸਦੇ ਨਾਲ-ਨਾਲ ਉਹ ਆਪਣੀਆਂ ਭੂਮਿਕਾਵਾਂ ਵੀ ਨਿਭਾਉਂਦਾ ਹੈ ਤੇ ਇਸ ਦੇ ਨਾਲ-ਨਾਲ ਕੀ ਹੈ, ਉਸਨੂੰ ਉਸ ਦਰਜੇ ਦੇ ਉੱਤੇ ਰੱਖਿਆ ਜਾਂਦਾ ਹੈ, ਉਸ ਸਥਿਤੀ ਦੇ ਉੱਤੇ ਰੱਖਿਆ ਜਾ ਰਿਹਾ ਹੈ ਜਾਂ ਉਹਨੂੰ ਪੋਜੀਸ਼ਨ ਸਮਾਜ ਦੇ ਵਿੱਚ ਦਿੱਤੀ ਗਈ ਹੁੰਦੀ ਹੈ। ਕਿਉਂਕਿ ਸਥਿਤੀ ਦਾ ਜੋ ਪ੍ਰਗਟਾਵਾ ਹੈ ਉਹ ਵਿਅਕਤੀ ਦੇ ਕੰਮਾਂ ਦੁਆਰਾ ਹੁੰਦਾ ਹੈ। ਸਥਿਤੀ ਦਾ ਪ੍ਰਗਟਾਵਾ ਜੋ ਇੱਕ ਵਿਅਕਤੀ ਕੰਮ ਕਰਦਾ ਹੈ ਉਸਦੇ ਦੁਆਰਾ ਹੀ ਹੁੰਦਾ ਹੈ। ਕਿਉਂਕਿ ਜਿਵੇਂ-ਜਿਵੇਂ ਵਿਅਕਤੀ ਸਮਾਜਿਕ ਪੱਦਾਂ ਦੇ ਵਿੱਚ ਉਸਦਾ ਵਾਧਾ ਹੁੰਦਾ ਜਾਂਦਾ ਹੈ, ਉਹ ਵਿਕਾਸ ਕਰਦਾ ਜਾਂਦਾ ਹੈ, ਉਵੇਂ ਹੀ ਸਮਾਜ ਦੇ ਵਿੱਚ ਉਸਦੀ ਇੱਜ਼ਤ ਪਹਿਲਾਂ ਨਾਲੋਂ ਵੀ ਹੋਰ ਵਧੇਰੇ ਵੱਧ ਜਾਂਦੀ ਹੈ ਜਾਂ ਹੋਰ ਕਿਤੇ ਜ਼ਿਆਦਾ ਵੱਧ ਜਾਂਦੀ ਹੈ। ਇਸ ਕਰਕੇ ਸਮਾਜ ਦੇ ਵਿੱਚ ਹਰ ਇੱਕ ਵਿਅਕਤੀ ਕੋਈ ਨਾ ਕੋਈ ਸਥਿਤੀ ਦਾ ਹਿੱਸਾ ਹੁੰਦਾ ਹੈ। ਕਿਉਂਕਿ ਜੋ ਆਪਣਾ ਸਮਾਜ ਹੈ, ਸਮਾਜ ਕੀ ਹੈ, ਲੋਕਾਂ ਦਾ ਇਕੱਠ ਹੈ, ਉਹ ਸਮੂਹ ਹੈ ਜਿਸ ਦੇ ਵਿੱਚ ਵਿਅਕਤੀ ਵੱਖ-ਵੱਖ ਭੂਮਿਕਾਵਾਂ ਨਿਭਾ ਰਿਹਾ ਹੈ, ਅੰਤਰ ਕਿਰਿਆਵਾਂ ਕਰਦਾ ਹੈ, ਇੱਕ ਦੂਸਰੇ ਨਾਲ ਮਿਲ ਕੇ ਗੱਲਬਾਤ ਕਰ ਰਿਹਾ ਹੈ ਜਾਂ ਉਹ ਅੱਗੇ ਸਮਾਜ ਦੇ ਵਿੱਚ ਕਿਵੇਂ ਚੱਲ ਰਿਹਾ ਹੈ। ਸੋ ਇਹ ਸਾਰੀਆਂ ਚੀਜ਼ਾਂ ਜਿੱਥੇ ਉਹ ਸਮਾਜ ਦੇ ਵਿੱਚ ਸਰਵਾਈਵ ਕਰਨਾ ਸਿੱਖਦਾ ਹੈ ਜਾਂ ਉਹ ਸਮਾਜ ਦੇ ਵਿੱਚ ਦੂਜੇ ਲੋਕਾਂ ਦੇ ਨਾਲ ਮਿਲ ਕੇ ਆਪਣੀਆਂ ਜ਼ਰੂਰਤਾਂ ਨੂੰ ਪੂਰਾ ਕਰ ਰਿਹਾ ਹੈ, ਆਪਣੀਆਂ ਆਰਥਿਕ ਜ਼ਰੂਰਤਾਂ, ਸਮਾਜਿਕ, ਮਾਨਸਿਕ ਜਾਂ ਕੋਈ ਵੀ ਜ਼ਰੂਰਤਾਂ ਹੈ ਜਾਂ ਰੋਟੀ ਕੱਪੜਾ ਮਕਾਨ ਮੁੱਢਲੀ ਜ਼ਰੂਰਤਾਂ ਦੇਖ ਲਈਏ। ਸੋ ਜਿੱਥੇ ਵਿਅਕਤੀ ਆਪਣੀਆਂ ਸਾਰੀਆਂ ਜ਼ਰੂਰਤਾਂ ਨੂੰ ਪੂਰਾ ਕਰਨਾ ਸ਼ੁਰੂ ਕਰਦਾ ਹੈ ਉੱਥੇ ਇੱਕ ਨਵੇਂ ਸਮਾਜ ਦਾ ਨਿਰਮਾਣ ਹੋ ਰਿਹਾ ਹੈ ਜਾਂ ਐਵੇਂ ਕਹਿ ਸਕਦੇ ਹਾਂ ਕਿ ਉੱਥੇ ਸਮਾਜ ਦਾ ਵਿਕਾਸ ਹੋਣਾ ਸ਼ੁਰੂ ਹੋ ਜਾਂਦਾ ਹੈ। ਕਿਉਂਕਿ ਇੱਕ ਵਿਅਕਤੀ ਨੇ ਜਾਂ ਤਾਂ ਉਸਨੂੰ ਕੁਦਰਤ ਦੁਆਰਾ ਉਸਦੀ ਸਥਿਤੀ ਮਿਲੀ ਹੋਈ ਹੈ ਜਿਸ ਨੇ ਉਸਨੂੰ ਉੱਚਾ ਚੁੱਕਿਆ ਹੈ ਜਾਂ ਫਿਰ ਦੂਸਰੇ ਢੰਗ ਦੇ ਨਾਲ ਜੋ ਇੱਕ ਅਰਜਿਤ ਸਥਿਤੀ ਹੈ, ਉਹਦੀ ਅਚੀਵ ਸਟੇਟਸ ਹੈ ਜੋ ਉਹ ਆਪ ਅਚੀਵ ਕਰ ਰਿਹਾ ਹੈ ਮਿਹਨਤ ਕਰਕੇ, ਸਟਰਗਲ ਕਰਕੇ, ਜਿਸ ਨੇ ਉਸਨੂੰ ਅੱਗੇ ਸਿਖਰਾਂ ਤੱਕ ਪਹੁੰਚਾਇਆ। ਹੁਣ ਅੱਗੇ ਸੈਕੰਡ ਜੋ ਇਹਦਾ ਟੌਪਿਕ ਹੈ ਸਥਿਤੀ ਦੇ ਨਾਲ ਉਹ ਹੈ ਭੂਮਿਕਾ। ਸੋ ਜਿਵੇਂ ਸਮਾਜ ਦੇ ਵਿੱਚ ਦੱਸਿਆ ਗਿਆ ਸੀ ਕਿ ਜੋ ਸਮਾਜ ਹੈ ਉਹ ਕੀ ਹੈ, ਸਮਾਜਿਕ ਸੰਬੰਧਾਂ ਦਾ ਜਾਲ ਹੈ। ਸਮਾਜ ਦੇ ਵਿੱਚ ਵੱਖ-ਵੱਖ ਲੋਕਾਂ ਦੇ ਵਿਚਕਾਰ ਸੰਬੰਧ ਪਾਏ ਜਾਂਦੇ ਹੈ ਜਿਸ ਦੇ ਨਾਲ ਵਿਅਕਤੀ ਇੱਕ ਦੂਸਰੇ ਨਾਲ ਮਿਲ ਕੇ ਆਪਣੀ ਭੂਮਿਕਾ ਨੂੰ ਵੀ ਨਿਸ਼ਚਿਤ ਤੌਰ ਦੇ ਉੱਤੇ ਨਿਭਾ ਰਿਹਾ ਹੈ, ਪੂਰੀ ਕਰ ਰਿਹਾ ਹੈ। ਸੋ ਸਮਾਜ ਦੀ ਸਮਾਜਿਕ ਵਿਵਸਥਾ ਨੂੰ ਕਾਇਮ ਰੱਖਣ ਦੇ ਲਈ ਕੇਵਲ ਸਮਾਜਿਕ ਸਥਿਤੀ ਦਾ ਹੀ ਹੋਣਾ ਜ਼ਰੂਰੀ ਨਹੀਂ, ਬਲਕਿ ਜੋ ਉਹਦੀ ਭੂਮਿਕਾਵਾਂ ਹੈ ਜਾਂ ਜੋ ਇੱਕ ਵਿਅਕਤੀ ਸਮਾਜਿਕ ਰੋਲ ਕੀ ਪਲੇ ਕਰ ਰਿਹਾ ਹੈ, ਸਮਾਜਿਕ ਰੋਲ ਕੀ ਨਿਭਾ ਰਿਹਾ ਹੈ, ਉਸਦਾ ਵੀ ਹੋਣਾ ਬਹੁਤ ਜ਼ਰੂਰੀ ਹੈ। ਇਸ ਕਰਕੇ ਸਮਾਜ ਦੀ ਸਮਾਜਿਕ ਵਿਵਸਥਾ ਨੂੰ ਕਾਇਮ ਰੱਖਣ ਦੇ ਲਈ, ਇੱਕ ਸਿਸਟਮ ਨੂੰ ਕਾਇਮ ਰੱਖਣ ਦੇ ਲਈ ਇਹ ਬਹੁਤ ਜ਼ਰੂਰੀ ਹੈ ਕਿ ਸਮਾਜਿਕ ਪਦ ਦੇ ਨਾਲ ਨਾਲ, ਸਮਾਜਿਕ ਸਥਿਤੀ ਦੇ ਨਾਲ ਨਾਲ ਇੱਕ ਵਿਅਕਤੀ ਸਮਾਜ ਦੇ ਵਿੱਚ ਆਪਣੀ ਭੂਮਿਕਾ ਨੂੰ ਵੀ ਸਹੀ ਢੰਗ ਨਾਲ ਨਿਭਾਵੇ ਤੇ ਇਸ ਸਮਾਜ ਦੇ ਵਿੱਚ ਉਹ ਆਪਣਾ ਰੋਲ ਪ੍ਰਾਪਤ ਕਰ ਸਕੇ। ਸੋ ਜੋ ਭੂਮਿਕਾ ਕੀ ਹੈ, ਇਹ ਇੱਕ ਦਿੱਤੇ ਗਏ ਰੁਤਬੇ ਨਾਲ ਸੰਬੰਧਿਤ ਇੱਕ ਅਨੁਮਾਨਿਤ ਵਿਵਹਾਰ ਹੈ। ਇਹ ਇੱਕ ਉਹ ਵਿਵਹਾਰ ਹੈ ਜੋ ਇੱਕ ਵਿਅਕਤੀ ਆਪਣੇ ਰੁਤਬੇ ਦੇ ਅਨੁਸਾਰ ਕਰ ਰਿਹਾ ਹੈ, ਜਿਸ ਦੀ ਭੂਮਿਕਾ ਉਸਦੇ ਰੁਤਬੇ ਅਨੁਸਾਰ, ਉਸਦੇ ਸਟੇਟਸ ਦੇ ਅਨੁਸਾਰ ਉਸਨੂੰ ਦਿੱਤੀ ਗਈ ਹੈ। ਸੋ ਹਰੇਕ ਸਥਿਤੀ ਵਿੱਚ ਕਈ ਭੂਮਿਕਾਵਾਂ ਸ਼ਾਮਿਲ ਹੁੰਦੀਆਂ ਹਨ। ਹਰ ਇੱਕ ਵਿਅਕਤੀ ਵੱਖ-ਵੱਖ ਸਥਿਤੀਆਂ ਦੇ ਉੱਤੇ ਰਹਿ ਕੇ ਤੇ ਇੱਕ ਸਥਿਤੀ ਦੇ ਵਿੱਚ ਰਹਿ ਕੇ ਵੀ ਕਈ ਤਰ੍ਹਾਂ ਦੀਆਂ ਭੂਮਿਕਾਵਾਂ ਨਿਭਾ ਰਿਹਾ ਹੈ, ਉਸ ਭੂਮਿਕਾਵਾਂ ਦੇ ਵਿੱਚ ਸ਼ਾਮਿਲ ਹੋ ਰਿਹਾ ਹੈ ਜਿਸ ਦੇ ਨਾਲ ਉਹ ਵਿਅਕਤੀ ਆਪਣੀ ਭੂਮਿਕਾ, ਆਪਣਾ ਕੰਮ ਸਹੀ ਢੰਗ ਨਾਲ ਸਮਾਜ ਦੇ ਵਿੱਚ ਰਹਿ ਕੇ ਕਰ ਰਿਹਾ ਹੈ। ਕਿਉਂਕਿ ਇਹ ਜੋ ਸਥਿਤੀ ਹੈ ਇਹ ਭੂਮਿਕਾ ਨਾਲ ਸੰਬੰਧਿਤ ਹੈ ਤੇ ਭੂਮਿਕਾ ਇੱਕ ਵਿਅਕਤੀ ਨੂੰ ਸਥਿਤੀ ਦੁਆਰਾ ਹੀ ਪ੍ਰਾਪਤ ਹੁੰਦੀ ਹੈ। ਕਿਉਂਕਿ ਜੋ ਸਮਾਜ ਦੀ ਜੋ ਸਮਾਜਿਕ ਵਿਵਸਥਾ ਹੈ ਉਸਨੂੰ ਸਹੀ ਰੱਖਣ ਲਈ, ਉਸਨੂੰ ਕਾਇਮ ਰੱਖਣ ਦੇ ਲਈ ਇਹ ਚੀਜ਼ਾਂ ਬਹੁਤ ਮਹੱਤਵਪੂਰਨ ਹਨ। ਸੋ ਏਦਾਂ ਹੀ ਪਦ ਅਤੇ ਭੂਮਿਕਾ ਸਿੱਕੇ ਦੇ ਦੋ ਪਹਿਲੂ ਹਨ, ਉਹ ਇੱਕ ਦੂਜੇ ਨਾਲ ਜੁੜੇ ਹੋਏ ਹਨ। ਜਿਵੇਂ ਇੱਕ ਸਿੱਕੇ ਦੇ ਦੋ ਪਹਿਲੂ ਹੁੰਦੇ ਹਨ, ਉਵੇਂ ਹੀ ਭੂਮਿਕਾ ਤੇ ਸਥਿਤੀ ਇਹ ਦੋਨੋਂ ਹੀ ਇੱਕ ਸਿੱਕੇ ਦੇ ਦੋ ਪਹਿਲੂਆਂ ਦੇ ਵਾਂਗ ਹੈ, ਜੋ ਇੱਕ ਕੜੀ ਦੇ ਵਾਂਗ, ਇੱਕ ਲੜੀ ਦੇ ਵਾਂਗ, ਇੱਕ ਚੇਨ ਦੇ ਵਾਂਗ ਇੱਕ ਦੂਸਰੇ ਨਾਲ ਜੁੜੇ ਹੋਏ ਹਨ ਤੇ ਇਹਨਾਂ ਨੂੰ ਕੋਈ ਅਲੱਗ ਨਹੀਂ ਕਰ ਸਕਦਾ। ਕਿਉਂਕਿ ਇੱਕ ਵਿਅਕਤੀ ਨੂੰ ਜੋ ਸਥਿਤੀ ਦਿੱਤੀ ਗਈ ਹੋਏਗੀ ਉਸ ਦੇ ਅਨੁਸਾਰ ਹੀ ਉਹ ਆਪਣੀ ਭੂਮਿਕਾ ਨੂੰ ਨਿਭਾਏਗਾ। ਸੋ ਇਸ ਦੇ ਵਿੱਚ ਅੱਗੇ ਚੱਲਦੇ ਹਾਂ। ਉਦਾਹਰਨ ਜਾਂ ਫਿਰ ਇਹਦੇ ਅਰਥ ਵਿੱਚ ਹੋਰ ਜੇ ਦੱਸਾਂ ਮੈਂ ਤਾਂ ਸਮਾਜ ਦੇ ਵਿੱਚ ਜੋ ਵਿਅਕਤੀ ਹੈ, ਵਿਅਕਤੀਆਂ ਨੂੰ ਉਹਨਾਂ ਦੇ ਕੰਮ ਦੇ ਆਧਾਰ ਤੇ ਵੱਖਰਾ ਕੀਤਾ ਜਾਂਦਾ। ਵੱਖ-ਵੱਖ ਸਥਿਤੀਆਂ ਤਾਂ ਦਿੱਤੀਆਂ ਜਾ ਰਹੀਆਂ,
ਇਸ ਤੋਂ ਇਲਾਵਾ ਜੋ ਇੱਕ ਵਿਅਕਤੀ ਦੀ ਭੂਮਿਕਾ ਉਸ ਤੋਂ ਨਿਰਧਾਰਿਤ ਕੀਤੀ ਗਈ ਹੁੰਦੀ ਹੈ, ਵੱਖ-ਵੱਖ ਲੋਕ ਵੱਖ-ਵੱਖ ਭੂਮਿਕਾਵਾਂ ਦੇ ਨਾਲ ਸਮਾਜ ਦੇ ਵਿੱਚ ਵਿਚਰ ਰਹੇ ਹੈ, ਸੋ ਉਸ ਦੇ ਨਾਲ ਉਹਨਾਂ ਨੂੰ ਵੱਖ-ਵੱਖ ਕੀਤਾ ਜਾ ਰਿਹਾ, ਉਹਨਾਂ ਨੂੰ ਵੱਖਰਾ ਕੀਤਾ ਜਾਂਦਾ ਹੈ। ਇਸ ਲਈ ਸਮਾਜ ਦੇ ਵਿੱਚ ਜੋ ਵਿਅਕਤੀ ਹੈ ਜਿੰਨੇ ਵੀ, ਉਹਨਾਂ ਨੂੰ ਜੋ ਵੀ ਕੰਮ ਦਿੱਤਾ ਜਾਂਦਾ ਹੈ, ਉਸ ਕੰਮ ਦੇ ਆਧਾਰ ਤੇ ਉਹਨਾਂ ਨੂੰ ਵੱਖਰਾ ਕੀਤਾ ਜਾ ਰਿਹਾ ਹੈ। ਉਦਾਹਰਨ ਦੇ ਤੌਰ ਤੇ ਜਿਵੇਂ ਸਰੀਰ ਦੇ ਅੰਗ ਵੱਖ-ਵੱਖ ਕੰਮ ਕਰਦੇ ਹੈ, ਉਸੇ ਤਰ੍ਹਾਂ ਹੀ ਸਮਾਜ ਦੇ ਵਿੱਚ ਵਿਅਕਤੀ ਵੀ ਅਲੱਗ-ਅਲੱਗ ਰੋਲ ਪਲੇ ਕਰ ਰਹੇ ਜਾਂ ਅਲੱਗ-ਅਲੱਗ ਭੂਮਿਕਾ ਨਿਭਾ ਰਹੇ। ਸੋ ਹਰ ਇੱਕ ਭੂਮਿਕਾ ਸਥਿਤੀ ਦੇ ਵਾਂਗ ਹੀ ਕੁਝ ਭੂਮਿਕਾਵਾਂ ਨੂੰ ਸਮਾਜ ਦੇ ਵਿੱਚ ਵੱਧ ਮਹੱਤਵ ਦਿੱਤਾ ਜਾਏਗਾ ਤੇ ਕਈਆਂ ਨੂੰ ਘੱਟ ਮਹੱਤਵ ਦਿੱਤਾ ਜਾਏਗਾ। ਇਸ ਕਰਕੇ ਹਰੇਕ ਸਥਿਤੀ ਨਾਲ ਭੂਮਿਕਾ ਜੁੜੀ ਹੋਈ ਹੁੰਦੀ ਹੈ। ਹਰੇਕ ਸਥਿਤੀ ਨਾਲ ਭੂਮਿਕਾ ਨੂੰ ਜੁੜੀ ਹੋਈ ਦਾ ਕੀ ਮਤਲਬ ਹੈ ਕਿ ਇਹ ਭੂਮਿਕਾ ਤੇ ਸਥਿਤੀ ਦੋਨੋਂ ਇੱਕ ਦੂਸਰੇ ਦੇ ਨਾਲ ਮਿਲ ਕੇ ਹੀ ਸਮਾਜ ਦੇ ਵਿੱਚ ਇੱਕ ਵਿਅਕਤੀ ਸਹੀ ਕੰਮ ਕਰੇਗਾ ਜਾਂ ਉਹਦੀ ਸਹੀ ਢੰਗ ਦੇ ਨਾਲ ਪਹਿਚਾਣ ਕੀਤੀ ਜਾਏਗੀ। ਕਿ ਜੇ ਇੱਕ ਐਗਜ਼ਾਮਪਲ ਕਰੋ ਕਿ ਜੇ ਕੋਈ ਟੀਚਰ ਹੈ, ਜੇ ਉਹਦਾ ਸਟੇਟਸ ਕੀ ਹੈ, ਉਹਦੀ ਸਥਿਤੀ ਹੈ ਕਿ ਉਹ ਟੀਚਰ ਹੈ ਤੇ ਉਹਦੀ ਭੂਮਿਕਾ ਕੀ ਹੈ ਕਿ ਉਸਨੇ ਬੱਚਿਆਂ ਨੂੰ ਗਿਆਨ ਵੰਡਣਾ ਹੈ, ਆਪਣੇ ਜੋ ਵਿਦਿਆਰਥੀ ਹੈ ਉਹਨਾਂ ਨੂੰ ਪੜ੍ਹਾਉਣਾ ਹੈ। ਤੇ ਜੋ ਉਹ ਆਪਣਾ ਸਟੇਟਸ ਤੇ ਭੂਮਿਕਾ, ਜੇ ਦੋਨੋਂ ਚੀਜ਼ਾਂ ਵਿੱਚੋਂ ਜੇ ਇੱਕ ਚੀਜ਼ ਉਹ ਸਹੀ ਢੰਗ ਨਾਲ ਨਹੀਂ ਕਰੇਗਾ, ਤਦ ਉਸਦਾ ਸੁਸਾਇਟੀ ਦੇ ਵਿੱਚ ਜੋ ਇੱਕ ਸਿਸਟਮ ਚੱਲ ਰਿਹਾ ਹੈ, ਇੱਕ ਬੈਲੈਂਸ ਚੱਲ ਰਿਹਾ, ਉਹ ਵਧੀਆ ਨਹੀਂ ਹੋ ਪਾਏਗਾ। ਇਸ ਕਰਕੇ ਉਸ ਵਿਅਕਤੀ ਨੂੰ ਸਹੀ ਢੰਗ ਦੇ ਨਾਲ ਜੱਜ ਕਰਨ ਲਈ ਜ਼ਰੂਰਤ ਹੁੰਦੀ ਹੈ ਕਿ ਉਹ ਸਹੀ ਸਥਿਤੀ ਦੇ ਵਿੱਚ ਰਹਿ ਕੇ ਸਹੀ ਭੂਮਿਕਾ ਨੂੰ ਨਿਭਾਵੇ, ਤਾਂ ਹੀ ਉਹ ਵਿਅਕਤੀ ਸਮਾਜ ਦੇ ਵਿੱਚ ਸਹੀ ਦਿਸ਼ਾ ਦੇ ਵਿੱਚ ਅੱਗੇ ਚੱਲ ਸਕਦਾ ਹੈ। ਸੋ ਸਮਾਜ ਦੇ ਵਿੱਚ ਕੰਮ ਦੀ ਵੰਡ ਦਾ ਹੋਣਾ ਬਹੁਤ ਜ਼ਰੂਰੀ ਹੈ। ਕੰਮ ਵੱਖ-ਵੱਖ ਢੰਗ ਦੇ ਨਾਲ ਵੰਡਿਆ ਹੋਇਆ, ਜਿਵੇਂ ਪਿਤਾ ਦਾ ਕੰਮ ਘਰ ਤੋਂ ਬਾਹਰ ਜਾ ਕੇ ਕੰਮ ਕਰਨਾ, ਪੈਸੇ ਕਮਾਉਣਾ, ਆਰਥਿਕ ਸਹਾਇਤਾ, ਆਰਥਿਕ ਮਦਦ ਦੇਣਾ ਪਰਿਵਾਰਕ ਮੈਂਬਰਾਂ ਨੂੰ, ਉਵੇਂ ਹੀ ਮਾਤਾ ਦਾ ਕੰਮ ਬੱਚੇ ਪੈਦਾ ਕਰਨਾ, ਬੱਚਿਆਂ ਦਾ ਪਾਲਣ ਪੋਸ਼ਣ ਕਰਨਾ, ਜਾਂ ਇਸ ਤੋਂ ਇਲਾਵਾ ਘਰ ਦੀਆਂ ਬਾਕੀ ਕੰਮ ਕਰਨੇ ਜਿਵੇਂ ਹਾਊਸਹੋਲਡ ਚੋਰਸ ਹੁੰਦੇ ਹੈ, ਜਾਂ ਫਿਰ ਰਸੋਈ ਦਾ ਕੰਮ ਕਰਨਾ, ਬਾਕੀ ਆਪਣੇ ਜੋ ਪਰਿਵਾਰਿਕ ਮੈਂਬਰ ਹੈ ਉਹਨਾਂ ਦੀ ਦੇਖਭਾਲ ਸਾਂਭ ਸੰਭਾਲ ਕਰਨੀ। ਸੋ ਏਦਾਂ ਕੰਮ ਵੰਡਿਆ ਹੋਇਆ। ਸੋ ਇਹ ਕੰਮ ਵੰਡਣ ਦਾ ਮਤਲਬ ਕਿ ਕੰਮ ਜਿਵੇਂ ਪ੍ਰਾਚੀਨ ਸਮਾਜ ਦੇ ਵਿੱਚ ਵੀ ਇਹ ਚੀਜ਼ਾਂ ਚੱਲਦੀਆਂ ਹੁੰਦੀਆਂ ਸੀ, ਕੰਮ ਦਾ ਵੰਡਣਾ ਜਾਂ ਕੀਰਤ ਵੰਡ ਪ੍ਰਾਚੀਨ ਸਮੇਂ ਦੇ ਵਿੱਚ ਵੀ ਹੁੰਦੀ ਸੀ ਤੇ ਆਦਮ ਸਮਾਜ ਦੇ ਵਿੱਚ ਵੀ, ਜਾਂ ਕਹਿ ਸਕਦੇ ਹੋ ਕਿ ਆਧੁਨਿਕ ਸਮਾਜ ਦੇ ਵਿੱਚ ਵੀ ਇਹ ਚੀਜ਼ਾਂ ਦੇਖਣ ਨੂੰ ਮਿਲਦੀਆਂ। ਜਿਵੇਂ ਆਦਮੀ ਘਰ ਤੋਂ ਬਾਹਰ ਜਾ ਕੇ ਕੰਮ ਕਰ ਰਿਹਾ ਹੈ ਤੇ ਔਰਤ ਘਰ ਦੇ ਵਿੱਚ ਰਹਿ ਕੇ ਕੰਮ ਕਰ ਰਹੀ ਹੈ। ਇਸੇ ਤਰ੍ਹਾਂ ਵਿਅਕਤੀ ਦਾ ਸਮਾਜ ਵਿੱਚ ਰਹਿ ਕੇ ਜਿਸ ਤਰ੍ਹਾਂ ਨਾਲ ਉਹ ਕੰਮ ਕਰ ਰਿਹਾ ਹੈ, ਕੰਮ ਕੀਤਾ ਜਾ ਰਿਹਾ ਹੈ, ਉਸ ਤੋਂ ਭੂਮਿਕਾ ਕਹਾਂਗੇ। ਸੋ ਇਹ ਚੀਜ਼ ਮੈਂ ਦੁਬਾਰਾ ਦੁਹਰਾਉਣਾ ਚਾਹੁੰਦੀ ਹਾਂ ਇੱਥੇ ਕਿ ਇਸੇ ਤਰ੍ਹਾਂ ਜੋ ਵਿਅਕਤੀ ਹੈ, ਵਿਅਕਤੀ ਦਾ ਸਮਾਜ ਵਿੱਚ ਰਹਿ ਕੇ ਜਿਸ ਢੰਗ ਦਾ ਕੰਮ ਕਰ ਰਿਹਾ ਹੈ ਉਸ ਨੂੰ ਭੂਮਿਕਾ ਕਿਹਾ ਜਾਂਦਾ। ਕੋਈ ਇੱਕ ਅਧਿਆਪਕ ਦਾ ਕੰਮ ਕਰ ਰਿਹਾ ਹੈ, ਕੋਈ ਇੱਕ ਕਿਸੇ ਕੰਪਨੀ ਦੇ ਵਿੱਚ ਕੋਈ ਕੰਮ ਕਰ ਰਿਹਾ ਹੈ, ਕੋਈ ਸਟੈਟਿਸਟਿਕਸ ਦਾ ਕੰਮ ਕਰ ਰਿਹਾ ਹੈ, ਕੋਈ ਅਕਾਊਂਟ ਸੰਭਾਲ ਰਿਹਾ ਹੈ, ਜਾਂ ਕੋਈ ਲਾਇਰ ਹੈ, ਕੋਈ ਡਾਕਟਰ ਹੈ, ਕੋਈ ਸਾਇੰਟਿਸਟ ਹੈ, ਕੋਈ ਪਲੰਬਰ ਦਾ ਕੰਮ ਕਰ ਰਿਹਾ ਹੈ, ਕੋਈ ਬੂਟ ਪਾਲਿਸ਼ ਸ਼ੂਜ਼ ਪਾਲਿਸ਼ ਕਰ ਰਿਹਾ ਹੈ। ਸੋ ਇਹਦਾ ਮਤਲਬ ਕਿ ਇੱਕ ਵਿਅਕਤੀ ਸਮਾਜ ਦੇ ਵਿੱਚ ਰਹਿ ਕੇ ਜੋ ਉਹ ਕੰਮ ਕਰਦਾ ਪਿਆ ਉਹੀ ਉਹਦੀ ਭੂਮਿਕਾ ਹੋ ਜਾਏਗੀ। ਸੋ ਇੱਕ ਵਿਅਕਤੀ ਦੀ ਭੂਮਿਕਾ ਨੂੰ ਦੇਖਣਾ ਜਾਂ ਉਸਨੂੰ ਪਰਖਣਾ ਬਹੁਤ ਸੌਖਾ ਹੋ ਜਾਂਦਾ ਹੈ ਕਿ ਜੋ ਇੱਕ ਵਿਅਕਤੀ ਸਮਾਜ ਦੇ ਵਿੱਚ ਰਹਿ ਕੇ ਕੰਮ ਕਰਦਾ ਪਿਆ ਹੁੰਦਾ ਹੈ ਉਹੀ ਉਸਦੀ ਭੂਮਿਕਾ ਹੋ ਜਾਂਦੀ ਹੈ ਤੇ ਉਸ ਭੂਮਿਕਾ ਦੇ ਨਾਲ ਉਸ ਵਿਅਕਤੀ ਨੂੰ ਸਮਾਜ ਦੇ ਵਿੱਚ ਉਹੀ ਸਥਿਤੀ ਮਿਲ ਜਾਂਦੀ ਹੈ। ਹੁਣ ਅੱਗੇ ਇਹਦੀਆਂ ਪਰਿਭਾਸ਼ਾਵਾਂ ਵੱਲ ਚੱਲਾਂਗੇ। ਭੂਮਿਕਾ ਦੀ ਪਰਿਭਾਸ਼ਾ ਲੁੰਡਬਰਗ ਦੇ ਅਨੁਸਾਰ, ਲੁੰਡਬਰਗ ਇੱਕ ਸੋਸ਼ੀਓਲੋਜਿਸਟ ਹੈ, ਉਸਨੇ ਕੀ ਕਿਹਾ ਹੈ ਕਿ ਭੂਮਿਕਾ ਕਿਸੇ ਖਾਸ ਸਮੂਹ ਜਾਂ ਸਥਿਤੀ ਵਿੱਚ ਇੱਕ ਵਿਅਕਤੀ ਤੋਂ ਉਮੀਦ ਕੀਤਾ ਗਿਆ ਇੱਕ ਵਿਵਹਾਰ ਹੈ ਜਾਂ ਉਸ ਵਿਵਹਾਰ ਦਾ ਇੱਕ ਤਰ੍ਹਾਂ ਦਾ ਪੈਟਰਨ ਹੈ, ਇੱਕ ਤਰ੍ਹਾਂ ਦਾ ਨਮੂਨਾ ਹੈ। ਸੋ ਲੁੰਡਬਰਗ ਨੇ ਕੀ ਕਿਹਾ ਕਿ ਜੋ ਭੂਮਿਕਾ ਹੈ ਉਹ ਇੱਕ ਸਮੂਹ ਦੇ ਵਿੱਚ, ਸਮਾਜ ਕੀ ਹੈ ਵੱਖ-ਵੱਖ ਸਮੂਹਾਂ ਦਾ ਹਿੱਸਾ ਹੈ, ਸਮੂਹ ਪਾਏ ਜਾਂਦੇ ਆ ਸਮਾਜ ਦੇ ਵਿੱਚ। ਸੋ ਉਸ ਸਮੂਹ ਦੇ ਵਿੱਚ ਇੱਕ ਵਿਅਕਤੀ ਦੀ ਜੋ ਸਥਿਤੀ ਹੈ ਔਰ ਉਸ ਸਥਿਤੀ ਦੇ ਅਨੁਸਾਰ ਉਹ ਜਿਵੇਂ ਵਿਵਹਾਰ ਕਰ ਰਿਹਾ ਹੈ ਜਾਂ ਉਸਦਾ ਵਿਵਹਾਰ ਕਰਨ ਦਾ ਨਮੂਨਾ ਕੀ ਹੈ, ਪੈਟਰਨ ਕੀ ਹੈ, ਜੋ ਉਮੀਦ ਕੀਤੀ ਜਾਂਦੀ ਹੈ ਉਸ ਸਮੂਹ ਵੱਲੋਂ ਵੀ ਤੇ ਪੂਰੇ ਸਮਾਜ ਵੱਲੋਂ ਵੀ ਕਿ ਉਹ ਵਿਅਕਤੀ ਉਦਾਂ ਦਾ ਹੀ ਵਿਵਹਾਰ ਕਰੇ, ਉਹ ਉਸਦੀ ਭੂਮਿਕਾ ਹੋ ਜਾਏਗੀ। ਮੈਂ ਦੁਬਾਰਾ ਇਹ ਚੀਜ਼ ਦੁਹਰਾਉਣਾ ਚਾਹੁੰਦੀ ਹਾਂ ਕਿ ਭੂਮਿਕਾ ਕਿਸੇ ਖਾਸ ਸਮੂਹ ਜਾਂ ਸਥਿਤੀ ਵਿੱਚ ਇੱਕ ਵਿਅਕਤੀ ਤੋਂ ਉਮੀਦ ਕੀਤੇ ਵਿਵਹਾਰ ਦਾ ਪੈਟਰਨ ਹੈ ਜਾਂ ਨਮੂਨਾ ਹੈ। ਸੋ ਇੱਕ ਵਿਅਕਤੀ ਸਮਾਜ ਦੇ ਵਿੱਚ ਜਿਸ ਢੰਗ ਦਾ ਵਿਵਹਾਰ ਕਰ ਰਿਹਾ ਹੈ, ਜਿਸ ਢੰਗ ਦਾ ਉਹ ਸਮਾਜ ਦੇ ਵਿੱਚ ਆਪਣੀ ਸਥਿਤੀ ਨੂੰ ਨਿਭਾ ਰਿਹਾ ਹੈ, ਵਿਵਹਾਰ ਕਰਨ ਦਾ ਜੋ ਇੱਕ ਨਮੂਨਾ ਹੈ ਉਹ ਜਿਵੇਂ ਦਰਸਾ ਰਿਹਾ ਹੈ ਕਿ ਉਹ ਕਿਵੇਂ ਕੰਮ ਕਰ ਰਿਹਾ ਹੈ, ਕਿਵੇਂ ਵਿਵਹਾਰ ਕਰ ਰਿਹਾ ਹੈ, ਉਹੀ ਉਸ ਵਿਅਕਤੀ ਦੀ ਭੂਮਿਕਾ ਹੋ ਜਾਏਗੀ। ਅੱਗੇ ਚੱਲਾਂਗੇ। ਕਿੰਗਸਲੇ ਡੇਵਿਸ ਦੇ ਅਨੁਸਾਰ ਭੂਮਿਕਾ ਉਹ ਤਰੀਕਾ ਹੈ
ਜਿਸ ਵਿੱਚ ਇੱਕ ਵਿਅਕਤੀ ਅਸਲ ਵਿੱਚ ਸਥਿਤੀ ਦੀਆਂ ਜ਼ਰੂਰਤਾਂ ਨੂੰ ਪੂਰਾ ਕਰਦਾ ਹੈ। ਸੋ ਇਹ ਇੱਕ ਤਰ੍ਹਾਂ ਦਾ ਉਹ ਤਰੀਕਾ ਹੈ, ਉਹ ਇੱਕ ਵੇ ਹੈ ਜਿਸ ਨਾਲ ਇੱਕ ਵਿਅਕਤੀ ਅਸਲ ਦੇ ਵਿੱਚ ਆਪਣੀ ਸਥਿਤੀ ਦੇ ਵਿੱਚ ਜੋ ਉਸਦੀਆਂ ਜ਼ਰੂਰਤਾਂ ਹੁੰਦੀਆਂ, ਜਿਵੇਂ ਦੱਸਿਆ ਸੀ ਕੁਝ ਅਧਿਕਾਰ ਹੁੰਦੇ ਆ, ਕੁਝ ਨਿਯਮ ਹੁੰਦੇ ਆ, ਕੁਝ ਲੋੜਾਂ ਹੈ, ਕੁਝ ਜ਼ਰੂਰਤਾਂ ਹੈ ਇੱਕ ਵਿਅਕਤੀ ਨੂੰ ਉਸਦੀਆਂ ਸਥਿਤੀ ਦੀਆਂ, ਸੋ ਉਸ ਸਥਿਤੀ ਦੀਆਂ ਜਾਂ ਜ਼ਰੂਰਤਾਂ ਨੂੰ ਪੂਰਾ ਕਰਨਾ ਸ਼ੁਰੂ ਕਰ ਦਿੰਦਾ ਹੈ। ਉਹ ਜੋ ਕੰਮ ਕਰਨਾ ਸ਼ੁਰੂ ਕਰਦਾ ਉਹੀ ਕੰਮ ਉਸਦੀ ਭੂਮਿਕਾ ਹੋ ਜਾਂਦੀ ਹੈ। ਕਿਉਂਕਿ ਸਮਾਜ ਦੀ ਵਿਵਸਥਾ ਦਾ ਜੋ ਸੰਤੁਲਨ ਹੈ ਜਾਂ ਜਿਹੜੀ ਸੰਗਠਨ ਹੈ, ਇਸ ਦੇ ਵਿੱਚ ਕੀ ਹੈ, ਜੋ ਕੰਮ ਦੀ ਵੰਡ ਹੈ ਉਹ ਬਹੁਤ ਮਹੱਤਵਪੂਰਨ ਭੂਮਿਕਾ ਨਿਭਾਉਂਦੀ ਹੈ ਕਿ ਸਮਾਜ ਨੂੰ ਵਿਵਸਥਿਤ ਰੱਖਣ ਲਈ, ਸਮਾਜ ਨੂੰ ਇੱਕ ਸੰਗਠਿਤ ਰੂਪ ਦੇ ਵਿੱਚ ਰੱਖਣ ਲਈ ਜੋ ਕੰਮ ਦੀ ਵੰਡ ਦਿੱਤੀ ਗਈ ਹੁੰਦੀ ਹੈ ਉਸ ਦੇ ਆਧਾਰ ਦੇ ਉੱਤੇ ਸਮਾਜ ਆਪਣਾ ਚੱਲਦਾ ਹੈ ਤੇ ਜਿਸ ਵਿੱਚ ਹਰ ਇੱਕ ਵਿਅਕਤੀ ਨੂੰ ਵਿਸ਼ੇਸ਼ ਕੰਮ ਸੌਂਪਿਆ ਜਾਂਦਾ ਹੈ। ਹਰ ਇੱਕ ਵਿਅਕਤੀ ਸਮਾਜ ਦੇ ਵਿੱਚ ਰਹਿ ਕੇ ਉਸਨੂੰ ਵਿਸ਼ੇਸ਼ ਕੰਮ ਦਿੱਤਾ ਜਾਂਦਾ ਹੈ, ਉਸਨੂੰ ਕੁਝ ਕੰਮ ਦਿੱਤਾ ਜਾ ਰਿਹਾ ਹੈ, ਉਹ ਕੰਮ ਆਪਣੀ ਉਹਨੂੰ ਭੂਮਿਕਾ ਕਹਾਂਗੇ ਤੇ ਆਪਣੀ ਸਥਿਤੀ ਦੇ ਵਿੱਚ ਰਹਿ ਕੇ ਉਹ ਭੂਮਿਕਾ ਨੂੰ ਨਿਭਾ ਰਿਹਾ ਹੈ। ਅਤੇ ਵਿਅਕਤੀ ਨੂੰ ਸਮਾਜ ਦੇ ਵਿੱਚ ਕੋਈ ਨਾ ਕੋਈ ਕੰਮ ਜ਼ਰੂਰ ਕਰਨਾ ਪੈਂਦਾ ਹੈ ਔਰ ਇਹਨਾਂ ਕੰਮਾਂ ਨੂੰ ਹੀ ਜੇ ਇਕੱਠਾ ਕੀਤਾ ਜਾਵੇ ਜਾਂ ਇਹਨਾਂ ਕੰਮਾਂ ਦੇ ਇਕੱਠ ਨੂੰ ਹੀ ਭੂਮਿਕਾ ਦਾ ਨਾਮ ਦੇਵਾਂਗੇ ਜਾਂ ਇਹਨਾਂ ਕੰਮਾਂ ਦੇ ਇਕੱਠ ਨੂੰ ਹੀ ਭੂਮਿਕਾ ਕਿਹਾ ਜਾਂਦਾ ਹੈ। ਜੋ ਇੱਕ ਵਿਅਕਤੀ ਸਮਾਜ ਦੇ ਵਿੱਚ ਕੰਮ ਕਰ ਰਿਹਾ ਹੈ, ਜੋ ਉਹ ਆਪਣੀ ਭੂਮਿਕਾ ਦੇ ਅਨੁਸਾਰ ਸਮਾਜ ਦੇ ਵਿੱਚ ਉਹ ਵਿਚਰ ਰਿਹਾ ਹੈ ਬਾਕੀ ਲੋਕਾਂ ਦੇ ਨਾਲ। ਇਸ ਕਰਕੇ ਅਲੱਗ-ਅਲੱਗ ਪਦਾਂ ਲਈ ਅਲੱਗ-ਅਲੱਗ ਭੂਮਿਕਾਵਾਂ ਹੁੰਦੀਆਂ ਹਨ। ਜਿਵੇਂ ਮੈਂ ਪਹਿਲਾਂ ਵੀ ਇਸ ਚੀਜ਼ ਦਾ ਵਰਣਨ ਕੀਤਾ ਸੀ ਆਪਣੇ ਇਸ ਵਿਸ਼ਾ ਦੇ ਵਿੱਚ ਕਿ ਜੇ ਇੱਕ ਵਿਅਕਤੀ ਦੀ ਸਥਿਤੀ ਉੱਚੀ ਹੈ ਸੋ ਉਸਦੀ ਭੂਮਿਕਾ ਵੀ ਉਦਾਂ ਹੀ ਹੋ ਜਾਏਗੀ। ਜੇ ਕੋਈ ਲਾਇਰ ਹੈ ਸੋ ਉਹ ਨਿਆਂ ਦਿਵਾ ਰਿਹਾ ਹੈ, ਸੋ ਉਹਦਾ ਕੰਮ ਵੀ ਉਦਾਂ ਹੀ ਹੋ ਜਾਏਗਾ, ਉਹ ਆਪਣੀ ਗਤੀਵਿਧੀਆਂ ਵੀ ਉਦਾਂ ਦੀਆਂ ਹੀ ਕਰੇਗਾ। ਸੋ ਅਲੱਗ-ਅਲੱਗ ਸਥਿਤੀ ਦੇ ਨਾਲ ਇੱਕ ਵਿਅਕਤੀ ਦਾ ਜੋ ਕੰਮ ਹੈ, ਜੋ ਭੂਮਿਕਾ ਹੈ, ਉਹ ਵੀ ਅਲੱਗ-ਅਲੱਗ ਹੋ ਜਾਂਦੀ ਹੈ। ਅੱਗੇ ਇਸ ਦੀਆਂ ਵਿਸ਼ੇਸ਼ਤਾਵਾਂ ਵੱਲ ਚੱਲਾਂਗੇ। ਸੋ ਭੂਮਿਕਾ ਦੀਆਂ ਵਿਸ਼ੇਸ਼ਤਾਵਾਂ ਕੀ ਹੈ? ਸਭ ਤੋਂ ਪਹਿਲਾਂ ਤਾਂ ਇਹ ਕਿ ਇਹ ਕਾਰਜਸ਼ੀਲ ਹੈ ਕਿਉਂਕਿ ਇਸ ਦੇ ਵਿੱਚ ਕਾਰਜ ਜਾਂ ਕੰਮ ਦੇਖਣ ਨੂੰ ਮਿਲਦੇ ਹਨ। ਹੁਣ ਕਾਰਜ ਜਾਂ ਕੰਮ ਦਾ ਕੀ ਮਤਲਬ ਹੈ? ਕਿਉਂਕਿ ਭੂਮਿਕਾ ਪਹਿਲਾਂ ਹੀ ਕਿਹਾ ਕਿ ਜੋ ਇੱਕ ਵਿਅਕਤੀ ਜਿਵੇਂ ਦਾ ਕੰਮ ਕਰ ਰਿਹਾ ਹੈ, ਜਿਵੇਂ ਦਾ ਕਾਰਜ ਕਰ ਰਿਹਾ ਹੈ, ਸਮਾਜਿਕ ਵਿਵਸਥਾ ਦੇ ਵਿੱਚ ਜੋ ਕਰ ਰਿਹਾ ਹੈ ਉਹੀ ਉਸਦੀ ਭੂਮਿਕਾ ਹੋਏਗੀ। ਇਸ ਕਰਕੇ ਭੂਮਿਕਾ ਦੀ ਇਹ ਇੱਕ ਵਿਸ਼ੇਸ਼ਤਾ ਹੋ ਜਾਂਦੀ ਹੈ ਕਿ ਜੋ ਵੀ ਉਹ ਕੰਮ ਸਮਾਜ ਦੇ ਵਿੱਚ ਕਰਦਾ ਹੈ ਜਾਂ ਫਿਰ ਉਹ ਦੂਜੇ ਲੋਕਾਂ ਨਾਲ ਅੰਤਰ ਕਿਰਿਆਵਾਂ ਕਰਦਾ ਹੈ, ਸੰਬੰਧ ਬਣਾ ਰਿਹਾ ਹੈ, ਸਮਾਜਿਕ ਤੌਰ ਉੱਤੇ ਸੰਬੰਧ ਬਣਾ ਰਿਹਾ ਹੈ ਜਾਂ ਫਿਰ ਉਹ ਜਿਵੇਂ ਵੀ ਆਪਣੀ ਭੂਮਿਕਾ ਨੂੰ ਨਿਭਾ ਰਿਹਾ ਹੈ ਸੋ ਉਸਦੀ ਉਹ ਭੂਮਿਕਾ ਸਮਾਜ ਦੇ ਵਿੱਚ ਉਸਨੂੰ ਦੇ ਦਿੱਤੀ ਜਾਂਦੀ ਹੈ ਤੇ ਉਸ ਸਥਿਤੀ ਦੇ ਅਨੁਸਾਰ ਆਪਣੀ ਭੂਮਿਕਾ ਨਿਭਾ ਰਿਹਾ ਹੈ। ਇਸ ਤੋਂ ਇਲਾਵਾ ਅਗਲਾ ਪੁਆਇੰਟ ਦੇਖਾਂਗੇ, ਸਾਡਾ ਸੱਭਿਆਚਾਰ ਰੋਲ ਨਿਰਧਾਰਿਤ ਕਰਦਾ ਹੈ। ਜਿਵੇਂ ਜੋ ਸਥਿਤੀ ਹੈ ਉਸਦੇ ਵਿੱਚ ਵੀ ਇਹ ਪੁਆਇੰਟ ਆਇਆ ਸੀ ਕਿ ਸੱਭਿਆਚਾਰ ਹੈ ਉਹ ਸਥਿਤੀ ਦੇ ਨਾਲ ਸੰਬੰਧਿਤ ਹੈ, ਉਵੇਂ ਹੀ ਜੋ ਸਾਡੀ ਸੰਸਕ੍ਰਿਤੀ ਹੈ ਉਹ ਇੱਕ ਵਿਅਕਤੀ ਨੂੰ ਭੂਮਿਕਾ ਨਿਰਧਾਰਿਤ ਕਰਦੀ ਹੈ ਕਿਉਂਕਿ ਸਮਾਜ ਪ੍ਰਵਾਨਗੀ ਦਿੰਦਾ ਹੈ। ਸਮਾਜ ਦੇ ਵਿੱਚ ਕੀ ਹੈ, ਰੋਲ ਹੈ, ਉਸਨੂੰ ਪ੍ਰਵਾਨਗੀ ਦੇਣ ਦੀ ਜ਼ਰੂਰਤ ਹੁੰਦੀ ਹੈ ਤਾਂ ਹੀ ਇੱਕ ਵਿਅਕਤੀ ਸਮਾਜ ਦੇ ਵਿੱਚ ਸਹੀ ਢੰਗ ਨਾਲ ਕੰਮ ਕਰਦਾ। ਕਿਉਂਕਿ ਜੋ ਸੱਭਿਆਚਾਰ ਕੀ ਹੈ, ਸੱਭਿਆਚਾਰ ਦੇ ਵਿੱਚ ਰਹਿ ਕੇ ਵਿਅਕਤੀ ਖਾਣਾ ਪੀਣਾ, ਉਹਦੇ ਕੱਪੜੇ ਕਿਸ ਢੰਗ ਦੇ ਪਾਉਣੇ ਆ, ਵਿਵਹਾਰ ਕਿੱਦਾਂ ਕਰਨਾ ਹੈ, ਕਿਵੇਂ ਦੂਸਰਿਆਂ ਦੇ ਵਿੱਚ ਸਮਾਜ ਦੇ ਵਿੱਚ ਕਿਵੇਂ ਵਿਚਰਨਾ ਦੂਸਰੇ ਲੋਕਾਂ ਨਾਲ। ਸੋ ਜੇ ਇੱਕ ਸੱਭਿਆਚਾਰ ਉਸਦੇ ਕੋਲ ਹੋਏਗਾ ਤਾਂ ਹੀ ਉਹ ਇਹ ਸਾਰੀਆਂ ਚੀਜ਼ਾਂ ਸਹੀ ਢੰਗ ਦੇ ਨਾਲ ਸਿੱਖ ਸਕਦਾ ਹੈ ਤੇ ਸਮਾਜ ਦੇ ਵਿੱਚ ਦੂਜੇ ਲੋਕਾਂ ਦੇ ਨਾਲ ਉਹ ਵਿਚਰ ਸਕਦਾ ਹੈ। ਇਸ ਕਰਕੇ ਜੋ ਸਾਡਾ ਸੱਭਿਆਚਾਰ ਹੈ, ਸਾਡੀ ਸੰਸਕ੍ਰਿਤੀ ਹੈ ਜੋ ਇੱਕ ਵਿਅਕਤੀ ਨੂੰ ਜਾਨਵਰ ਤੋਂ ਵੱਖ ਰੱਖਦੀ ਹੈ, ਸੋ ਇਹ ਸੰਸਕ੍ਰਿਤੀ ਹੀ ਇੱਕ ਵਿਅਕਤੀ ਨੂੰ ਉਸਦੀ ਭੂਮਿਕਾ ਨਿਰਧਾਰਿਤ ਕਰਨ ਲਈ ਮਦਦ ਕਰਦੀ ਹੈ ਜਾਂ ਉਸਨੂੰ ਨਿਰਧਾਰਿਤ ਕਰਦੀ ਹੈ ਉਸਦਾ ਰੋਲ। ਅਗਲਾ ਪੁਆਇੰਟ, ਇੱਕ ਵਿਅਕਤੀ ਕਈ ਭੂਮਿਕਾਵਾਂ ਨਾਲ ਸੰਬੰਧਿਤ ਹੈ। ਕਈ ਭੂਮਿਕਾਵਾਂ ਨਾਲ ਸੰਬੰਧਿਤ ਹੋਣ ਦਾ ਇੱਥੇ ਅਰਥ ਇਹ ਹੈ ਕਿ ਇੱਕ ਪੁਰਸ਼ ਪਿਤਾ ਵੀ ਹੈ, ਪੁੱਤਰ ਵੀ ਹੈ, ਕਿਸੇ ਦਾ ਪਤੀ ਵੀ ਹੈ, ਕਿਸੇ ਫੈਕਟਰੀ ਦਾ ਹੈਡ ਵੀ ਹੈ, ਕਿਸੇ ਕਲੱਬ ਦਾ ਮੈਂਬਰ ਹੈ, ਕਿਸੇ ਮੀਟਿੰਗ ਦੇ ਵਿੱਚ ਉਹ ਸ਼ਾਮਿਲ ਹੈ, ਕਿਸੇ ਦਾ ਐਗਜ਼ੀਕਿਊਟਿਵ ਮੈਂਬਰ ਹੋ ਸਕਦਾ। ਸੋ ਇਹਦਾ ਮਤਲਬ ਕਿ ਇੱਕ ਵਿਅਕਤੀ ਵੱਖ-ਵੱਖ ਭੂਮਿਕਾਵਾਂ ਵੀ ਹੁੰਦੀਆਂ ਉਸਦੀਆਂ, ਸਮਾਜ ਦੇ ਵਿੱਚ ਵੱਖ-ਵੱਖ ਭੂਮਿਕਾਵਾਂ ਦਾ ਕੀ ਹੈ, ਵੱਖ-ਵੱਖ ਮਹੱਤਵ ਹੋਏਗਾ। ਇੱਕ ਵਿਅਕਤੀ ਦਾ ਜੇ ਭੂਮਿਕਾ ਐਜ਼ ਅ ਫਾਦਰ ਇੰਪੋਰਟੈਂਟ ਹੈ ਤਾਂ ਐਜ਼ ਅ ਫਰੈਂਡ ਇੰਪੋਰਟੈਂਟ ਨਹੀਂ ਵੀ ਹੋ ਸਕਦੀ ਹੈ, ਘੱਟ ਮਹੱਤਵਪੂਰਨ ਹੋ ਸਕਦੀ ਹੈ। ਇਸ ਕਰਕੇ ਸਮਾਜ ਦੇ ਵਿੱਚ ਕੀ ਹੈ, ਵੱਖ-ਵੱਖ ਭੂਮਿਕਾਵਾਂ ਦਾ ਵੱਖ-ਵੱਖ ਮਹੱਤਵ ਹੁੰਦਾ ਹੈ ਕਿਉਂਕਿ ਕੁਝ ਜੋ ਭੂਮਿਕਾਵਾਂ ਹੁੰਦੀ ਹੈ ਉਸਦੀ ਸਿਖਲਾਈ ਲਿੱਤੀ ਗਈ ਹੁੰਦੀ ਹੈ। ਇੱਕ ਵਿਅਕਤੀ, ਉਦਾਹਰਨ ਬਾਰ-ਬਾਰ ਮੈਂ ਇੱਥੇ ਟੀਚਰ ਦੀ ਐਗਜ਼ਾਮਪਲ ਜ਼ਰੂਰ ਦੇਣਾ ਚਾਹਾਂਗੀ,
ਇੱਕ ਅਧਿਆਪਕ ਦੀ, ਕਿ ਜੇ ਇੱਕ ਅਧਿਆਪਕ ਹੈ ਉਸਨੇ ਇੱਕ ਸਿਖਲਾਈ ਲਿੱਤੀ ਹੈ ਕਿ ਕਿਸ ਤਰ੍ਹਾਂ ਆਪਣੇ ਵਿਦਿਆਰਥੀਆਂ ਨੂੰ ਸਿੱਖਿਆ ਪ੍ਰਦਾਨ ਕਰਨੀ ਹੈ, ਕਿਸ ਤਰ੍ਹਾਂ ਪੜ੍ਹਾਉਣਾ ਹੈ, ਕਿਸ ਤਰ੍ਹਾਂ ਲੈਕਚਰ ਲੈਣਾ ਹੈ, ਕਿਸ ਤਰ੍ਹਾਂ ਕਲਾਸ ਲੈਣੀ ਹੈ। ਸੋ ਉਹ ਸਿਖਲਾਈ ਜਦ ਇੱਕ ਲਿੱਤੀ ਜਾਂਦੀ ਹੈ, ਇੱਕ ਪ੍ਰੋਫੈਸ਼ਨਲ ਢੰਗ ਦੇ ਨਾਲ ਜਦ ਸਿਖਲਾਈ ਦਿੱਤੀ ਜਾਂਦੀ ਹੈ ਜਾਂ ਉਹ ਵਿਅਕਤੀ ਗ੍ਰਹਿਣ ਕਰ ਰਿਹਾ ਉਹ ਸਿਖਲਾਈ, ਤਾਂ ਉਸ ਭੂਮਿਕਾ ਦਾ ਮਹੱਤਵ ਜ਼ਿਆਦਾ ਹੋ ਜਾਏਗਾ ਸਮਾਜ ਦੇ ਵਿੱਚ, ਤੇ ਦੂਸਰੇ ਭੂਮਿਕਾਵਾਂ ਦਾ ਮਹੱਤਵ ਥੋੜਾ ਘੱਟ ਹੋ ਜਾਂਦਾ। ਸੋ ਏਦਾਂ ਹੀ ਸਿਖਲਾਈ ਪ੍ਰਾਪਤ ਕੀਤੀ ਗਈ ਹੁੰਦੀ ਹੈ, ਉਸਨੂੰ ਪਤਾ ਲੱਗ ਜਾਂਦਾ ਹੈ, ਜਿਵੇਂ ਕਿ ਕੋਈ IAS ਆਫਿਸਰ ਹੈ, ਉਸਨੇ ਪਹਿਲਾਂ IAS ਦੀ ਕੋਚਿੰਗ ਲਿੱਤੀ ਹੈ, ਕਿਵੇਂ ਉਹ ਪੇਪਰ ਕਲੀਅਰ ਕਰਨਾ ਹੈ ਜਾਂ ਕਿਵੇਂ ਆਪਣਾ ਸਾਰੇ ਰਿਸਪੌਂਸਿਬਿਲਿਟੀਜ਼ ਕਰਨੀ ਹੈ। ਸੋ ਉੱਦਾਂ ਹੀ ਜਿਸ ਚੀਜ਼ ਵਿੱਚ ਸਿਖਲਾਈ ਹੈ, ਸਕਿੱਲਸ ਹੈ, ਟ੍ਰੇਨਿੰਗ ਲਿੱਤੀ ਹੋਈ ਹੈ, ਸੋ ਉਹ ਭੂਮਿਕਾ ਆਪਣੇ ਆਪ ਦੇ ਵਿੱਚ ਹੀ ਇੰਪੋਰਟੈਂਟ ਹੋ ਜਾਏਗੀ। ਉਸ ਤੋਂ ਵਿਪਰੀਤ, ਉਸ ਤੋਂ ਬਿਲਕੁਲ ਉਲਟ ਜਿਹੜੀਆਂ ਦੂਜੀਆਂ ਭੂਮਿਕਾਵਾਂ ਉਹ ਘੱਟ ਮਹੱਤਵ ਵੀ ਹੋ ਸਕਦੀਆਂ। ਸੋ ਅੱਗੇ ਚੱਲਾਂਗੇ ਵਿਸ਼ੇਸ਼ਤਾਵਾਂ ਦੇ ਵਿੱਚ। ਭੂਮਿਕਾਵਾਂ ਬਦਲਣਯੋਗ ਹਨ ਜਾਂ ਪਰਿਵਰਤਨਸ਼ੀਲ ਭੂਮਿਕਾਵਾਂ ਦੇ ਵਿੱਚ ਦੇਖਣ ਨੂੰ ਮਿਲਦਾ, ਜਾਂ ਭੂਮਿਕਾਵਾਂ ਪਰਿਵਰਤਨਸ਼ੀਲ ਹੁੰਦੀਆਂ ਹਨ, ਕਿਉਂਕਿ ਜੋ ਪਰਿਵਰਤਨ ਹੈ, ਪਰਿਵਰਤਨ ਕੀ ਹੈ? ਚੇਂਜ ਇਜ਼ ਦ ਲਾਅ ਆਫ ਨੇਚਰ। ਪਰਿਵਰਤਨ ਕੁਦਰਤ ਦਾ ਨਿਯਮ ਹੈ। ਕੋਈ ਵੀ ਚੀਜ਼ ਹਮੇਸ਼ਾ ਸਟੇਬਲ ਰਹਿ ਕੇ, ਸਥਿਰ ਨਹੀਂ ਰਹਿ ਸਕਦੀ ਸਮਾਜ ਦੇ ਵਿੱਚ। ਉਦਾਂ ਹੀ ਭੂਮਿਕਾ ਹੈ, ਭੂਮਿਕਾਵਾਂ ਦੇ ਵਿੱਚ ਪਰਿਵਰਤਨ ਆਉਂਦਾ ਜਾਂਦਾ ਹੈ। ਜਿਵੇਂ ਇੱਕ ਲੜਕੀ ਹੈ, ਜਦ ਉਸਦਾ ਵਿਆਹ ਹੋ ਜਾਂਦਾ ਹੈ ਉਹ ਕਿਸੇ ਦੀ ਪਤਨੀ ਬਣ ਜਾਂਦੀ ਹੈ, ਜਦ ਬੱਚਾ ਪੈਦਾ ਹੁੰਦਾ ਹੈ ਫਿਰ ਉਹ ਕਿਸੇ ਦੀ ਮਾਂ ਬਣ ਜਾਂਦੀ ਹੈ। ਸੋ ਇਸ ਦਾ ਮਤਲਬ ਕਿ ਜੋ ਉਸਦੀ ਭੂਮਿਕਾ ਹੈ ਉਹ ਭੂਮਿਕਾ ਉਸਦੀ ਪਰਿਵਰਤਨਸ਼ੀਲ ਹੈ, ਉਸਦੇ ਵਿੱਚ ਬਦਲਾਵ ਆ ਰਿਹਾ ਹੈ। ਇਸ ਕਰਕੇ ਭੂਮਿਕਾ ਦੀ ਇੱਕ ਬਹੁਤ ਮਹੱਤਵਪੂਰਨ ਜਾਂ ਮੁੱਖ ਵਿਸ਼ੇਸ਼ਤਾ ਇਹ ਹੈ ਕਿ ਭੂਮਿਕਾਵਾਂ ਹਮੇਸ਼ਾ ਇੱਕ ਹੀ ਨਹੀਂ ਰਹਿੰਦੀਆਂ, ਬਲਕਿ ਭੂਮਿਕਾਵਾਂ ਦੇ ਵਿੱਚ ਵੀ ਪਰਿਵਰਤਨ ਆਉਂਦਾ ਰਹਿੰਦਾ ਹੈ। ਕਿਉਂਕਿ ਹਰ ਇੱਕ ਭੂਮਿਕਾਵਾਂ ਦੇ ਵਿੱਚ ਕੁਝ ਪਰਿਮਾਪ ਹੁੰਦੇ ਆ, ਕੁਝ ਕਦਰਾਂ ਕੀਮਤਾਂ ਹੁੰਦੀਆਂ ਜਿਨ੍ਹਾਂ ਦੇ ਅਨੁਸਾਰ ਪਰਿਵਰਤਨ ਜਾਂ ਤਬਦੀਲੀ ਉਸ ਰੋਲ ਦੇ ਵਿੱਚ, ਉਸ ਭੂਮਿਕਾ ਦੇ ਵਿੱਚ ਆਉਂਦੀ ਰਹਿੰਦੀ ਹੈ। ਉਸ ਤੋਂ ਬਾਅਦ ਅੱਗੇ ਚੱਲਾਂਗੇ ਕਿ ਸਾਰੀਆਂ ਭੂਮਿਕਾਵਾਂ ਦੇ ਸੀਮਿਤ ਖੇਤਰ ਹੁੰਦੇ ਹਨ। ਸੀਮਿਤ ਖੇਤਰ ਦਾ ਮਤਲਬ ਕਿ ਜਿੰਨੀਆਂ ਵੀ ਭੂਮਿਕਾਵਾਂ, ਭਾਵੇਂ ਕੋਈ ਉੱਚ ਦਰਜੇ ਤੇ ਹੈ, ਕੁਝ ਮੱਧ ਦਰਜੇ ਤੇ, ਜਾਂ ਕੁਝ ਨੀਵੀਂ ਭੂਮਿਕਾ ਹੈ, ਕੋਈ ਨੀਵੇਂ ਵਰਗ ਦੇ ਵਿੱਚ ਹੈ, ਸੋ ਸਾਰੀਆਂ ਭੂਮਿਕਾਵਾਂ ਦੇ ਇੱਕ ਖੇਤਰ ਸੀਮਿਤ ਹੋਏਗਾ। ਸੀਮਿਤ ਖੇਤਰ ਹੋਣ ਦਾ ਮਤਲਬ ਕਿ ਜੋ ਲਿਮਿਟਿਡ ਏਰੀਆ ਜੋ ਹੈ ਉਹ ਲਿਮਿਟਿਡ ਹੋਏਗਾ ਜਿੱਥੇ ਉਹ ਆਪਣੀ ਭੂਮਿਕਾ ਨੂੰ ਅਦਾ ਕਰੇਗਾ। ਇਸ ਦਾ ਉਦਾਹਰਣ ਕਿ ਜੇ ਕੋਈ ਪਿਤਾ ਹੈ ਤਾਂ ਉਸਦੀ ਭੂਮਿਕਾ ਪਿਤਾ ਦੇ ਵਜੋਂ ਉਸਦੇ ਪਰਿਵਾਰ ਦੇ ਵਿੱਚ ਹੀ ਹੋਏਗੀ, ਪਰ ਨਾ ਕਿ ਉਸਦੇ ਜੌਬ ਦੇ ਵਿੱਚ, ਨਾ ਕਿ ਉਸਦੇ ਦੋਸਤਾਂ ਦੇ ਵਿੱਚ, ਤੇ ਨਾ ਹੀ ਉਹਦੇ ਹੋਰ ਕਿਸੇ ਵੀ ਸਮੂਹ ਦੇ ਵਿੱਚ। ਇਸ ਕਰਕੇ, ਜਾਂ ਇੱਕ ਹੋਰ ਉਦਾਹਰਨ ਦੇਣਾ ਚਾਹਾਂਗੀ ਇੱਥੇ ਮੈਂ, ਜੇ ਇੱਕ ਅਧਿਆਪਕ ਹੈ, ਉਸ ਅਧਿਆਪਕ ਦੀ ਜੋ ਭੂਮਿਕਾ ਹੈ ਉਸਦਾ ਖੇਤਰ ਬਿਲਕੁਲ ਸੀਮਿਤ ਹੋਏਗਾ। ਇਸ ਦਾ ਮਤਲਬ ਕਿ ਉਹ ਅਧਿਆਪਕ ਆਪਣੇ ਸਕੂਲ ਜਾਂ ਕਾਲਜ ਦੇ ਵਿੱਚ ਹੀ ਹੋਏਗਾ ਜਾਂ ਉਸ ਇੰਸਟੀਟਿਊਸ਼ਨ ਦੇ ਵਿੱਚ ਹੀ ਹੋਏਗਾ, ਲੇਕਿਨ ਉਹ ਘਰੇ ਜਾ ਕੇ ਕਿਸੇ ਦਾ ਪਿਤਾ ਬਣ ਜਾਏਗਾ, ਕਿਸੇ ਦਾ ਆਪਣੇ ਦੋਸਤਾਂ ਦੇ ਵਿੱਚ ਜਾ ਕੇ ਕਿਸੇ ਦਾ ਦੋਸਤ ਬਣ ਜਾਏਗਾ, ਕਿਸੇ ਦਾ ਪਤੀ ਹੋ ਸਕਦਾ ਹੈ। ਸੋ ਇਹਦਾ ਮਤਲਬ ਕਿ ਕੋਈ ਵੀ ਜੋ ਭੂਮਿਕਾ ਹੁੰਦੀ ਹੈ, ਜੋ ਸਮਾਜ ਦੇ ਵਿੱਚ ਲੋਕਾਂ ਦੁਆਰਾ ਦਿੱਤੀ ਗਈ ਹੁੰਦੀ ਹੈ, ਵਿਸ਼ੇਸ਼ ਸਥਿਤੀ ਦੇ ਉੱਤੇ ਰਹਿ ਕੇ ਇੱਕ ਵਿਅਕਤੀ ਨੂੰ ਪ੍ਰਾਪਤ ਹੁੰਦੀ ਹੈ, ਉਸ ਦਾ ਜੋ ਖੇਤਰ ਹੈ ਉਹ ਬਿਲਕੁਲ ਹੀ ਸੀਮਿਤ ਹੋਏਗਾ। ਜਿਵੇਂ ਮੈਂ ਪ੍ਰੋਫੈਸਰ ਜਾਂ ਟੀਚਰ ਦੀ ਭੂਮਿਕਾ ਕਾਲਜ ਜਾਂ ਸਕੂਲ ਤੱਕ ਹੀ ਸੀਮਿਤ ਹੁੰਦੀ ਹੈ, ਉਵੇਂ ਹੀ ਹਰ ਇੱਕ ਭੂਮਿਕਾ ਦਾ ਇੱਕ ਵਿਸ਼ੇਸ਼ ਖੇਤਰ ਹੋਏਗਾ ਜਿਸ ਦੇ ਵਿੱਚ ਰਹਿ ਕੇ ਇੱਕ ਵਿਅਕਤੀ ਆਪਣੀ ਭੂਮਿਕਾ ਨੂੰ ਨਿਭਾਏਗਾ, ਤੇ ਉਸ ਭੂਮਿਕਾ ਨੂੰ ਸਹੀ ਨਿਭਾ ਕੇ ਉਹ ਆਪਣੇ ਰੋਲ ਨੂੰ, ਆਪਣੀ ਸਟੇਟਸ ਦੇ ਵਿੱਚ ਰਹਿ ਕੇ ਸਹੀ ਢੰਗ ਨਾਲ ਕੰਮ ਕਰ ਸਕਦਾ ਹੈ। ਤੇ ਅਖੀਰਲਾ ਪੁਆਇੰਟ ਇਸ ਦੇ ਵਿੱਚ ਕੀ ਹੈ ਕਿ ਜੋ ਇਨਾਮ ਹੈ, ਇਨਾਮ ਵਿਅਕਤੀਗਤ ਦੁਆਰਾ ਨਿਭਾਈਆਂ ਭੂਮਿਕਾਵਾਂ ਨਾਲ ਸੰਬੰਧਿਤ ਹੈ। ਜੋ ਇੱਕ ਇਨਾਮ ਹੈ, ਸਨਮਾਨ ਹੈ, ਉਹ ਵਿਅਕਤੀ ਨੂੰ ਉਸਦੀ ਭੂਮਿਕਾ ਦੁਆਰਾ ਹੀ ਦਿੱਤਾ ਜਾਂਦਾ ਹੈ। ਜਿਵੇਂ ਕਿ ਜੇ ਇੱਕ ਵਿਦਿਆਰਥੀ ਹੈ, ਜੇ ਉਸਨੇ ਪੇਪਰਾਂ ਦੇ ਵਿੱਚ ਅਵਲ ਆਇਆ ਹੈ, ਫਸਟ ਪੋਜੀਸ਼ਨ ਆਈ ਹੈ, ਸੋ ਉਹਨੂੰ ਇਨਾਮ ਉਸ ਢੰਗ ਦੇ ਨਾਲ ਮਿਲੇਗਾ। ਇਸ ਕਰਕੇ ਜੋ ਇੱਕ ਇੰਡੀਵਿਜੂਅਲ, ਜੋ ਇੱਕ ਵਿਅਕਤੀ ਜੋ ਵੀ ਭੂਮਿਕਾਵਾਂ ਨਿਭਾ ਰਿਹਾ ਹੈ, ਉਸਦੇ ਵਿੱਚ ਉਸਨੂੰ ਵਿਅਕਤੀਗਤ ਤੌਰ ਤੇ ਵੀ ਇਨਾਮ ਦਿੱਤਾ ਜਾ ਰਿਹਾ ਹੈ। ਸੋ ਜੋ ਇਨਾਮ ਹੈ ਉਹ ਵਿਅਕਤੀਗਤ ਦੁਆਰਾ ਨਿਭਾਈਆਂ ਭੂਮਿਕਾਵਾਂ ਨਾਲ ਸੰਬੰਧਿਤ ਰੱਖਦਾ ਹੈ ਕਿ ਇੱਕ ਵਿਅਕਤੀ ਜੋ ਭੂਮਿਕਾ ਨਿਭਾ ਰਿਹਾ ਹੈ ਉਸਦੇ ਨਾਲ ਹੀ ਉਸਨੂੰ ਉਸਦੀ ਜੋ ਭੂਮਿਕਾ ਹੈ, ਉਸਦਾ ਜੋ ਇਨਾਮ ਹੈ ਉਹ ਵੀ ਦੇ ਦਿੱਤਾ ਜਾਏਗਾ। ਕਿਉਂਕਿ ਭੂਮਿਕਾਵਾਂ ਉਹ ਵਿਵਹਾਰ ਹੈ ਜਾਂ ਉਹ ਵਿਵਹਾਰ ਦੀ ਪ੍ਰਤੀਨਿਧਤਾ ਕਰਦੇ ਹਨ ਜਿਹੜੇ ਕਿਸੇ ਪਦ ਨੂੰ ਪ੍ਰਾਪਤ ਕਰਦੇ ਹਨ, ਜਾਂ ਇੱਕ ਵਿਅਕਤੀ, ਜਾਂ ਜੇ ਮੈਂ ਇੱਥੇ ਦੁਬਾਰਾ ਇਸ ਚੀਜ਼ ਨੂੰ ਦੁਹਰਾਉਣਾ ਚਾਹੁੰਦੀ ਹਾਂ ਕਿ ਭੂਮਿਕਾਵਾਂ ਉਹ ਵਿਵਹਾਰ ਦੀ ਪ੍ਰਤੀਨਿਧਤਾ ਕਰਦੀਆਂ ਹਨ ਜਿਹੜਾ ਕਿਸੇ ਸਥਿਤੀ ਨੂੰ ਪ੍ਰਾਪਤ ਕਰਨ ਵਾਲੇ ਵਿਅਕਤੀ ਤੋਂ ਕਰਨ ਦੀ ਆਸ ਕੀਤੀ ਜਾਂਦੀ ਹੈ। ਕਿ ਜੇ ਮੈਂ ਆਪਣੀ ਉਦਾਹਰਨ ਦੇਵਾਂ ਕਿ ਜੇ ਮੈਂ ਐਜ਼ ਅ ਟੀਚਰ
ਪੜ੍ਹਾ ਰਹੀ ਹਾਂ ਤਾਂ ਮੇਰੇ ਵਿਵਹਾਰ ਤੋਂ ਜੋ ਉਮੀਦ ਕੀਤੀ ਜਾ ਰਹੀ ਹੈ ਕਿ ਮੈਂ ਇਸ ਢੰਗ ਦੇ ਨਾਲ ਆਪਣੇ ਵਿਦਿਆਰਥੀਆਂ ਦੇ ਵਿੱਚ ਇਹ ਵਿਸ਼ੇ ਨੂੰ ਸਮਝਾਉਣਾ ਹੈ। ਸੋ ਉਹ ਜੋ ਵਿਵਹਾਰ ਜੋ ਬਾਕੀ ਲੋਕਾਂ ਦੁਆਰਾ ਇਹ ਸਮੂਹ ਦੇ ਵਿੱਚ ਮੇਰੇ ਤੋਂ ਮਤਲਬ ਉਹ ਕੀਤਾ ਜਾ ਰਿਹਾ ਹੈ, ਅਡਾਪਟ ਕੀਤਾ ਜਾ ਰਿਹਾ ਹੈ, ਉਸ ਨੂੰ ਹੀ ਆਪਾਂ ਭੂਮਿਕਾ ਦਾ ਨਾਮ ਦੇਵਾਂਗੇ। ਕਿਉਂਕਿ ਜੋ ਭੂਮਿਕਾ ਹੈ ਉਹ ਪਦ ਤੋਂ ਜਾਂ ਇੱਕ ਦੂਸਰੇ ਤੋਂ ਵੱਖ ਨਹੀਂ ਹੋ ਸਕਦੀ। ਭੂਮਿਕਾ ਪੂਰੀ ਤਰੀਕੇ ਨਾਲ ਕੀ ਹੈ, ਸਥਿਤੀ ਦੇ ਉੱਤੇ ਨਿਰਭਰ ਕਰਦੀ ਹੈ। ਕਿਉਂਕਿ ਇੱਕ ਜੋ ਫੀਚਰ ਹੈ, ਇੱਕ ਸੋਸ਼ੀਓਲੋਜਿਸਟ ਹੈ ਫੀਚਰ, ਉਸਨੇ ਵੀ ਆਪਣੀ ਇੱਕ ਡੈਫੀਨੇਸ਼ਨ ਦੇ ਵਿੱਚ ਕੀ ਦੱਸਿਆ ਕਿ ਜਦੋਂ ਕੁਝ ਵਿਵਹਾਰਾਂ ਦੇ ਢੰਗ ਕੁਝ ਸਮਾਜਿਕ ਕਿਰਿਆਵਾਂ ਨਾਲ ਸੰਬੰਧਿਤ ਹੋ ਜਾਂਦੇ ਹਨ ਤਾਂ ਇਸ ਦਾ ਇਕੱਠ ਰੂਪ ਕੀ ਹੈ, ਸਮਾਜਿਕ ਭੂਮਿਕਾ, ਇਸ ਨੂੰ ਆਪਾਂ ਕਹਾਂਗੇ। ਦੁਬਾਰਾ ਦੱਸਦੀ ਹਾਂ ਮੈਂ ਕਿ ਜਦੋਂ ਕੁਝ ਵਿਵਹਾਰਾਂ ਦੇ ਢੰਗ ਕੁਝ ਸਮਾਜਿਕ ਕਿਰਿਆਵਾਂ ਨਾਲ ਸੰਬੰਧਿਤ ਹੁੰਦੇ ਹਨ ਤਾਂ ਇਸ ਦੇ ਇਕੱਠ ਰੂਪ ਨੂੰ ਸਮਾਜਿਕ ਭੂਮਿਕਾ ਦਾ ਨਾਮ ਦਿੱਤਾ ਗਿਆ ਹੈ। ਸੋ ਭੂਮਿਕਾ ਦਾ ਅਰਥ ਆਮ ਤੌਰ ਦੇ ਉੱਤੇ ਕਿਵੇਂ ਲਵਾਂਗੇ ਆਪਾਂ ਕਿ ਵਿਅਕਤੀ ਦੇ ਪੂਰੇ ਵਿਵਹਾਰ ਤੋਂ ਨਹੀਂ ਹੈ ਬਲਕਿ ਇੱਕ ਵਿਸ਼ੇਸ਼ ਵਿਵਹਾਰ ਤੋਂ ਹੈ। ਪੂਰੇ ਇੱਕ ਜੋ ਵਿਅਕਤੀ ਜਿਵੇਂ ਦਾ ਵਿਵਹਾਰ ਕਰ ਰਿਹਾ ਆਪਾਂ ਉਸ ਨੂੰ ਭੂਮਿਕਾ ਨਹੀਂ ਕਹਾਂਗੇ, ਉਸਦੇ ਪੂਰੇ ਵਿਵਹਾਰ ਤੋਂ ਨਹੀਂ ਬਲਕਿ ਉਸ ਵਿਸ਼ੇਸ਼ ਵਿਵਹਾਰ ਤੋਂ ਹੈ ਜੋ ਕਿਸੇ ਵਿਸ਼ੇਸ਼ ਹਾਲਾਤ ਵਿੱਚ ਉਹ ਕਰਦਾ ਹੈ। ਹੁਣ ਇੱਕ ਵਿਅਕਤੀ ਇੱਕ ਵਿਸ਼ੇਸ਼ ਸਮੇਂ ਦੇ ਉੱਤੇ ਇੱਕ ਸਥਿਤੀ ਦੇ ਵਿੱਚ ਰਹਿ ਕੇ ਇੱਕ ਭੂਮਿਕਾ ਨੂੰ ਜਿਸ ਢੰਗ ਨਾਲ ਨਿਭਾ ਰਿਹਾ ਹੈ ਤੇ ਉਸ ਢੰਗ ਦੇ ਵਿੱਚ ਜੋ ਜਿਵੇਂ ਵਿਵਹਾਰ ਕਰ ਰਿਹਾ ਹੈ ਉਸ ਨੂੰ ਭੂਮਿਕਾ ਦਾ ਨਾਮ ਦਿੱਤਾ ਜਾਵੇਗਾ। ਕਿਉਂਕਿ ਜੋ ਭੂਮਿਕਾ ਹੈ ਉਹ ਤਰੀਕਾ ਹੈ ਜਿਸ ਵਿੱਚ ਵਿਅਕਤੀ ਆਪਣੀ ਸਥਿਤੀ ਨਾਲ ਸੰਬੰਧਿਤ ਕਰਤੱਵਾਂ ਨੂੰ ਪੂਰਾ ਕਰਦਾ ਹੈ। ਇੱਕ ਵਿਅਕਤੀ ਸਥਿਤੀ ਦੇ ਵਿੱਚ ਰਹਿ ਕੇ ਆਪਣੇ ਸਮਾਜਿਕ ਜੋ ਉਹਦੇ ਕਰਤੱਵ ਹੁੰਦੇ ਆ, ਸਮਾਜਿਕ ਕੰਮ ਹੁੰਦੇ ਆ, ਜੋ ਉਹਦੀਆਂ ਰਿਸਪੌਂਸਿਬਿਲਿਟੀਜ਼ ਹੁੰਦੀਆਂ, ਜ਼ਿੰਮੇਵਾਰੀਆਂ ਹੁੰਦੀਆਂ ਜੋ ਉਸਨੇ ਇੱਕ ਸਥਿਤੀ ਦੇ ਵਿੱਚ ਰਹਿ ਕੇ ਨਿਭਾਉਣੀਆਂ ਹੁੰਦੀਆਂ, ਉਹ ਜ਼ਿੰਮੇਵਾਰੀਆਂ ਨੂੰ ਹੀ ਭੂਮਿਕਾ ਦਾ ਨਾਮ ਦਿੱਤਾ ਗਿਆ ਹੈ। ਸੋ ਕਰਤੱਵਾਂ ਨੂੰ ਪੂਰਾ ਕਰਨਾ ਕੀ ਹੈ, ਭੂਮਿਕਾ ਹੈ। ਸੋ ਭੂਮਿਕਾ ਇੱਕ ਪ੍ਰਵਾਨਿਤ ਤਰੀਕਾ ਹੈ। ਭੂਮਿਕਾ ਇੱਕ ਅਪਰੂਵ ਕੀਤਾ ਗਿਆ ਇੱਕ ਤਰੀਕਾ ਹੈ, ਇੱਕ ਪ੍ਰਵਾਨਿਤ ਤਰੀਕਾ ਹੈ, ਪ੍ਰਵਾਨ ਕੀਤਾ ਗਿਆ ਜਿਸ ਦੇ ਅੰਤਰਗਤ ਜੋ ਇੱਕ ਵਿਅਕਤੀ ਹੈ ਉਹ ਸਮਾਜ ਵਿੱਚ ਪ੍ਰਾਪਤ ਸਥਿਤੀ ਨਾਲ ਸੰਬੰਧਿਤ ਫਰਜ਼ਾਂ ਨੂੰ ਪੂਰਾ ਕਰਦਾ ਹੈ। ਕਿ ਇੱਕ ਵਿਅਕਤੀ ਨੂੰ ਸਮੂਹ ਦੇ ਵਿੱਚ ਜੋ ਸਥਿਤੀ ਪ੍ਰਾਪਤ ਦਿੱਤੀ ਗਈ ਹੈ, ਜੋ ਇੱਕ ਵਿਅਕਤੀ ਨੇ ਸਥਿਤੀ ਪ੍ਰਾਪਤ ਕੀਤੀ ਹੈ, ਉਦਾਹਰਨ ਦੇ ਤੌਰ ਤੇ ਜੇ ਮੈਂ ਇਸ ਸਮੂਹ ਦੇ ਵਿੱਚ ਇੱਕ ਪ੍ਰੋਫੈਸਰ ਜਾਂ ਇੱਕ ਅਧਿਆਪਕ ਦੀ ਸਥਿਤੀ ਪ੍ਰਾਪਤ ਕੀਤੀ ਹੈ, ਸੋ ਇਸ ਸਥਿਤੀ ਦੇ ਵਿੱਚ ਮੈਂ ਜਿਵੇਂ ਵਿਵਹਾਰ ਕਰ ਰਹੀ ਹਾਂ, ਇਸ ਸਮੂਹ ਦੇ ਵਿੱਚ ਮੈਂ ਜਿਵੇਂ ਵਿਵਹਾਰ ਕਰ ਰਹੀ ਹਾਂ ਉਸ ਨੂੰ ਭੂਮਿਕਾ ਦਾ ਨਾਮ ਦਿੱਤਾ ਜਾਏਗਾ। ਤੇ ਇਹ ਵਿਵਹਾਰ ਮੇਰਾ ਪੂਰਾ ਵਿਵਹਾਰ ਨਹੀਂ ਹੋਏਗਾ ਬਲਕਿ ਮੇਰਾ ਇੱਕ ਵਿਸ਼ੇਸ਼ ਢੰਗ ਦਾ ਵਿਵਹਾਰ ਹੋਏਗਾ। ਇਸ ਦਾ ਮਤਲਬ ਕਿ ਮੇਰਾ ਪੂਰਾ ਵਿਵਹਾਰ ਨਹੀਂ ਬਲਕਿ ਇੱਕ ਵਿਸ਼ੇਸ਼ ਢੰਗ ਨਾਲ ਜਿਵੇਂ ਮੈਂ ਇਸ ਸਮੂਹ ਦੇ ਵਿੱਚ ਵਿਵਹਾਰ ਕਰਾਂਗੀ, ਆਪਣੀ ਭੂਮਿਕਾ ਨੂੰ ਨਿਭਾਵਾਂਗੀ, ਆਪਣੇ ਕਰਤੱਵ ਨੂੰ ਨਿਭਾਵਾਂਗੀ ਜਾਂ ਆਪਣੀ ਸਥਿਤੀ ਦੇ ਵਿੱਚ ਰਹਿ ਕੇ ਆਪਣੀਆਂ ਜ਼ਿੰਮੇਵਾਰੀਆਂ ਨੂੰ ਨਿਭਾਵਾਂਗੀ, ਪੂਰਾ ਜਦ ਮੈਂ ਕਰਨਾ ਸ਼ੁਰੂ ਕਰ ਦਾਂਗੀ ਉਹ ਚੀਜ਼ਾਂ ਨੂੰ ਭੂਮਿਕਾ ਦਾ ਨਾਮ ਦਿੱਤਾ ਜਾਏਗਾ। ਇਸ ਕਰਕੇ ਜੋ ਭੂਮਿਕਾਵਾਂ ਹੈ ਉਹ ਬਦਲ ਵੀ ਸਕਦੀਆਂ ਹਨ ਕਿਉਂਕਿ ਜੋ ਨਿਯਮ ਹੈ ਉਹ ਵੀ ਪਰਿਵਰਤਿਤ ਹੁੰਦੇ ਰਹਿੰਦੇ ਹਨ। ਜਿਵੇਂ ਪਹਿਲਾਂ ਵੀ ਇਹ ਚੀਜ਼ ਬਾਰੇ ਦੱਸਿਆ ਸੀ ਕਿ ਸਮਾਜ ਕੀ ਹੈ, ਸਮਾਜ ਦੇ ਵਿੱਚ ਪਰਿਵਰਤਨ ਆਉਂਦਾ ਰਹਿੰਦਾ ਹੈ। ਪਰਿਵਰਤਨ ਇੱਕ ਕੁਦਰਤ ਦਾ ਨਿਯਮ ਹੈ ਤੇ ਇਹ ਜੋ ਨਿਯਮ ਹੈ, ਜੋ ਪਰਿਵਰਤਨ ਹੈ, ਇਹ ਸਮਾਜ ਦੇ ਵਿੱਚ ਆਉਂਦਾ ਜਾਂਦਾ ਹੈ। ਸੋ ਸਮਾਜ ਦੇ ਵਿੱਚ ਜੋ ਭੂਮਿਕਾ ਹੈ, ਸਥਿਤੀ ਹੈ, ਉਹ ਵੀ ਸਮਾਜ ਦਾ ਹਿੱਸਾ ਹੈ। ਉਹ ਸਮਾਜਿਕ ਢਾਂਚੇ ਦੇ ਤੱਤ ਹਨ। ਸਮਾਜ ਦਾ ਹਿੱਸਾ ਹੈ ਭੂਮਿਕਾ ਵੀ, ਸਥਿਤੀ ਵੀ। ਸੋ ਜਿਵੇਂ ਜਿਵੇਂ ਸਮਾਜਿਕ ਨਿਯਮਾਂ ਦੇ ਵਿੱਚ ਪਰਿਵਰਤਨ ਜਾਂ ਤਬਦੀਲੀ ਆਉਂਦੀ ਜਾਂਦੀ ਹੈ ਉਵੇਂ ਉਵੇਂ ਹੀ ਸਮਾਜਿਕ ਭੂਮਿਕਾਵਾਂ ਦੇ ਵਿੱਚ ਵੀ ਬਦਲਾਵ ਆਉਂਦਾ ਜਾਂਦਾ ਹੈ। ਸੋ ਕਿਸੇ ਸਥਿਤੀ ਤੇ ਬੈਠਾ ਵਿਅਕਤੀ ਜੋ ਵਿਵਹਾਰ ਕਰਦਾ ਹੈ ਉਸਨੂੰ ਭੂਮਿਕਾ ਦਾ ਨਾਮ ਦਿੱਤਾ ਜਾਏਗਾ। ਸੋ ਇਸ ਤੋਂ ਬਾਅਦ ਮੈਂ ਇੱਥੇ ਇਹ ਚੀਜ਼ ਨੂੰ ਕਨਕਲੂਡ ਕਰਨਾ ਚਾਹਾਂਗੀ ਕਿ ਸਥਿਤੀ ਤੇ ਭੂਮਿਕਾ ਆਖਿਰ ਹੈ ਕੀ, ਜਾਂ ਜੋ ਚੀਜ਼ਾਂ ਆਪਾਂ ਸਾਰਾ ਇਸ ਟੌਪਿਕ ਦੇ ਵਿੱਚ ਪੜ੍ਹਿਆ ਹੈ ਕਿ ਜੋ ਸਥਿਤੀ ਹੈ ਉਹ ਇੱਕ ਵਿਅਕਤੀ ਦਾ ਕੀਤਾ ਗਿਆ ਵਿਵਹਾਰ ਹੈ ਜਿਸ ਢੰਗ ਨਾਲ ਉਹ ਆਪਣੀ ਭੂਮਿਕਾ ਨਿਭਾ ਰਿਹਾ। ਸੋ ਜਿਵੇਂ ਸਥਿਤੀ ਤੇ ਜੋ ਭੂਮਿਕਾ ਹੈ ਇਹ ਦੋਨੋਂ ਹੀ ਇੱਕ ਦੂਸਰੇ ਦੇ ਨਾਲ ਅਟੈਚਡ ਹੁੰਦੀਆਂ, ਇੱਕ ਦੂਜੇ ਨਾਲ ਇਹ ਮਿਲੀਆਂ ਜੁਲੀਆਂ ਹੁੰਦੀਆਂ। ਇਸ ਕਰਕੇ ਜੋ ਸਮਾਜ ਦੇ ਵਿੱਚ ਇੱਕ ਵਿਅਕਤੀ ਦਾ ਜੋ ਰੋਲ ਹੈ, ਜੋ ਸੋਸ਼ਲ ਸਟੇਟਸ ਹੈ, ਉਹ ਬਹੁਤ ਜ਼ਰੂਰੀ ਹੁੰਦਾ। ਜ਼ਰੂਰੀ ਕਿਉਂ ਹੁੰਦਾ? ਕਿਉਂਕਿ ਸਮਾਜ ਦੇ ਵਿੱਚ ਇੱਕ ਵਿਅਕਤੀ ਨੂੰ ਇੱਜ਼ਤ, ਸਨਮਾਨ, ਆਦਰ ਜਾਂ ਨਿਰਾਦਰ ਵੀ ਸਥਿਤੀ ਦੇ ਉਹਦੀ ਭੂਮਿਕਾ ਦੇ ਅਨੁਸਾਰ ਹੀ ਮਿਲਦਾ ਹੈ। ਕਿਉਂਕਿ ਇਹ ਜੋ ਰੋਲ ਹੈ, ਭੂਮਿਕਾ ਹੈ, ਇਹ ਸਮਾਜ ਵਾਸਤੇ, ਜ਼ਿੰਦਗੀ ਵਾਸਤੇ ਜ਼ਰੂਰੀ ਹੈ। ਜ਼ਿੰਦਗੀ ਨੂੰ ਸਥਿਰ ਰੱਖਣ ਲਈ ਜ਼ਰੂਰੀ ਹੈ।
ਜ਼ਿੰਦਗੀ ਦਾ ਜਾਂ ਸਮਾਜ ਦੇ ਵਿੱਚ ਸੰਤੁਲਨ ਬਣਾਉਣ ਵਾਸਤੇ ਜ਼ਰੂਰੀ ਹੈ ਭੂਮਿਕਾ, ਕਿਉਂਕਿ ਭੂਮਿਕਾ ਤੋਂ ਬਿਨਾਂ ਇੱਕ ਵਿਅਕਤੀ ਆਪਣੀਆਂ ਅੰਤਰਕਿਰਿਆਵਾਂ ਜਾਂ ਆਪਣਾ ਕੰਮ ਸਹੀ ਢੰਗ ਦੇ ਨਾਲ ਨਹੀਂ ਕਰ ਸਕਦਾ। ਇਸ ਕਰਕੇ ਭੂਮਿਕਾ ਦੇ ਦੁਆਰਾ ਸਮਾਜ ਦੇ ਵਿੱਚ ਕੰਮ ਵੀ ਵੰਡਿਆ ਜਾ ਰਿਹਾ ਹੈ, ਕੰਮ ਵੰਡਣ ਦੀ ਵੀ ਵਿਵਸਥਾ ਕੀਤੀ ਜਾਂਦੀ ਹੈ। ਹੁਣ ਕੰਮ ਕਿਵੇਂ ਵੰਡਿਆ ਜਾ ਰਿਹਾ ਕਿ ਕਿਸੇ ਵਿਅਕਤੀ ਦਾ ਕੋਈ ਕੰਮ ਹੈ, ਕਿਸੇ ਦਾ ਕੋਈ ਹੈ, ਸੋ ਇਹ ਤਾਂ ਹੀ ਪਤਾ ਲੱਗੇਗਾ ਜੇ ਉਸਨੂੰ ਉਸਦੀ ਭੂਮਿਕਾ ਦਿੱਤੀ ਜਾਏਗੀ। ਤੇ ਭੂਮਿਕਾ ਕਿਵੇਂ ਹੋਏਗੀ? ਜੇ ਉਸਨੂੰ ਉਹਦੀ ਸਥਿਤੀ ਦਿੱਤੀ ਜਾਏਗੀ ਤਾਂ ਇੱਕ ਵਿਅਕਤੀ ਆਪਣਾ ਕੰਮ ਸਹੀ ਢੰਗ ਦੇ ਨਾਲ ਕਰੇਗਾ। ਇਸ ਕਰਕੇ ਜੋ ਭੂਮਿਕਾਵਾਂ ਹੈ ਉਹ ਵਿਅਕਤੀ ਦੀਆਂ ਕਿਰਿਆਵਾਂ ਨੂੰ ਸੰਚਾਲਿਤ ਕਰਦੀਆਂ ਹਨ। ਇੱਕ ਵਿਅਕਤੀ ਦੀ ਕਿਰਿਆ ਦਾ ਮਤਲਬ ਕਿ ਉਹਦਾ ਕੰਮ, ਉਹ ਜਿਸ ਢੰਗ ਦੇ ਨਾਲ ਬਿਹੇਵ ਕਰ ਰਿਹਾ ਹੈ, ਜਿਸ ਢੰਗ ਦੇ ਨਾਲ ਉਹ ਆਪਣਾ ਕੰਮ ਕਰ ਰਿਹਾ ਹੈ, ਆਪਣਾ ਰੁਤਬਾ ਜਾਂ ਆਪਣਾ ਅਹੁਦੇ ਉੱਤੇ ਰਹਿ ਕੇ ਉਹ ਆਪਣੀਆਂ ਜ਼ਿੰਮੇਵਾਰੀਆਂ ਪੂਰੀਆਂ ਕਰ ਰਿਹਾ ਹੈ। ਸੋ ਇਹ ਉਹ ਕਿਵੇਂ ਸੰਚਾਲਿਤ ਕਰਦਾ ਹੈ, ਵੱਖ-ਵੱਖ ਕਿਰਿਆਵਾਂ ਨੂੰ ਕਿਵੇਂ ਨਿਭਾ ਰਿਹਾ ਹੈ, ਉਸਨੂੰ ਭੂਮਿਕਾ ਦਾ ਨਾਮ ਦਿੱਤਾ ਗਿਆ ਹੈ। ਕਿਉਂਕਿ ਭੂਮਿਕਾ ਦੇ ਦੁਆਰਾ ਹੀ ਸਮਾਜਿਕ ਅੰਤਰ ਕਿਰਿਆਵਾਂ ਨੂੰ ਨਿਯਮਿਤ ਕੀਤਾ ਜਾਂਦਾ ਹੈ। ਭੂਮਿਕਾ ਦੇ ਦੁਆਰਾ ਸਮਾਜਿਕ ਅੰਤਰ ਕਿਰਿਆਵਾਂ ਨੂੰ ਨਿਯਮਿਤ ਕਰਨਾ। ਅੰਤਰ ਕਿਰਿਆ ਮਤਲਬ ਜਦ ਦੋ ਵਿਅਕਤੀ ਆਪਸ ਦੇ ਵਿੱਚ ਗੱਲਬਾਤ ਕਰਦੇ हैं, इसका मतलब या वो कोई विशेष एक्टिविटी कर रहे हैं या फिर वो मतलब कोई काम कर रहे हैं इकट्ठे, एक दूजे नाल संबंध स्थापित करते हैं, उसनों अंतर ਕਿਰਿਆਵਾਂ ਦਾ ਨਾਮ ਦਿੱਤਾ ਜਾਏਗਾ। ਤੇ ਭੂਮਿਕਾ ਦੇ ਦੁਆਰਾ ਸਮਾਜਿਕ ਅੰਤਰ ਕਿਰਿਆਵਾਂ ਨੂੰ ਨਿਯਮਿਤ ਕੀਤਾ ਜਾਏਗਾ, ਉਸਨੂੰ ਰੈਗੂਲੇਟ ਕੀਤਾ ਜਾਏਗਾ। ਸੋ ਜੋ ਭੂਮਿਕਾ ਹੈ ਉਹ ਵਿਅਕਤੀ ਨੂੰ ਵਧੇਰੇ ਕਿਰਿਆਸ਼ੀਲ ਬਣਾਉਂਦੀ ਹੈ, ਉਹਨੂੰ ਐਕਟਿਵ ਬਣਾਉਂਦੀ ਹੈ। ਕਿਉਂਕਿ ਇੱਕ ਵਿਅਕਤੀ ਇੱਕ ਉਤਸ਼ਾਹ ਦੇ ਨਾਲ ਕੰਮ ਕਰਦਾ ਹੈ ਜਦ ਉਸਨੂੰ ਪਤਾ ਹੁੰਦਾ ਕਿ ਉਸਨੂੰ ਇਸ ਢੰਗ ਦਾ ਸਨਮਾਨ ਸਮਾਜ ਦੇ ਵਿੱਚ ਮਿਲੇਗਾ ਜਾਂ ਫਿਰ ਉਹ ਇਸ ਢੰਗ ਦਾ ਸਮਾਜ ਦੇ ਵਿੱਚ ਕੰਮ ਕਰੇਗਾ, ਤਦ ਉਸਨੂੰ ਲੋਕ ਉਹਦੀ ਪਹਿਚਾਣ ਬਣੇਗੀ ਜਾਂ ਉਸਨੂੰ ਉਹ ਵਾਹਵਾਹੀ ਉਸਨੂੰ ਮਿਲੇਗੀ। ਸੋ ਇਹ ਸਾਰੀਆਂ ਚੀਜ਼ਾਂ ਦੇ ਨਾਲ ਕੀ ਹੈ, ਵਿਅਕਤੀ ਆਪਣੀ ਭੂਮਿਕਾ ਆਪੇ ਹੀ ਸਹੀ ਢੰਗ ਨਾਲ ਨਿਭਾਉਣੀ ਸ਼ੁਰੂ ਕਰ ਦਿੰਦਾ ਹੈ। ਇਸ ਤੋਂ ਬਾਅਦ ਭੂਮਿਕਾਵਾਂ ਨੂੰ ਜਾਂ ਜੇ ਸਟੇਟਸ ਤੇ ਰੋਲ, ਭੂਮਿਕਾ ਤੇ ਸਥਿਤੀ ਦੋਨਾਂ ਨੂੰ ਟੌਪਿਕ ਨੂੰ ਜੇ ਆਪਾਂ ਵਾਈਂਡ ਅਪ ਕਰਕੇ ਦੇਖੀਏ ਤਾਂ ਕਹਾਂਗੇ ਕਿ ਜਿਵੇਂ ਜਿਵੇਂ ਇੱਕ ਵਿਅਕਤੀ ਦਾ ਰੁਤਬਾ, ਉਸਦੀ ਸਥਿਤੀ ਬਦਲਦੀ ਜਾਂਦੀ ਹੈ, ਉਵੇਂ ਉਵੇਂ ਭੂਮਿਕਾ ਵੀ ਬਦਲਦੀ ਜਾਂਦੀ ਹੈ। ਕੋਈ ਵੀ ਚੀਜ਼ ਕਦੇ ਸਟੇਬਲ ਨਹੀਂ ਰਹਿੰਦੀ, ਕਦੇ ਸਥਿਰ ਨਹੀਂ ਰਹਿੰਦੀ। ਇਹ ਚੀਜ਼ਾਂ ਦੇ ਵਿੱਚ ਪਰਿਵਰਤਨਸ਼ੀਲ ਜਾਂ ਪਰਿਵਰਤਨ ਆਉਂਦਾ ਜਾਂਦਾ ਹੈ। ਤੇ ਭੂਮਿਕਾ ਸਾਡੇ ਸਮਾਜ ਦੇ ਵਿੱਚ ਜੋ ਇੱਕ ਸਤਰੀਕਰਨ ਦੀ ਜੋ ਵਿਵਸਥਾ ਹੈ ਉਸਨੂੰ ਵਧੇਰੇ ਸਰਲ ਬਣਾ ਦਿੰਦੀ ਹੈ, ਈਜ਼ੀ ਬਣਾ ਦਿੰਦੀ ਹੈ। ਸਰਲ ਬਣਾਉਣ ਦਾ ਮਤਲਬ ਕਿ ਜੋ ਸਮਾਜ ਆਪਣਾ ਵੱਖ-ਵੱਖ ਹਿੱਸਿਆਂ ਦੇ ਵਿੱਚ ਵੰਡਿਆ ਹੋਇਆ, ਵੱਖ-ਵੱਖ ਵੰਡਿਆ ਹੋਣ ਦਾ ਮਤਲਬ ਹੈ ਕਿ ਇਹ ਲੋਕ ਅਲੱਗ-ਅਲੱਗ ਕੰਮ ਕਰ ਰਹੇ ਹੈ, ਇੱਕ ਦੂਜੇ ਨਾਲੋਂ ਵਿਭਿੰਨ ਹੈ, ਪਰ ਵਿਭਿੰਨ ਹੋ ਕੇ ਵੀ ਲੋਕੀ ਆਪਣੀ ਸਥਿਤੀ ਦੇ ਵਿੱਚ ਰਹਿ ਕੇ ਕੰਮ ਕਰ ਰਹੇ ਹੈ ਤੇ ਸਮਾਜ ਨੂੰ ਅੱਗੇ ਲੈ ਕੇ ਚੱਲ ਰਹੇ ਹੈ। ਸੋ ਇਸ ਦੇ ਵਿੱਚ ਆਪਾਂ ਇਹ ਬੋਲ ਸਕਦੇ ਹਾਂ ਕਿ ਵੱਖ-ਵੱਖ ਕੰਮਾਂ ਦੇ ਵਿੱਚ ਜਾਂ ਵੱਖ-ਵੱਖ ਭੂਮਿਕਾਵਾਂ ਨੂੰ ਨਿਭਾਉਂਦੇ ਹੋਏ ਹਰ ਇੱਕ ਵਿਅਕਤੀ ਆਪਣੀ ਸਥਿਤੀ ਦੇ ਵਿੱਚ ਰਹਿ ਕੇ ਕੰਮ ਕਰ ਰਿਹਾ ਹੈ ਤੇ ਉਸ ਸਥਿਤੀ ਦੇ ਵਿੱਚ ਉਹ ਆਪਣਾ ਜੋ ਭੂਮਿਕਾ ਹੈ ਉਹ ਨਿਸ਼ਚਿਤ ਕਰਦਾ ਪਿਆ। ਇਸ ਕਰਕੇ ਜੋ ਭੂਮਿਕਾ ਹੈ ਉਹਦਾ ਵਿਅਕਤੀ ਦੇ ਜੋ ਉਹਦੀ ਪਰਸਨੈਲਿਟੀ ਹੈ, ਉਹਦੀ ਸ਼ਖਸੀਅਤ ਹੈ, ਉਸ ਦੇ ਉੱਤੇ ਬਹੁਤ ਜ਼ਿਆਦਾ ਇੰਪੋਰਟੈਂਟ ਮਤਲਬ ਬਹੁਤ ਜ਼ਿਆਦਾ ਕੀ ਹੈ ਪ੍ਰੈਸ਼ਰ ਪੈਂਦਾ ਜਾਂ ਇੰਪੈਕਟ ਪੈਂਦਾ, ਜਾਂ ਕਹਿ ਸਕਦੇ ਹਾਂ ਕਿ ਇੱਕ ਵਿਅਕਤੀ ਦੇ ਵਿਵਹਾਰ ਨੂੰ ਭੂਮਿਕਾ ਪ੍ਰਭਾਵਿਤ ਕਰਦੀ ਹੈ। ਇਸ ਕਰਕੇ ਜੇ ਇਹ ਚੀਜ਼ ਨੂੰ ਜਾਣਨਾ ਹੈ ਕਿ ਸਥਿਤੀ ਜਾਂ ਭੂਮਿਕਾ ਇੱਕ ਵਿਅਕਤੀ ਦੀ ਕੀ ਹੈ ਤਾਂ ਇਹ ਦੇਖਿਆ ਜਾਏਗਾ ਕਿ ਇੱਕ ਵਿਅਕਤੀ ਸਮਾਜ ਦੇ ਵਿੱਚ ਰਹਿ ਕੇ ਕਿਸ ਢੰਗ ਦਾ ਕੰਮ ਕਰ ਰਿਹਾ ਹੈ। ਉਹ ਵਿਅਕਤੀ ਸਥਿਤੀ ਉਸਦੀ ਉੱਚੀ ਹੈ ਜਾਂ ਨੀਵੀਂ, ਦੂਜੇ ਵਿਅਕਤੀਆਂ ਦੇ ਕੰਪੈਰੀਜ਼ਨ, ਦੂਜੇ ਵਿਅਕਤੀਆਂ ਦੀ ਤੁਲਨਾ ਦੇ ਵਿੱਚ ਇਹ ਚੀਜ਼ਾਂ ਨੂੰ ਦੇਖਿਆ ਜਾਏਗਾ ਤਾਂ ਹੀ ਸਹੀ ਮਾਇਨੇ ਦੇ ਵਿੱਚ ਇਹ ਦੇਖਣ ਨੂੰ ਮਿਲੇਗਾ ਕਿ ਇੱਕ ਵਿਅਕਤੀ ਸਮਾਜ ਦੇ ਵਿੱਚ ਕਿਸ ਸਥਿਤੀ ਦੇ ਉੱਤੇ ਹੈ, ਮਤਲਬ ਉੱਚੀ ਸਥਿਤੀ ਹੈ ਉਹਦੀ ਜਾਂ ਨੀਵੀਂ ਸਥਿਤੀ ਹੈ, ਜਾਂ ਉਹ ਆਪਣੀ ਭੂਮਿਕਾ ਕਿਸ ਢੰਗ ਦੇ ਨਾਲ ਸਮਾਜ ਦੇ ਵਿੱਚ ਨਿਭਾ ਰਿਹਾ ਹੈ। ਕਿਉਂਕਿ ਭੂਮਿਕਾਵਾਂ ਕੀ ਹੈ, ਸਮੂਹ ਦੇ ਪ੍ਰਤੀ ਵਿਅਕਤੀਆਂ ਦੀਆਂ ਜ਼ਿੰਮੇਵਾਰੀਆਂ ਤੇ ਫਰਜ਼ਾਂ ਨੂੰ ਕੀ ਹੈ ਸਪਸ਼ਟ ਕਰਦੀਆਂ, ਫਰਜ਼ ਨੂੰ ਸਪਸ਼ਟ ਕਰਨੇ। ਇਹ ਸਾਰੀਆਂ ਚੀਜ਼ਾਂ ਕੀ ਹੈ ਸਥਿਤੀ ਅਤੇ ਭੂਮਿਕਾ ਅਖਵਾਉਂਦੀ ਹੈ। ਸੋ ਅੱਜ ਦਾ ਟੌਪਿਕ ਇੱਥੇ ਹੀ, ਮੈਨੂੰ ਦਿਓ ਇਜਾਜ਼ਤ, ਧੰਨਵਾਦ।